हेलो सलाम नमस्ते सत श्री अकाल मैं हाँ ਤੁਹਾਡੀ ਹੋਸਟ ਤੇ ਦੋਸਤ ਮੋਨੀ ਗਿੱਲ ਔਰ ਤੁਸੀਂ ਸੁਣ ਰਹੇ ਹੋ ਔਰ ਦੇਖ ਰਹੇ ਹੋ ਮਾਈ ਟੀਵੀ ਰੇਡੀਓ। ਸਤਿ ਸ਼੍ਰੀ ਅਕਾਲ ਨਮਸਕਾਰ अस्सलाम वालेकुम मैं हाँ कुलदीप गिल ਤੇ ਤੁਸੀਂ ਦੇਖ ਰਹੇ ਹੋ ਜਸਟ ਚਿਲ ਵਿਦ ਮਿਸਟਰ ਐਂਡ ਮਿਸਿਸ ਗਿੱਲ। ਲੋ ਜੀ ਤੇ ਅੱਜ ਅਸੀਂ ਤੁਹਾਨੂੰ ਚਿਲ ਕਰਾਉਣ ਲੱਗੇ ਹਾਂ ਇੱਕ ਐਸੀ ਪਰਸਨੈਲਿਟੀ ਦੇ ਨਾਲ ਜਿਹਨੂੰ ਮੈਂ ਬੜੇ ਛੋਟੇ ਲਫ਼ਜ਼ਾਂ 'ਚ ਮੈਂ ਕਹਾਂਗੀ ਸੁਪਰ ਵੂਮਨ। ਜਿਸ ਵਰਡ ਦੇ ਨਾਲ ਸੁਪਰ ਲੱਗ ਜਾਂਦਾ ਹੈ ਉਸ ਦੇ ਵਿੱਚ ਇੱਕ ਸਪੈਸ਼ਲ ਪਾਵਰ ਆ ਜਾਂਦੀ ਹੈ ਤੇ ਉਹਨਾਂ ਨੂੰ ਮੈਂ ਸੁਪਰ ਕਿਉਂ ਕਹਿੰਦੀ ਹਾਂ ਕਿਉਂਕਿ ਇੱਕ ਐਸੀ ਔਰਤ ਜਿਹੜੀ ਕਿ ਆਪਣੇ ਬਲਬੂਤੇ ਤੇ ਬਚਪਨ ਤੋਂ ਨਾਮ ਕਮਾਇਆ ਹੋਵੇ, ਗੁੱਡ ਲੁਕਿੰਗ ਹੋਵੇ, ਫਿਟ ਹੋਵੇ, ਪੰਜਾਬੀ ਇੰਡਸਟਰੀ 'ਚ ਛਾਈ ਹੋਵੇ, ਬਾਲੀਵੁੱਡ 'ਚ ਗਈ ਹੋਵੇ, ਘਰ ਨੂੰ ਸਵਾਰਿਆ ਹੋਵੇ, ਬੱਚਿਆਂ ਨੂੰ ਪਾਲਿਆ ਹੋਵੇ, ਮੁੜ ਕੇ ਹਸਬੈਂਡ ਨੂੰ ਸੰਭਾਲਿਆ ਹੋਵੇ ਔਰ ਅਗਰ ਘਰ ਦੇ ਵਿੱਚ ਕੋਈ ਮੈਡੀਕਲ ਪ੍ਰੋਬਲਮ ਆ ਜਾਂਦੀ ਹੈ ਔਰ ਜਿੱਥੇ ਗੱਲ ਆਉਂਦੀ ਹੈ ਕਿ ਜੀ ਆਪਣੇ ਜਿਸਮ ਦਾ ਕੋਈ ਟੋਟਾ ਡੋਨੇਟ ਕਰਨਾ ਤੇ ਉਹ ਗੱਲ ਆ ਜਾਂਦੀ ਕਿ ਉਹ ਕਰਨਾ ਲੇਕਿਨ ਜ਼ਿਆਦਾ ਡਿਲੇ ਨਾ ਕਰਦੇ ਹੋਏ ਮੈਂ ਉਹਨਾਂ ਦਾ ਸਵਾਗਤ ਪਹਿਲਾਂ ਕਰਾਂ ਫਿਰ ਉਸ ਤੋਂ ਬਾਅਦ ਤੁਹਾਨੂੰ ਨਾਮ ਲੈਣੀ ਆ। ਮੇਰੇ ਫੇਵਰਿਟ ਨੇ ਕਿ ਜੀ ਆਪਣੇ ਜਿਸਮ ਦਾ ਕੋਈ ਟੋਟਾ ਡੋਨੇਟ ਕਰਨਾ ਤੇ ਉਹ ਪਹਿਲਾਂ ਕਰਾਂ ਫਿਰ ਉਸ ਤੋਂ ਬਾਅਦ ਤੁਹਾਨੂੰ ਨਾਮ ਲੈਣੀ ਆ। ਮੇਰੇ ਫੇਵਰਿਟ ਨੇ ਕਿ ਜੀ ਆਪਣੇ ਜਿਸਮ ਦਾ ਕੋਈ ਟੋਟਾ ਹਾਂਜੀ ਤੇ ਉਹ ਮੇਰੇ ਫੇਵਰਿਟ ਨੇ ਅਮਨ ਨੂਰੀ ਜੀ। ਅਮਨ ਨੂਰੀ ਜੀ ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਹੈ? ਸਤਿ ਸ਼੍ਰੀ ਅਕਾਲ ਜੀ ਮੋਨੀ ਜੀ, ਕੁਲਦੀਪ ਜੀ ਸਤਿ ਸ਼੍ਰੀ ਅਕਾਲ, ਆਦਾਬ, ਨਮਸਕਾਰ। ਜਿੰਨੇ ਵੀ ਇਸ ਟਾਈਮ ਸਾਡੇ ਨਾਲ ਸਾਰੇ ਦਰਸ਼ਕ ਜੁੜੇ ਹੋਏ ਨੇ, ਸਾਡੇ ਫੈਨਸ ਸਾਨੂੰ ਆਸ਼ੀਰਵਾਦ ਦੇਣ ਵਾਸਤੇ, ਦੁਆਵਾਂ ਦੇਣ ਵਾਸਤੇ, ਉਹਨਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਪੋਹ ਮਾਘ ਦੀ ਨਿੱਘੀ ਧੁੱਪ ਵਰਗੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਔਰ ਮੈਂ ਜਿੱਦਾਂ ਤਾਰੀਫ ਮੇਰੀ ਥੋੜੀ ਜਿਹੀ ਰਹਿ ਗਈ ਸੀ ਕਿ ਇਹਨਾਂ ਨੂੰ ਮੈਂ ਸੁਪਰ ਵੂਮਨ ਕਿਉਂ ਕਹਿੰਦੀ ਹਾਂ। ਸੁਪਰ ਵੂਮਨ ਇਸ ਕਰਕੇ ਕਹਿੰਦੀ ਹਾਂ ਕਿਉਂਕਿ ਇਹਨਾਂ ਨੇ ਆਪਣੇ ਹਸਬੈਂਡ ਨੂੰ ਆਪਣੀ ਕਿਡਨੀ ਡੋਨੇਟ ਕੀਤੀ ਹੈ ਜੀ। ਇਹ ਬੜੀ ਵੱਡੀ ਗੱਲ ਹੈ। ਆਪਣੇ ਜਿਸਮ ਦਾ ਇੱਕ ਹਿੱਸਾ ਕਿਸੇ ਨੂੰ ਦੇ ਦੇਣਾ, ਆਪਣੇ ਹਸਬੈਂਡ ਨੂੰ ਵੀ ਦੇ ਦੇਣਾ। ਅੱਜ ਕੱਲ ਤਾਂ ਟਾਈਮ ਆ ਗਿਆ ਕਿ ਅਗਲੇ ਦਾ ਕੱਢ ਲੈਣਾ ਤੇ ਇਹਨਾਂ ਨੇ ਏਡਾ ਵੱਡਾ ਕੰਮ ਕੀਤਾ ਆ। ਸੋ ਬਹੁਤ ਬਹੁਤ ਹਸਬੈਂਡ ਦਾ ਸਾਰੇ ਹਸਬੈਂਡ ਇਹ ਕਹਿੰਦੇ ਕਿ ਜਨਾਨੀਆਂ ਖੂਨ ਪੀਂਦੀਆਂ ਨੇ ਹੁਣ ਉਹ ਕਹਿ ਨਹੀਂ ਸਕਦੇ, ਉਹ ਨਹੀਂ ਕਹਿ ਸਕਦੇ। ਹਾਂਜੀ ਤੁਹਾਡੇ ਲਈ ਨਹੀਂ ਕਹਿ ਸਕਦੇ, ਬਾਕੀ ਤੇ ਖੂਨ ਪੀਣ ਵਾਲਾ ਕੰਮ ਹੀ ਹੈਗਾ ਜੀ। ਹਾਏ ਹਾਏ ਨਹੀਂ ਸਲੋਰੀ ਜੀ ਔਰਤ ਪਹਿਲਾਂ ਦੱਸੋ। ਲੱਗਦਾ ਹੀ ਹੁੰਦਾ, ਵੈਸੇ ਹੀ ਲੱਗਦਾ ਹੁੰਦਾ ਹੈ। ਆਵਾਜ਼ ਸਾਡੀ ਤੁਹਾਨੂੰ ਪ੍ਰੋਪਰ ਸੁਣਾਈ ਦੇ ਰਹੀ ਹੈ? ਹਾਂਜੀ ਹਾਂਜੀ, ਪਹਿਲਾਂ ਵਿੱਚੋਂ ਥੋੜੀ ਬੰਦ ਹੋ ਗਈ ਸੀ ਪਰ ਹੁਣ ਠੀਕ ਹੈ। ਹੁਣ ਸਹੀ ਆ ਰਹੀ ਹੈ? ਓਕੇ ਚਲੋ। ਜਿਹੜੀ ਸਾਡੀ ਆਡੀਅנס ਹੈ ਉਹਨਾਂ ਨੂੰ ਮੈਂ ਜ਼ਰੂਰ ਕਹਾਂਗੀ ਕਿ ਪਲੀਜ਼ ਸਾਨੂੰ ਮੈਸੇਜ ਪਾ ਦੇਣਾ ਅਗਰ ਤੁਹਾਨੂੰ ਲੱਗੇ ਕਿ ਆਵਾਜ਼ ਗੜਬੜ ਹੈ। ਕਿਦਾਂ ਜੋਗਨ ਪਾਰਸ ਤੁਸੀਂ ਦੇਖ ਰਹੇ ਹੋ, ਆਵਾਜ਼ ਤੁਹਾਨੂੰ ਸਹੀ ਆ ਰਹੀ ਹੈ? ਔਰ ਰੇਨਾ ਜੀ, ਰਾਹੁਲ, ਵੈਸ਼ਨੋ ਦੇਵੀ ਤੋਂ ਸਾਨੂੰ ਵੇਖ ਰਹੇ ਨੇ। ਔਰ ਐਂਜਲ ਵਾਟਸ ਅਪ, ਲੌਂਗ ਟਾਈਮ ਨੋ ਸੀ ਯੂ, ਪ੍ਰਾਊਡ ਆਫ ਯੂ ਮੈਮ ਲਿਖਦੇ ਨੇ ਐਂਜਲ ਜੀ। ਐਕਚੁਅਲੀ ਜੀ ਵਾਕਈ ਬੜੀ ਪ੍ਰਾਊਡ ਦੀ ਗੱਲ ਹੈ ਕਿਉਂਕਿ ਇਹ ਪਤੀ ਵਰਤਾ ਨੇ ਜੀ। ਪਤੀ ਨੂੰ ਪੂਰਾ ਇਹਨਾਂ ਨੇ ਆਪਣਾ ਅਰਪਣ ਕੀਤਾ ਹੈ ਸਾਰਾ ਕੁਝ, ਜਿਹਨੂੰ ਕਹਿੰਦੇ ਨੇ ਕਿ 7 ਜਨਮ ਇਸਕੇ ਉੱਪਰ ਕੁਰਬਾਨ। ਤੇ ਇਹਨਾਂ ਨੇ ਇਹ ਸਾਬਿਤ ਕਰਤਾ ਹੈ ਕਿ ਇਸ ਜਨਮ ਤੋਂ ਹੀ ਇਹਨਾਂ ਨੇ ਸਾਬਿਤ ਕਰ ਦਿੱਤਾ ਹੈ ਕਿ ਆਪਾਂ ਦੋਨੋਂ ਜੀਵਾਂਗੇ ਤਾਂ ਰਲ ਮਿਲ ਕੇ ਜੀਵਾਂਗੇ, ਜਿੰਨੀ ਤੇਰੀ ਜ਼ਿੰਦਗੀ ਉਨੀ ਮੇਰੀ ਜ਼ਿੰਦਗੀ। ਤੇ ਇਸ ਤੋਂ ਵੱਡੀ ਸ਼ੁਰੂਆਤ ਮੇਰੇ ਖਿਆਲ ਨਾਲ ਸਾਡੇ ਲਈ ਐਜ਼ ਅ ਵੂਮਨ ਇਨਸਪੀਰੇਸ਼ਨ ਹੋ ਤੁਸੀਂ ਸਾਡੇ ਸਾਰਿਆਂ ਲਈ। ਥੈਂਕ ਯੂ ਸੋ ਮਚ ਮੋਨੀ ਜੀ। ਜਿੰਨੇ ਵੀ ਮੈਨੂੰ ਸਾਰੇ ਪਿਆਰ ਕਰਦੇ ਨੇ ਉਹਨਾਂ ਸਾਰਿਆਂ ਦਾ ਬਹੁਤ ਬਹੁਤ ਥੈਂਕਸ, ਕਿਉਂਕਿ ਇਹ ਮੇਰੇ ਇਕੱਲੀ ਕੋਲ ਇੰਨਾ ਪਾਵਰ ਨਹੀਂ ਆਈ, ਪਾਵਰ ਤੁਹਾਡੀ ਦਿੱਤੀ ਹੋਈ ਹੈ ਸਾਰਿਆਂ ਦੀ, ਕਿਉਂਕਿ ਤੁਸੀਂ ਮੈਨੂੰ ਹਮੇਸ਼ਾ ਹੌਸਲਾ ਦਿੰਦੇ ਰਹਿੰਦੇ ਹੋ, ਕਦੇ ਡਿੱਗਣ ਨਹੀਂ ਦਿੰਦੇ। ਜਦੋਂ ਵੀ ਮੈਨੂੰ ਕੋਈ ਵੀ ਪ੍ਰੋਬਲਮ ਆਉਂਦੀ ਹੈ ਜ਼ਿੰਦਗੀ 'ਚ, ਕੋਈ ਮੁਸੀਬਤ ਕਿਸੇ ਤਰ੍ਹਾਂ ਦਾ ਵੀ ਕੁਝ ਵੀ ਆਉਂਦਾ ਹੈ, ਜਿਹੜੇ ਮੈਨੂੰ ਪਿਆਰ ਕਰਨ ਵਾਲੇ ਨੇ, ਚਾਹੇ ਉਹ ਮੇਰੇ ਭੈਣ ਭਰਾ ਨੇ, ਰਿਸ਼ਤੇਦਾਰ ਨੇ, ਫਰੈਂਡ ਸਰਕਲ ਆ, ਜਾਂ ਫਿਰ ਮੇਰੇ ਚਾਹਣ ਵਾਲੇ ਮੇਰੇ ਫੈਨਸ ਨੇ, ਉਹ ਮੈਨੂੰ ਹਮੇਸ਼ਾ ਦੁਆਵਾਂ, ਪਿਆਰ, ਆਸ਼ੀਰਵਾਦ ਤੇ ਹੌਸਲਾ ਦਿੰਦੇ ਰਹਿੰਦੇ ਨੇ। ਇਸ ਕਰਕੇ ਮੇਰੇ ਵਿੱਚੋਂ ਪਾਵਰ ਆਉਂਦੀ ਤਾਂ ਮੈਂ ਕੁਝ ਕਰਨ ਜੋਗੀ ਹੁੰਦੀ ਹਾਂ, ਨਹੀਂ ਤਾਂ ਮੇਰੇ 'ਚ ਕੁਝ ਵੀ ਨਹੀਂ ਹੈ। ਜਿਵੇਂ ਕਹਿੰਦੇ ਨੇ ਇੱਕ ਖਾਲੀ ਟੇਪ ਹੁੰਦੀ ਹੈ ਜਿਹੜੀ CD ਪਲੇਅਰ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਉਹ ਖਾਲੀ ਕੰਮ ਨਹੀਂ ਕਰ ਸਕਦੀ ਜਿੰਨੀ ਦੇਰ ਉਹਦੇ ਵਿੱਚ CD ਪਲੇਅਰ ਨਹੀਂ ਪੈਂਦਾ ਹੈਗਾ। CD ਪਲੇਅਰ ਪਏਗਾ ਤਾਂ ਹੀ ਉਹ ਬੋਲੇਗੀ। ਉਹ ਜਿਹੜਾ CD ਪਲੇਅਰ ਹੈਗਾ ਹੈ ਉਹਦੇ ਵਿੱਚ CD ਦਾ ਜਿਹੜਾ ਕੰਮ ਕਰ ਰਿਹਾ, ਮੈਂ CD ਪਲੇਅਰ ਹਾਂ ਤੇ ਜਿਹੜੀ ਅੰਦਰ CD ਵੱਜਦੀ ਆ ਉਹ ਮੇਰੇ ਪਿਆਰ ਕਰਨ ਵਾਲੇ ਉਹ CD ਨੇ। ਕਿੰਨਾ ਅੱਛਾ ਐਕਸਪਲੇਨੇਸ਼ਨ ਹੈ ਜੀ, ਵਾਕਈ ਗੱਲ ਸਹੀ ਹੈ। ਮਿਸਟਰ ਗਿੱਲ ਕੁਝ ਕਹਿਣਾ ਚਾਹੋਗੇ? ਨਹੀਂ ਬਹੁਤ ਵਧੀਆ। ਮੈਂ ਅੱਜ ਤੱਕ ਫੈਨਸ ਨੂੰ ਇੱਕ CD ਚਾਹੁੰਦੇ ਦੇਖਿਆ ਨਹੀਂ, ਲੇਕਿਨ ਇਹ ਜਿਹੜੀ ਤੁਸੀਂ ਗੱਲ ਕੀਤੀ ਵੈਸੇ ਹੀ ਕਮਾਲ ਹੈ ਕਿਉਂਕਿ CD ਵੱਜੂਗੀ ਤੇ ਸਿਸਟਮ ਵੀ ਹੈਗਾ। ਬਿਲਕੁਲ, ਸਿਸਟਮ CD ਤੋਂ ਬਿਨਾਂ ਖਾਲੀ ਆ। ਕੱਲਾ ਸਿਸਟਮ ਕੁਝ ਨਹੀਂ ਕਰ ਸਕਦਾ ਜਿੰਨੀ ਦੇਰ ਵਿੱਚ ਸੌਫਟਵੇਅਰ ਨਾ ਹੋਵੇ। ਬਿਲਕੁਲ ਸਹੀ ਹੈ। ਤੁਹਾਨੂੰ ਸਾਡੇ ਇੱਕ ਬਹੁਤ ਅੱਛੇ
ਸਾਡੇ ਵੀ ਕਹਿ ਸਕਦੇ ਮਾਈ ਟੀਵੀ ਦੇ ਫੈਨ ਨੇ, ਉਹ ਵੈਸ਼ਨੋ ਦੇਵੀ ਤੋਂ ਨੂਰੀ ਜੀ ਨੂੰ ਲਿਖ ਰਹੇ ਨੇ ਸਤਿ ਸ਼੍ਰੀ ਅਕਾਲ। ਤੇ ਮੇਰੇ ਲੱਗਦਾ ਉਹ ਉੱਥੇ ਸੇਵਾ ਕਰਦੇ ਨੇ ਤੇ ਹਰ ਐਪੀਸੋਡ ਆ ਕੇ ਦੇਖਦੇ ਨੇ। ਜੈ ਮਾਤਾ ਦੀ, ਜੈ ਮਾਤਾ ਦੀ, ਜੈ ਮਾਤਾ ਦੀ। ਤੇ ਸਾਡਾ ਵੀ ਨੂਰੀ ਇੱਥੇ ਜੀ ਨਮਸਕਾਰ ਸਾਡੀ ਵੀ ਪਹੁੰਚਾ ਦਿਓ ਜੀ, ਮਹਾਮਾਈ ਤੱਕ ਸਾਡਾ ਪ੍ਰਣਾਮ ਪਹੁੰਚਾ ਦਿਓ। ਸਹੀ ਗੱਲ ਹੈ, ਔਰ ਦੁਆ ਕਰੋ ਕਿ ਇਸ ਕਰੋਨਾ ਤੋਂ ਸਾਨੂੰ ਬਾਹਰ ਕਰੇ। ਔਰ ਦੱਸ ਦਈਏ ਹਲੇ ਵੀ ਸਾਡੇ ਕੋਲ ਸਟਾਫ ਨਹੀਂ ਹੈ ਜੀ, ਅਸੀਂ ਹਸਬੈਂਡ ਐਂਡ ਵਾਈਫ ਕੋਸ਼ਿਸ਼ ਕਰ ਰਹੇ ਹਾਂ ਘਰ ਦੇ ਵਿੱਚ ਰਹਿ ਕੇ, ਸਟੂਡੀਓ ਦੇ ਵਿੱਚ ਰਹਿ ਕੇ, ਵਿਦਆਊਟ ਐਨੀ ਹੈਲਪ ਅਸੀਂ ਸਕਾਈਪ ਲਾਈਵ ਜਾ ਸਕੀਏ। ਕਈ ਵਾਰ ਕਈ ਮਿਸਟੇਕਸ ਹੋ ਜਾਂਦੀਆਂ ਨੇ, ਉਹਨੂੰ ਪਲੀਜ਼ क्षमा ਕਰਨਾ। ਔਰ ਕੁਝ ਵੀ ਗੜਬੜ ਹੋ ਜਾਏ ਤੇ ਮਾਫ ਕਰਨਾ, ਕਿਉਂਕਿ ਕੋਸ਼ਿਸ਼ ਇਹ ਹੈ ਕਿ ਬੀ ਸਟੇਇੰਗ ਸੇਫ ਬੇਸਿਕਲੀ। ਜਦੋਂ ਤੱਕ ਸਾਨੂੰ ਲੱਗਦਾ ਨਹੀਂ ਕਿ ਕਰੋਨਾ ਦਾ ਕੋਈ ਇਲਾਜ ਨਹੀਂ ਲੱਭ ਜਾਂਦਾ, ਜਦ ਤੱਕ ਮੈਂ ਕੋਸ਼ਿਸ਼ ਕਰਾਂਗੀ ਕਿ ਮੈਂ ਆਪਣੇ ਆਪ ਨੂੰ ਬਾਹਰਲੇ ਲੋਕਾਂ ਨਾਲ ਥੋੜਾ ਜਿਹਾ ਵੱਖ ਰੱਖਾਂ, ਤਾਂ ਕਿ ਮੈਂ ਸੇਫ ਰਵਾਂ, ਤਾਂ ਕਿ ਮੇਰੀ ਫੈਮਿਲੀ ਸੇਫ ਰਵੇ। ਬਿਲਕੁਲ ਬਹੁਤ ਬਿਲਕੁਲ ਜ਼ਰੂਰੀ ਸਹੀ। ਹੈ। ਸਾਡੇ ਅੱਜ ਛੋਟਾ ਜਿਹਾ ਫੰਕਸ਼ਨ ਸੀਗਾ, ਹਵਨ ਸੀਗਾ ਘਰੇ, ਤੇ ਉਹ ਕਰਨਾ ਜ਼ਰੂਰੀ ਸੀਗਾ। ਤੇ ਬਸ ਅਸੀਂ ਘਰ ਘਰ ਦੇ ਹੀ ਲੋਕ ਸੀਗੇ, ਅਸੀਂ ਉਹਦੇ ਵਿੱਚ, ਤੇ ਘਰ ਦੇ ਸੀਗੇ, ਫੈਮਿਲੀ ਹੈਗੇ ਸੀਗੇ 15-20 ਜਣੇ ਸੀਗੇ, ਅਸੀਂ ਸਾਰੇ ਇਕੱਠੇ ਹੀ ਰਹੀਦਾ ਅੰਦਰ। ਉਦੋਂ ਤੇ ਜਦੋਂ ਦਾ ਲਾਕਡਾਊਨ ਹੋਇਆ ਤੇ ਸਾਰੇ ਅੰਦਰ ਹੀ ਨੇ, ਸਾਰੇ ਅਸੀਂ ਇਕੱਠੇ ਹੀ ਆ। ਤੇ ਉਹ ਸਾਰਿਆਂ ਨੇ ਰਲ ਕੇ ਫਿਰ ਅੱਜ ਛੋਟਾ ਜਿਹਾ ਫੰਕਸ਼ਨ ਸੀਗਾ, ਇੱਕ ਮੰਨਤ ਸੀਗੀ, ਤੇ ਫਿਰ ਉਹ ਅੱਜ ਹਵਨ ਸੀਗਾ। ਤੇ ਏਦਾਂ ਟਾਈਮ ਵੀ ਬੀਤ ਜਾ ਰਿਹਾ ਸੀਗਾ। ਤੁਹਾਡਾ ਜਿਹੜਾ ਤੁਹਾਡੇ ਨਾਲ ਟਾਈਮ ਸੀਗਾ, ਆਪਾਂ 9:30 ਵਜੇ ਲਾਈਵ ਹੋਣਾ ਸੀਗਾ, ਤੇ ਮੈਂ ਸੋਚ ਰਹੀ ਸੀਗੀ ਕਿ ਮੈਂ ਉਸ ਹਿਸਾਬ ਨਾਲ ਤਿਆਰ ਹੋ ਕੇ ਤੁਹਾਡੇ ਅੱਗੇ ਬੈਠਾ, ਪਰ ਮੈਂ ਹਵਨ ਦੇ ਜਿਵੇਂ ਪਾਇਆ ਹੋਇਆ ਸੀ ਸਾਰਾ ਕੁਝ ਉਵੇਂ ਸੱਜ ਧੱਜ ਕੇ ਬੈਠੀ ਹੋਈ ਸੀ। ਨਹੀਂ ਪਰ ਬਹੁਤ ਸੋਹਣੇ ਲੱਗ ਰਹੇ ਹੋ। ਮੈਨੂੰ ਚੇਂਜ ਕਰਨ ਦਾ ਮੌਕਾ ਹੀ ਨਹੀਂ ਮਿਲਿਆ ਨਾ, ਫਟਾਫਟ 9:30 ਵੱਜ ਗਏ ਤੇ ਮੈਂ ਕਿਹਾ ਚਲੋ ਹੁਣ ਏਦਾਂ ਹੀ ਸਹੀ। ਘਰ ਦੇ ਵਿੱਚ ਜਦੋਂ ਫੰਕਸ਼ਨ ਹੋਵੇ ਤੇ ਜਿਹੜੀ ਲੇਡੀ ਹੈ ਉਹਦਾ ਹੀ ਕੰਮ ਵੱਧਦਾ, ਔਰ ਤੁਹਾਡੇ ਘਰ ਦੇ ਵਿੱਚ ਯੂ ਆਰ ਦਾ ਓਨਲੀ ਫੀਮੇਲ, ਕਿਉਂਕਿ ਤਿੰਨ ਮੁੰਡਿਆਂ ਦੇ ਵਿੱਚ ਇੱਕ ਜਨਾਨੀ ਇਕੱਲੀ। ਬਿਲਕੁਲ ਬਿਲਕੁਲ ਸਹੀ ਗੱਲ ਹੈ, ਕਿਉਂਕਿ ਸਾਰਾ ਕੁਝ ਪ੍ਰਸ਼ਾਦ ਵਗੈਰਾ ਸਾਰਾ ਜਿਹੜਾ ਲੰਗਰ ਸੀਗਾ 15-20 ਜਣਿਆਂ ਦਾ, ਉਹ ਬਣਾਉਣਾ ਵੀ ਮੈਂ ਆਪ ਹੀ ਸੀਗਾ। ਇਸ ਕਰਕੇ ਮੈਂ ਸਵੇਰ ਦੀ ਪਹਿਲਾਂ ਕਿਚਨ ਦੇ ਵਿੱਚ ਉਹ ਸਾਰਾ ਲੰਗਰ ਤਿਆਰ ਕੀਤਾ, ਪਰਮਾਤਮਾ ਦੀ ਰਹਿਮਤ ਦੇ ਨਾਲ। ਫਿਰ ਪ੍ਰਸ਼ਾਦ ਤਿਆਰ ਕੀਤਾ, ਫਿਰ ਆਪਾਂ ਹਵਨ ਦੇ ਵਿੱਚ ਬੈਠੇ, ਹਵਨ 'ਚ 2-3 ਘੰਟੇ ਲੱਗ ਜਾਂਦੇ ਆ ਨਾ, ਤੇ ਬਸ ਫਿਰ ਫ੍ਰੀ ਹੁੰਦੇ ਹੁੰਦੇ ਕਾਫੀ ਟਾਈਮ ਲੱਗ ਗਿਆ ਸੀਗਾ। ਮੈਂ ਕਿਹਾ ਚਲੋ ਹੁਣ ਆਪਾਂ ਏਦਾਂ ਹੀ ਬੈਠ ਜਾਣਾ ਹੁਣ। ਨਹੀਂ ਕੋਈ ਗੱਲ ਨਹੀਂ, ਇਹ ਵੀ ਇਦਾਂ ਵਧੀਆ। ਅਸਲ 'ਚ ਨੂਰੀ ਜੀ ਤੇ ਸਰਦੂਲ ਭਾਜੀ, ਤੁਸੀਂ ਲੋਕ ਨਾ ਸਾਡੀ ਇੰਸਪੀਰੇਸ਼ਨ ਜੋੜੀ ਜਿਹੜੀ ਹੈ ਨਾ, ਅਸੀਂ ਬਹੁਤ ਦੇਖੇ ਨੇ, ਲੇਕਿਨ ਇੱਕ ਜੋੜੀ, ਇੱਕ ਕਪਲ, ਕਾਮਯਾਬ ਕਪਲ, ਔਰ ਫਿਰ ਇੰਨੀ ਕਾਮਯਾਬੀ ਤੋਂ ਬਾਅਦ ਇੰਨੀ ਹੰਬਲਨੈਸ ਔਰ ਇੰਨਾ ਪਿਆਰ। ਔਰ ਮੈਨੂੰ ਇਹ ਮੋਨੀ ਨੇ ਪਹਿਲਾਂ ਦੱਸਿਆ ਸੀ, ਜਿੱਥੋਂ ਆਪਾਂ ਸ਼ੋਅ ਸ਼ੁਰੂ ਕੀਤਾ ਸੀਗਾ, ਕਿ ਤੁਸੀਂ ਏਡਾ ਵੱਡਾ ਕੰਮ ਕੀਤਾ ਹੈ, ਆਮ ਤੌਰ ਤੇ ਆਮ ਆਦਮੀ ਨਹੀਂ ਇਹ ਕੰਮ ਕਰ ਸਕਦਾ। ਸੋ ਤੁਹਾਡੇ ਤੇ ਵਾਕਈ ਹੀ ਦੇਵੀ ਦੀ ਬਹੁਤ ਕਿਰਪਾ ਹੈ ਕਿ ਤੁਸੀਂ ਇਸ ਟਾਈਮ ਵਾਕਈ ਦੇਵੀ ਰੂਪ ਏਡਾ ਵੱਡਾ ਕੰਮ ਕੀਤਾ ਹੈ। ਉਹਦਾ ਸ਼ਿਵ ਬਾਬਾ ਦਾ, ਮਾਂ ਦੁਰਗਾ ਦੀ ਕਿਰਪਾ ਹੈ ਸਾਰੀ, ਔਰ ਸਾਰਿਆਂ ਦਾ, ਤੁਹਾਡਾ ਸਾਰਿਆਂ ਦਾ ਆਸ਼ੀਰਵਾਦ ਵੀ, ਦੁਆਵਾਂ ਵੀ ਨੇ। ਤੇ ਜਦੋਂ ਵੀ ਕਿਤੇ ਪੈਰ ਫਿਸਲਦਾ, ਕਿਤੇ ਦਿਮਾਗ 'ਚ ਕਦੇ ਨਾ ਕਦੇ, ਹਰ ਘਰ ਦੇ ਵਿੱਚ ਜਾਂ ਤੁਹਾਡੀ ਲਾਈਫ ਦੇ ਵਿੱਚ, ਤੁਹਾਡੀ ਜ਼ਿੰਦਗੀ ਦੇ ਵਿੱਚ ਕੁਛ ਨਾ ਕੁਛ, ਕਦੇ ਨਾ ਕਦੇ ਊਚ ਨੀਚ ਆਉਂਦੀ ਆ, ਕਿਉਂਕਿ ਇਹ ਦੋ ਕੱਪੜੇ ਨੇ, ਦੁੱਖ ਤੇ ਸੁੱਖ। ਕਦੇ ਉਹ ਪਾ ਲਿਆ, ਕਦੇ ਉਹ ਲਾ ਲਿਆ, ਤੇ ਬੰਦੇ ਨੂੰ ਘਬਰਾਉਣਾ ਨਹੀਂ ਚਾਹੀਦਾ। ਪਰਮਾਤਮਾ ਦਾ ਬਹੁਤ ਬਹੁਤ ਸ਼ੁਕਰ ਆ, ਸੱਚੇ ਪਾਤਸ਼ਾਹ ਦਾ, ਅੱਲਾ ਵਾਹਿਗੁਰੂ ਭਗਵਾਨ ਜੀ ਦਾ, ਉਸ ਮਾਂ ਦੁਰਗਾ ਦਾ, ਸ਼ਿਵ ਸ਼ਕਤੀ ਦਾ, ਪੀਰਾਂ ਫਕੀਰਾਂ ਦਾ। ਉਹ ਹੈ ਤਾਂ ਇੱਕੋ ਹੀ ਆ, ਪਰ ਉਹਦੇ ਨਾਮ ਬਹੁਤ ਸਾਰੇ ਨੇ। ਉਹਨੂੰ ਕੋਈ ਕਿਸੇ ਨਾਮ ਨਾਲ ਪੁਕਾਰਦਾ, ਕੋਈ ਕਿਸੇ ਨਾਮ ਨਾਲ ਪੁਕਾਰਦਾ, ਤੇ ਇਸ ਕਰਕੇ ਉਹਦੀ ਕਿਰਪਾ ਜਦੋਂ ਹੋ ਜਾਂਦੀ ਆ, ਤੇ ਉਹ ਫਿਰ ਆਪਣੇ ਇਹ ਜਿਹੜੀ ਦੁਨੀਆ ਨਾ, ਜਿਵੇਂ ਕਹਿੰਦੇ ਸੰਗਤ ਦਾ ਰੁਤਬਾ ਜ਼ਿਆਦਾ ਉੱਤੇ ਹੁੰਦਾ ਹੈ, ਉੱਚਾ ਹੁੰਦਾ ਹੈ। ਇਹ ਜਿਹੜੀ ਦੁਨੀਆ, ਇਹਦੇ ਵਿੱਚ ਹੀ ਉਹਦਾ ਵਾਸ ਆ, ਉਸ ਪਰਮਾਤਮਾ ਦਾ, ਉਹਦਾ ਇਹਦੇ ਵਿੱਚ ਹੀ ਵਾਸ ਆ। ਤੇ ਜਦੋਂ ਇਹਨਾਂ ਦੀ ਸੰਗਤ ਦਾ ਰੁਤਬਾ ਮਿਲਦੇ ਨੇ, ਪਿਆਰ ਮਿਲਦੀ ਆ, ਮੁਹੱਬਤ ਮਿਲਦੀ ਆ, ਉੱਚਾ ਹੁੰਦਾ, ਤੇ ਉਹ ਸਮਝੋ ਤੁਸੀਂ ਪਰਮਾਤਮਾ ਦਾ ਹੀ ਆਸ਼ੀਰਵਾਦ ਤੁਹਾਨੂੰ ਮਿਲ ਰਿਹਾ। ਸੋ ਮੈਂ ਬਹੁਤ ਲੱਕੀ ਆ ਕਿ ਮੈਨੂੰ ਮੇਰਾ ਪਰਮਾਤਮਾ ਜਿਹੜਾ ਹੈ, ਮੇਰੇ ਫੈਨਸ ਦੇ ਵਿੱਚੋਂ, ਮੇਰੇ ਜਿਹੜੇ ਵੀ ਮੈਨੂੰ ਪਿਆਰ ਕਰਦੇ ਨੇ, ਉਹ ਚਾਹੇ ਕੋਈ ਵੀ ਰਿਸ਼ਤਾ ਹੈ, ਉਹਨਾਂ ਦੇ ਵਿੱਚੋਂ ਮੇਰਾ ਪ੍ਰਮਾਤਮਾ ਮੈਨੂੰ ਮੁਹੱਬਤ ਕਰਦਾ ਹੈ, ਮੈਨੂੰ ਆਸ਼ੀਰਵਾਦ ਦਿੰਦਾ ਹੈ। ਤੇ ਮੈਨੂੰ ਤੁਹਾਡੀਆਂ ਸਾਰਿਆਂ ਦੀਆਂ ਦੁਆਵਾਂ ਚਾਹੀਦੀਆਂ ਨੇ, ਕਿਉਂਕਿ ਮੈਂ, ਸਭ ਨੂੰ ਪਤਾ ਵੀ ਪ੍ਰਮਾਤਮਾ ਤੁਸੀਂ ਪ੍ਰਤੱਖ ਏਦਾਂ ਤਾਂ ਦੇਖ ਨਹੀਂ ਸਕਦੇ ਸਾਕਸ਼ਾਤ ਨਾ, ਪਰ ਬੰਦੇ ਦੇ ਵਿੱਚ ਹੀ ਪ੍ਰਮਾਤਮਾ ਵਸਿਆ ਹੋਇਆ ਹੈ, ਉਹਦੇ ਵਿੱਚੋਂ ਹੀ ਤੁਸੀਂ ਉਹਦੇ ਦਰਸ਼ਨ ਕਰ ਸਕਦੇ ਹੋ। ਸਹੀ ਗੱਲ ਹੈ ਨੂਰੀ ਜੀ। ਇਸ ਤੋਂ ਪਹਿਲਾਂ ਕਿ ਅਸੀਂ ਹੁਣ ਇੰਨੇ ਸੀਰੀਅਸ ਗੱਲਾਂ ਕਰ ਰਹੇ ਹਾਂ, ਮੈਂ ਦੱਸ ਦਵਾਂ ਜਿਹੜੀ ਸਾਡੀ ਆਡੀਅנס ਹੈ ਜੀ,
ਇਹ ਇਸ ਵਕਤ ਜ਼ਰੂਰ ਸੀਰੀਅਸ ਲੱਗ ਰਹੇ ਨੇ, ਲੇਕਿਨ ਇਹਨਾਂ ਨੇ ਹਰ ਉਹ ਇੱਕ ਕੰਮ ਕੀਤਾ ਹੈ, ਇੱਕ ਜਿਵੇਂ ਚਾਈਲਡਹੁੱਡ ਤੋਂ ਇਹਨਾਂ ਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ, ਸਕੂਲ ਟਾਈਮ ਤੋਂ ਇਹ ਲੋਕ ਪਰਫਾਰਮ ਕਰਦੇ ਆ ਰਹੇ ਹੋ, ਸਪੈਸ਼ਲੀ ਤੁਸੀਂ। ਔਰ ਉਸ ਤੋਂ ਬਾਅਦ ਯੰਗ ਏਜ 'ਚ ਤੁਸੀਂ ਸਾਡੀ ਇਨਸਪੀਰੇਸ਼ਨ ਪਤਾ ਕਿਵੇਂ ਹੋ, ਤੁਸੀਂ ਪੰਜਾਬ ਇੰਡਸਟਰੀ ਦਾ ਰੁਖ ਬਦਲ ਦਿੱਤਾ। ਤੁਸੀਂ ਇਹ ਦੱਸ ਦਿੱਤਾ ਕਿ ਹਾਊ ਪੰਜਾਬਣ ਸ਼ੁੱਡ ਲੁੱਕ ਲਾਈਕ, ਕਿੰਨੀ ਸੋਹਣੀ ਸੁਨੱਖੀ ਔਰ ਸਟਾਈਲਿਸ਼ ਹੋ ਸਕਦੀ ਹੈ ਪੰਜਾਬਣ, ਇਹ ਟ੍ਰੈਂਡ ਤੁਸੀਂ ਲੈ ਕੇ ਆਏ ਹੋ। ਅਰੇ ਵਾਹ, ਥੈਂਕ ਯੂ ਸੋ ਮਚ ਮੋਨੀ ਜੀ, ਤੁਸੀਂ ਕਿੰਨੀ ਵੱਡੀ ਗੱਲ ਕੀਤੀ ਆ। ਖੈਰ ਇਹ ਸਾਰੀ ਚੀਜ਼ਾਂ ਮਿਲਦੀਆਂ ਤਾਂ ਸਾਰੀਆਂ ਤੁਹਾਡੇ ਕੋਲ ਹੀ ਨੇ, ਸਾਰਿਆਂ ਕੋਲ ਹੀ ਮਿਲਦੀਆਂ ਨੇ, ਤੇ ਬਸ ਉਹਦੀ ਰਹਿਮਤ ਆ। ਮੈਨੂੰ ਥੋੜਾ ਜਿਹਾ ਸ਼ੌਕ ਆ, ਬਚਪਨ ਤੋਂ ਹੀ ਸ਼ੌਕ ਆ, ਫੈਸ਼ਨੇਬਲ ਹੈਗੀ ਆ, ਪਰ ਮੈਂ ਫੈਸ਼ਨ ਜਿਹੜਾ ਕਰਦੀ ਆ ਸੁਚੱਜੇ ਢੰਗ ਨਾਲ ਹੋਵੇ, ਜਿਹਦੇ ਵਿੱਚ ਇੱਕ ਔਰਤ ਦੀ ਮਰਿਆਦਾ ਹੋਵੇ, ਉੱਦਾਂ ਦਾ ਫੈਸ਼ਨ ਮੈਨੂੰ ਸੋਹਣਾ ਲੱਗਦਾ, ਚੰਗਾ ਲੱਗਦਾ। ਮੈਂ ਪੂਰੀ ਫੈਸ਼ਨੇਬਲ ਆ, ਪੂਰੀ ਸਟਾਈਲਿਸ਼ ਆ, ਪਰ ਮੈਂ ਹਮੇਸ਼ਾ, ਮੈਨੂੰ ਏਦਾਂ ਹੁੰਦਾ ਕਿ ਕੱਪੜਾ ਜਿਹੜਾ ਹੈਗਾ ਤੁਸੀਂ ਉਸ ਸਟਾਈਲ ਦਾ ਪਾਓ ਵੀ ਦੇਖਣ ਵਾਲੇ ਨੂੰ ਵੀ ਚੰਗਾ ਲੱਗੇ, ਤੁਹਾਡੇ ਉੱਤੇ ਜੱਚਦਾ ਵੀ ਹੋਵੇ ਔਰ ਸ਼ਾਲੀਨਤਾ ਵੀ ਹੋਵੇ ਉਹਦੇ ਵਿੱਚ। ਤੁਸੀਂ ਆਪਣੇ ਬਜ਼ੁਰਗਾਂ ਕੋਲ ਬੈਠੇ ਹੋ, ਆਪਣੀ ਫੈਮਿਲੀ 'ਚ ਬੈਠੇ ਹੋ, ਕਿਤੇ ਬਾਹਰ ਵੀ ਗਏ ਹੋ, ਤਾਂ ਕਿਸੇ ਦੇ ਦਿਮਾਗ ਦੇ ਵਿੱਚ ਜਾਂ ਨਜ਼ਰ ਦੇ ਵਿੱਚ ਕੁਝ ਗੰਦਗੀ ਨਾ ਆਵੇ ਤੁਹਾਨੂੰ ਦੇਖ ਕੇ, ਕਿਉਂਕਿ ਤੁਹਾਡੇ ਪਹਿਰਾਵੇ ਤੋਂ ਵੀ ਕਈ ਵਾਰੀ ਲੋਕਾਂ ਦੀਆਂ ਨਜ਼ਰਾਂ ਖਰਾਬ ਹੋ ਜਾਂਦੀਆਂ ਨੇ। ਬਿਲਕੁਲ। ਸੋ ਤੁਹਾਡਾ ਪਹਿਰਾਵਾ ਵਧੀਆ ਹੋਵੇ, ਤੁਸੀਂ ਫੈਸ਼ਨ ਕਰੋ, ਸਟਾਈਲਿਸ਼ ਰਹੋ, ਬਸ ਇੱਕ ਸ਼ਾਲੀਨਤਾ ਵਾਲਾ ਪਹਿਰਾਵਾ ਹੋਣਾ ਚਾਹੀਦਾ ਹੈ। ਇਹ ਤਾਂ ਹੈ। ਤੇ ਹੁਣ ਮੈਨੂੰ ਇਹ ਦੱਸੋ ਕਿ ਜਦੋਂ ਗੱਲ ਆਉਂਦੀ ਹੈ ਕਿ ਪਹਿਲਾਂ ਬਚਪਨ ਤੋਂ ਹੀ ਗੱਲ ਕਰਾਂਗੇ, ਕਿਉਂਕਿ ਬਚਪਨ ਤੇ ਅਸੀਂ ਦੌਰ ਦੇ ਵਿੱਚ ਹੈਗੇ ਆ ਜੀ। ਬਚਪਨ 'ਚ ਜਦੋਂ ਸਕੂਲ ਦੇ ਵਿੱਚ ਪਰਫਾਰਮੈਂਸ ਕਰਿਆ ਕਰਦੇ ਸੀ ਤੁਸੀਂ, ਤੇ ਉਦੋਂ ਸਕੂਲ ਦੇ ਵਿੱਚ ਕਿਵੇਂ ਸਹੇਲੀਆਂ ਦੇ ਵਿੱਚ ਤਾਂ ਬੜਾ ਰੋਪ ਪਾਉਂਦੇ ਹੋਗੇ, ਓ ਮੈਂ ਤਾਂ ਬੜੀ ਫੇਮਸ ਆ, ਏਦਾਂ ਕੁਝ ਕਦੀ ਹੋਇਆ? ਪਤਾ ਕੀ ਗੱਲ ਹੈ, ਮੈਨੂੰ ਪਤਾ ਹੀ ਨਹੀਂ ਸੀਗਾ, ਬਿਲਕੁਲ ਵੀ ਨਹੀਂ ਸੀ ਪਤਾ। ਜਦੋਂ ਮੈਂ 9 ਸਾਲ ਦੀ ਸੀਗੀ, ਜਦੋਂ ਮੈਂ ਇਸ ਲਾਈਨ 'ਚ ਆ ਗਈ ਸੀਗੀ, ਪਹਿਲਾਂ ਤਾਂ ਸਕੂਲ ਦੇ ਵਿੱਚ ਹੀ ਮੇਰੀ ਸਟਾਰਟਿੰਗ ਹੋ ਗਈ ਸੀਗੀ। ਸਕੂਲ ਦੇ ਵਿੱਚ ਜਿਹੜੇ ਫੰਕਸ਼ਨਸ ਹੁੰਦੇ ਸੀਗੇ, ਐਨੂਅਲ ਫੰਕਸ਼ਨ ਹੁੰਦੇ ਸੀਗੇ, ਜਾਂ ਫਿਰ ਕੰਪੀਟੀਸ਼ਨ ਹੁੰਦੇ ਸੀਗੇ ਕਿਸੇ ਦੂਸਰੇ ਸਕੂਲ ਦੇ ਨਾਲ, ਫਿਰ ਮੈਂ ਡਿਸਟ੍ਰਿਕਟ ਲੈਵਲ 'ਤੇ ਵੀ ਜਾਂਦੀ ਹੁੰਦੀ ਸੀਗੀ ਸਿੰਗਿੰਗ ਵਾਸਤੇ, ਤੇ ਬਹੁਤ ਮਾਣ ਤਾਣ ਮਿਲਦਾ ਹੁੰਦਾ ਸੀਗਾ, ਪ੍ਰਾਈਜ਼ ਵੀ ਮਿਲਦੇ ਹੁੰਦੇ ਸੀਗੇ। ਪਰ ਮੈਨੂੰ ਕਦੇ ਲੱਗਿਆ ਹੀ ਨਹੀਂ, ਮੈਂ ਕਦੇ ਨਹੀਂ ਏਦਾਂ ਕੀਤਾ ਕਿ ਮੈਂ ਐਵੇਂ ਹੈਗੀ ਆ, ਪਤਾ ਹੀ ਨਹੀਂ, ਮੈਨੂੰ ਲੱਗਿਆ ਨਹੀਂ ਕਦੇ ਮੈਂ ਕੁਛ ਹੈਗੀ ਆ, ਕਿਉਂਕਿ ਸੱਚੀ ਗੱਲ ਆ, ਮੈਂ ਅੱਜ ਵੀ ਇਹੀ ਮੰਨਦੀ ਕਿ ਮੈਂ ਕੁਛ ਵੀ ਨਹੀਂ ਹੈਗੀ। ਅੱਜ ਵੀ ਮੈਂ ਕਹਿੰਦੀ ਮੈਂ ਕੁਛ ਨਹੀਂ ਹੈਗੀ, ਇਹ ਤਾਂ ਸਾਰੀ ਤੁਹਾਡੀ ਸਾਰਿਆਂ ਦੀ ਮੁਹੱਬਤ ਆ ਜੋ ਮੈਨੂੰ ਤੁਸੀਂ ਬਣਾ ਦਿੱਤਾ, ਹਨਾ। ਕਲਾਕਾਰ ਦੇ ਕੋਲ ਜਿਹੜੀ ਕਲਾ ਹੁੰਦੀ ਹੈ ਨਾ, ਉਹਦਾ ਮੁੱਲ ਉਦੋਂ ਪੈਂਦਾ ਜਦੋਂ ਸਾਹਮਣੇ ਵਾਲਾ ਉਹਨੂੰ ਸੁਣ ਕੇ ਉਹਦੀ ਤਾਰੀਫ ਕਰੇ ਤੇ ਉਹਨੂੰ ਮੰਨੇ, ਨਹੀਂ ਤਾਂ ਤੁਸੀਂ ਜ਼ੀਰੋ ਆ, ਹਨਾ। ਇਹ ਤਾਂ ਸਾਰੇ ਫੈਨਸ ਦੀ ਕਿਰਪਾ ਰਹਿਮਤ ਆ ਵੀ ਮੈਨੂੰ ਉਹਨਾਂ ਨੇ ਬਣਾਇਆ। ਮੈਂ ਅੱਜ ਵੀ ਇਹ ਕਹਿੰਦੀ ਮੈਂ ਕੁਝ ਵੀ ਨਹੀਂ ਹੈਗੀ। ਨਹੀਂ, ਮੈਂ ਇੱਥੇ ਇੱਕ ਆਈ ਨੋ ਅੱਜ ਕੁਲਦੀਪ ਦੇ ਸੀ, 2 ਜਨਾਨੀਆਂ ਨੇ ਬੋਲਤੀ ਬੰਦ ਕੀਤੀ ਹੈ, ਉਹਨਾਂ ਨੂੰ ਬੋਲਣ ਦਾ ਮੌਕਾ ਨਹੀਂ ਦੇਣਾ ਸੀ। ਮੈਂ ਤੁਹਾਡੀ ਜਦੋਂ ਅੱਜ ਇੰਟਰੋਡਕਸ਼ਨ ਲਿਖੀ ਤੇ ਉਹਦੇ 'ਚ ਮੈਂ ਲਿਖਿਆ ਕਿ ਸ਼ੀ ਇਜ਼ ਅ ਟ੍ਰੈਂਡ ਸੈਟਰ, ਕਿਉਂਕਿ ਤੁਸੀਂ ਇੱਕ ਨਵਾਂ ਟ੍ਰੈਂਡ ਲੈ ਕੇ ਆਏ ਇੰਡਸਟਰੀ ਦੇ ਵਿੱਚ। ਪੰਜਾਬ ਇੰਡਸਟਰੀ ਨੂੰ ਬੜੀ ਲੋੜ ਸੀ ਫਰੈਸ਼ਨੈਸ ਦੀ, ਉਹੀ ਪੁਰਾਣੇ ਕਿਸੇ ਪਿੱਟੇ ਸੂਟ ਵੇਖ ਕੇ ਅਸੀਂ, ਔਰ ਜਦੋਂ ਹੀਰੋਇਨ ਦਿਖਾਣੀ ਵਿਚਾਰੀ ਗਰੀਬਣੀ ਉਜੜੀ ਹੋਈ ਵਿਖਾਣੀ। ਸਾਡੀ ਫਿਲਮਾਂ 'ਚ, ਪਾਕਿਸਤਾਨੀ ਫਿਲਮਾਂ ਦੇ ਵਿੱਚ ਹੀਰੋਇਨ ਬੜੀ ਸੈਕਸੀ ਔਰ ਧੋਤੀ ਔਰ ਸੋਹਣੇ ਕੱਪੜੇ ਪਾਉਂਦੀ ਸੀ, ਬੜੀ ਫੇਮਸ ਹਸਤੀਆਂ ਨੇ, ਹਾਂ ਤੰਦਰੁਸਤ ਜੀ। ਅੰਜੁਮਨ ਜੀ ਸਾਡੇ ਵਨ ਆਫ ਫੇਵਰਿਟ ਰਹੇ ਨੇ। ਅੰਜੁਮਨ ਤਾਂ ਸਾਡੀ ਇਹ ਸੋਚਦੇ ਸੀ, ਬਿਲਕੁਲ ਅਸੀਂ ਉਹਨਾਂ ਦਾ ਡਾਂਸ ਔਰ ਉਹਨਾਂ ਦੀ ਅਦਾਇਗੀ, ਕੀ ਬਾਤ ਹੈ, ਕੀ ਬਾਤ ਹੈ, ਬਹੁਤ ਵਧੀਆ। ਰੂਹਦਾਰੀ ਵਾਲੀ ਇੱਕ ਪਰਸਨੈਲਿਟੀ ਸੀ। ਹਾਂਜੀ, ਮੁਮਤਾਜ਼ ਵੀ ਸਾਡੇ ਪੰਜਾਬ 'ਚ ਕਦੋਂ ਆਣਗੇ ਹੋ ਜੇ, ਤੇ ਉਹ ਤੁਸੀਂ ਜੀ ਉਹ ਕਮੀ ਨੂੰ ਪੂਰੀ ਕੀਤਾ ਤੁਸੀਂ। ਪੰਜਾਬ ਵਿੱਚ ਇੱਕ ਕੁੜੀ ਆਈ ਸੀਗੀ ਜਿਹੜੀ ਮੇਰੀ ਨਜ਼ਰ 'ਚ ਸੀਗੀ, ਉੱਚੀ ਲੰਬੀ ਸੋਹਣੀ ਸੁਨੱਖੀ ਪਾਕਿਸਤਾਨੀ ਸਟਾਈਲ ਦੀ, ਤੰਦਰੁਸਤ, ਡਾਂਸ ਕਮਾਲ ਦਾ, ਹਨਾ, ਲਹਿਜ਼ਾ ਕਮਾਲ ਦਾ, ਅਦਾਇਗੀ ਕਮਾਲ ਦੀ, ਪਰ ਉਹ ਜਾ ਕੇ USA ਬਹਿ ਗਈ। ਉਹ ਕਿਹੜੀ ਸੀ? ਉਹ ਸਾਡੀ ਦਿੱਲੀ ਤੋਂ ਸੀਗੇ। ਉਹ ਸਾਡੀ ਮੋਨੀ ਗਿੱਲ ਸੀਗੀ। ਉਹ ਸਾਡੀ ਮੋਨੀ ਗਿੱਲ ਸੀਗੀ। ਦੇਖਿਆ, ਹੁਣ ਮੈਂ ਪਛਾਣਨਾ ਵੀ ਨਹੀਂ ਕੌਣ ਹੈ ਤੂੰ। ਨਹੀਂ, ਐਕਚੁਅਲੀ ਮੈਂ ਫੈਨ ਜ਼ਰੂਰ ਰਹੀ ਹਾਂ, ਪਰ ਮੈਂ ਕਦੇ ਸੋਚਿਆ ਨਹੀਂ ਕਿ ਮੈਂ ਐਕਟਿੰਗ ਕਰਾਂ, ਕਿਉਂਕਿ ਮੈਂ ਤੁਹਾਡੀ ਫੈਨ ਆ, ਤੁਹਾਨੂੰ ਪਤਾ ਨਹੀਂ ਸੀ ਗੱਲ ਦਾ। ਮੈਂ ਤੁਹਾਡੀ ਜਦੋਂ ਵੀ ਆਪਣੇ ਘਰਾਂ ਦੇ ਵਿੱਚ ਫੰਕਸ਼ਨਸ ਹੁੰਦੇ ਨੇ, ਜਦੋਂ ਦਿਲੇਰ ਭਾਈ ਦੀ ਆਪਣਾ ਉਹਦਾ ਬੇਟੀ ਦਾ ਵਿਆਹ ਸੀ, ਅਜੀਤ ਦਾ ਵਿਆਹ ਸੀਗਾ,
ਉਦੋਂ ਆਪਾਂ ਰਾਤ ਨੂੰ ਜਦੋਂ ਡੋਲੀ ਵਿਦਾ ਕਰਕੇ ਆਪਾਂ ਸਾਰੇ ਮਿੱਕੇ ਹੋਣੀ ਸਾਰੀ ਫੈਮਿਲੀ ਆਪਾਂ ਜਦੋਂ ਇੰਜੋਏ ਕਰ ਰਹੇ ਸੀਗੇ, ਹਾਂਜੀ ਔਰ ਆਪਾਂ ਵੀ ਪੂਰਾ ਇੰਜੋਏ ਕਰ ਰਹੇ ਹਾਂ, ਤੇ ਤੁਸੀਂ ਸ਼ੁਰੂ ਹੋਏ, ਮੈਂ ਨੱਚਦੇ ਐਵੇਂ ਕਰਦੀ ਇੱਕਦਮ ਏਦਾਂ ਹੋ ਗਈ, ਮੈਂ ਐਵੇਂ ਹੀ ਦੇਖਦੀ ਰਹਿ ਗਈ। ਤੁਸੀਂ ਨੱਚ ਰਹੇ ਮੈਂ ਦੇਖ ਰਹੀ ਹਾਂ, ਹਾਂ دیਵਾਨੀ ਹੋਈ ਪਈ ਮੈਂ ਤਾਂ, ਇੰਨਾ ਮੈਨੂੰ ਮਜ਼ਾ ਆਇਆ, ਮੈਂ ਕਿਹਾ ਕਮਾਲ ਆ। ਬਾਕੀ ਮੈਂ ਕਿਹਾ ਸੇਮ, ਮੈਂ ਕਿਹਾ ਅੰਜੁਮਨ ਵਾਂਗੂ ਹੀ ਡਾਂਸ ਕਰ ਰਹੇ ਨੇ, ਔਰ ਮੈਂ ਕਿਹਾ ਇੰਨੀ ਅਦਾਇਗੀ, ਐਡੀ ਕਿਰਪਾ ਸ਼ਿਵ ਬਾਬਾ ਦੀ ਵੀ, ਇੰਨਾ ਸੋਹਣਾ ਕਮਾਲ ਦਾ ਡਾਂਸ ਕਰ ਰਹੇ ਨੇ, ਤੇ ਮੈਂ ਤੁਹਾਡੀ ਫੈਨ ਆ। ਥੈਂਕ ਯੂ ਸੋ ਇਹ ਮਚ। ਇਹ ਡਾਂਸ ਕਰਦੀ ਵੀ ਹੈ ਤੇ ਡਾਂਸ ਕਰਵਾਉਂਦੀ ਵੀ ਹੈ ਲੋਕਾਂ ਤੋਂ। ਸ਼ੁਕਰ ਹੈ ਤੁਸੀਂ ਬੋਲੇ। ਉਂਗਲੀਆਂ ਪਰ ਨਚਾਤੇ ਹੈ। ਮੈਂ ਕਿਹਾ ਮੈਨੂੰ ਜੇ ਇੰਨਾ ਕੋਈ ਮੌਕਾ ਅੱਜ ਮੈਂ ਬੋਲਣ ਨੂੰ ਮਿਲ ਗਿਆ ਤੇ ਬੜੀ ਵੱਡੀ ਦੇਵੀ ਮਾਤਾ ਦੀ ਕਿਰਪਾ ਹੈ ਮੇਰੇ ਤੇ। ਨਹੀਂ ਸਹੀ ਗੱਲ ਹੈ, ਨਹੀਂ ਦੇਵੀ ਮਾਤਾ ਦੀ ਕਿਰਪਾ ਹੈਗੀ ਆ, ਕਿਉਂਕਿ ਤੁਸੀਂ ਕਹਿੰਦੇ ਨਾ ਵੀ ਦੋਨੋਂ ਹੀ ਇੱਕ ਦੂਸਰੇ ਤੋਂ ਚੜ ਕੇ ਹੋ ਦੋਨੋਂ ਜਾਣੇ। ਤੁਹਾਡੀ ਜਿਹੜੀ ਤੁਹਾਡੀ ਰੂਹ ਆ ਜਿਹੜੀ ਹੈਗੀ ਆ ਰੂਹਾਨੀਅਤ, ਤੇ ਜਿਹੜੀ ਤੁਹਾਡੀ ਅੰਦਰੋਂ ਤੁਹਾਡੀ ਮੈਚਿੰਗ ਹੈ ਨਾ ਜਿਹੜੀ, ਉਹ ਬਹੁਤ ਬਾ ਕਮਾਲ ਆ। ਕਹਿੰਦੇ ਮੁੰਡਾ ਕੁੜੀ ਨਾਲੋਂ ਸੋਹਣਾ, ਕੁੜੀ ਮੁੰਡੇ ਨਾਲੋਂ ਸੋਹਣੀ, ਕਿਆ ਬਾਤ। ਉੱਤੋਂ ਵੀ ਤੇ ਅੰਦਰੋਂ ਵੀ। ਕਈ ਲੋਕੀ ਸਿਰਫ ਇੱਥੋਂ ਸੋਹਣੇ ਹੁੰਦੇ ਆ, ਇੱਥੋਂ ਬਹੁਤ ਕਾਲੇ ਹੁੰਦੇ ਨੇ। ਕਈ ਲੋਕੀ ਇੱਥੋਂ ਬਹੁਤ ਸੁਰੀਲੇ ਹੁੰਦੇ ਆ, ਬਹੁਤ ਸੁਰੀਲਾ ਗਾਉਂਦੇ ਆ, ਬੜੇ ਤਾਲ ਚ ਗਾਉਂਦੇ ਆ, ਪਰ ਦਿਮਾਗ ਤੇ ਦਿਲ ਇੱਥੋਂ ਬੇਸੁਰੇ ਤੇ ਬੇਤਾਲੇ ਹੁੰਦੇ ਆ। ਉਹਨਾਂ ਲੋਕਾਂ ਨਾਲ ਸਾਡੀ ਬਣਦੀ ਨਹੀਂ। ਤੁਸੀਂ ਦਿਲੋਂ ਵੀ ਸੁਰੀਲੇ, ਦਿਮਾਗ ਤੋਂ ਵੀ, ਔਰ ਸਰੀਰ ਤੋਂ ਵੀ ਸੁਰੀਲੇ ਹੋ। ਕੀ ਬਾਤ ਹੈ, ਥੈਂਕ ਯੂ ਜੀ। ਅਸੀਂ ਲੋਕਾਂ ਨੂੰ ਇਹ ਦੱਸ ਦਈਏ ਕਿ ਅਸੀਂ ਨੂਰੀ ਜੀ ਨੂੰ ਕੋਈ ਪੈਸੇ ਨਹੀਂ ਦਿੱਤੇ, ਸਾਡੀ ਤਾਰੀਫ ਕਰਾ ਰਹੇ ਨੇ, ਇਹ ਆਪਣੀ ਦਿਲੋਂ ਤਾਰੀਫ ਕਰ ਰਹੇ। ਤੇ ਰਾਵੀ ਮੱਲੀ ਜੀ, ਤੁਸੀਂ ਕੀ ਲਿਖ ਰਹੇ ਹੋ? ਰਾਵੀ ਮੱਲੀ ਜੀ ਸਾਡੇ ਇੱਥੇ ਦੀ ਬੜੀ ਫੇਮਸ ਹਸਤੀ ਨੇ, ਔਰ ਬਹੁਤ ਹੀ ਵੂਮਨ ਨੂੰ ਸਪੋਰਟ ਕਰਨ ਵਾਲੇ ਫੀਮੇਲ ਹੈ, ਔਰ ਇਹ ਵੀ ਵਾਕਈ ਤੜੱਲੇਦਾਰ, ਜਿਹਨੂੰ ਕਹਿੰਦੇ ਨਾ ਤੜੱਲੇਦਾਰ ਪਰਸਨ। ਕਹਿੰਦੇ I met heroine Maryland back in 1990 when I was newlywed. Oh wow, ਅੱਛਾ ਜੀ। ਤੇ ਰਣਜੀਤ ਸਿੰਘ ਜੀ, ਤੁਸੀਂ ਪੰਜਾਬੀ ਚ ਕੀ ਲਿਖਿਆ ਜੀ? ਮਿਸਟਰ ਐਂਡ ਮਿਸਿਸ ਗਿੱਲ। ਰਾਵੀ ਮੱਲੀ ਜੀ ਮਿਸਟਰ ਐਂਡ ਮਿਸਿਸ ਗਿੱਲ ਲਿਖਦੇ ਨੇ, ਥੈਂਕ ਯੂ ਜੀ। ਰਮੇਸ਼ ਪਾਟਾਲਾ ਜੀ ਕੁਝ ਲਿਖਦੇ ਨੇ, ਲੇਕਿਨ ਹੁਣ ਮੈਂ ਵਾਪਸ ਇਹਨਾਂ ਦੀ ਜਰਨੀ ਤੇ ਲੈ ਕੇ ਜਾਵਾਂ। ਇਹ ਮੇਰੇ ਡਾਂਸ ਦੀ ਤਾਂ ਤਾਰੀਫ ਕਰ ਰਹੇ ਨੇ। ਮੈਂ ਵਾਕਈ ਬਚਪਨ ਤੋਂ, ਮੈਂ ਉਹੀ ਕਹਿਣਾ ਕਿ ਮੈਂ ਕਦੀ ਸੋਚਿਆ ਨਹੀਂ ਕਿ ਮੈਂ ਕਦੀ ਐਕਟਿੰਗ ਕਰਾਂ ਜਾਂ ਕਦੀ ਗਾਣ ਦਾ, ਮੇਰਾ ਧਿਆਨ ਹੀ ਨਹੀਂ ਇਹਨਾਂ ਚੀਜ਼ਾਂ 'ਚ। ਆਈ ਲਵ ਦੈਟ, ਕਿਉਂਕਿ ਰੂਹਦਾਰੀ ਹੈਗੀ ਅੰਦਰ, ਤੇ ਉਹ ਤਾਂ ਪਸੰਦ ਕਰਦੀ ਫੈਮਿਲੀ 'ਚ ਹੈ ਸਾਰੇ 'ਚ, ਲੇਕਿਨ ਉਹਦਾ ਮੈਨੂੰ ਸ਼ੌਂਕ ਨਹੀਂ, ਨਾ ਐਕਟਿੰਗ ਦਾ ਨਾ ਗਾਣ ਦਾ। ਡਾਂਸ ਦਾ ਹੈਗਾ। ਉਹ ਅਗਰ ਕੋਈ ਕਹਿੰਦੇ ਨਾ ਕਿ ਗਜ਼ਲ ਤੇ ਵੀ ਡਾਂਸ ਕਰ, ਤੇ ਮੈਂ ਕਰ ਸਕਦੀ ਹਾਂ। ਮੈਨੂੰ ਤਾਂ ਏਦਾਂ ਵੀ ਕੋਈ ਕਵਾਲੀ ਤੇ ਮੋਨੀ ਖਬਰਾਂ ਤੇ ਵੀ ਡਾਂਸ ਕਰ ਸਕਦੀ ਹੈ। ਹੋਰ ਜੇ ਜਗਨੇਟਰ ਵੀ ਚੱਲਦਾ ਹੋਵੇ ਨਾ, ਤਾਂ ਵੀ ਕਰ ਸਕਦੀ, ਗੱਡੀ ਸਟਾਰਟ ਹੋਵੇ ਤਾਂ ਉਹਦੀ ਆਵਾਜ਼ ਤੇ ਵੀ ਡਾਂਸ ਕਰ ਸਕਦੀ ਹੈ। ਐਬਸੋਲੂਟਲੀ। ਤੇ ਡਾਂਸ ਇਜ਼ ਮਾਈ ਪੈਸ਼ਨ ਬੇਸਿਕਲੀ। ਤੇ ਮੈਂ ਸੋਚਦੀ ਹਾਂ ਕਿਉਂਕਿ ਮੈਂ ਰੂਹ ਤੋਂ ਡਾਂਸ ਕਰਦੀ ਹਾਂ, ਔਰ ਮੈਂ ਆਪਣੇ ਕਹਿੰਦੇ ਨਾ ਡਾਂਸ ਲਾਈਕ ਨੋਬਡੀ ਇਜ਼ ਵਾਚਿੰਗ, ਕਿ ਐਦਾਂ ਡਾਂਸ ਕਰੋ ਕਿ ਤੁਹਾਨੂੰ ਕੋਈ ਵੇਖ ਹੀ ਨਹੀਂ ਰਿਹਾ, ਕਿ ਤੁਸੀਂ ਆਪਣੇ ਆਪ ਨੂੰ। ਔਰ ਮੈਂ ਉਦਾਂ ਹੀ ਡਾਂਸ ਕਰਦੀ ਹਾਂ, ਮੈਂ ਆਪਣੇ ਆਪ ਵਾਸਤੇ ਡਾਂਸ ਕਰਦੀ ਹਾਂ। ਮੈਂ ਤੁਹਾਨੂੰ ਦੇਖਿਆ, ਤੁਸੀਂ ਗਵਾਚ ਜਾਂਦੇ ਹੋ, ਤੁਸੀਂ ਖੋ ਜਾਂਦੇ ਹੋ ਡਾਂਸ ਦੇ ਵਿੱਚ। ਹੁਣ ਵੀ ਏਦਾਂ ਚਾਹੇ ਮੈਂ ਵੀ ਸੇਮ ਏਦਾਂ ਡਾਂਸ ਕਰਦੀ ਹਾਂ, ਵੀ ਤੁਸੀਂ ਖੁਦ ਡਾਂਸ ਹੀ ਬਣ ਜਾਓ। ਬਿਲਕੁਲ। ਤੇ ਮੈਂ ਉਹੀ ਗੱਲ ਕਰਨਾ ਚਾਹ ਰਹੀ ਹਾਂ ਕਿ ਮੈਂ ਸੋਚਿਆ ਕਿ ਯਾਰ ਮੇਰੇ ਮਤਲਬ ਮੈਂ ਕਦੀ ਥੱਕਦੀ ਨਹੀਂ, ਮੈਂ ਜਿੰਨੇ ਮਰਜ਼ੀ ਘੰਟੇ ਮੇਰੇ ਤੋਂ ਡਾਂਸ ਕਰਾ ਲਓ। ਤੇ ਇੱਕ ਨਾ ਉਹਦੇ ਲਈ ਮੈਂ ਰੋਟੀ ਖਾਣੀ ਨਾ ਪਾਣੀ ਪੀਣਾ, ਉਦੋਂ ਮੈਨੂੰ ਡਾਂਸ ਚੜ ਜਾਂਦਾ, ਬਸ ਮੇਰਾ ਮੂਡ ਹੋਵੇ ਤੇ ਮੈਂ ਜਦੋਂ ਤੁਹਾਨੂੰ ਦੇਖਿਆ, ਆਪਾਂ ਇੰਡੀਆ ਮਿਲੇ, ਤੇ ਆਪਾਂ ਬੂਟਾ ਜੀ ਦੀ ਬੇਟੀ ਤੇ ਮੁਹੰਮਦ ਬੂਟਾ ਜੀ ਬੜੇ ਵੱਡੀ ਸ਼ਖਸੀਅਤ ਹੈ, ਉਹ ਵੀ ਜੀ ਬਹੁਤ ਵਧੀਆ ਸਿੰਗਰ ਨੇ, ਬੜੇ ਵਧੀਆ। ਹਾਂਜੀ, ਬੂਟਾ ਮੁਹੰਮਦ ਪੰਜਾਬ ਦੀ ਸਾਡੀ ਆਨ ਬਾਨ ਸ਼ਾਨ ਨੇ, ਬੂਟਾ ਮੁਹੰਮਦ ਜੀ। ਤੇ ਉਹਨਾਂ ਦੀ ਬੇਟੀ ਪੂਜਾ ਦਾ ਵਿਆਹ ਸੀਗਾ, ਤੇ ਉਹਦੇ ਤੇ ਮੈਂ ਤੁਹਾਨੂੰ ਵੇਖਿਆ, ਔਰ ਮੈਂ ਕਿਹਾ ਓ ਮਾਈ ਗॉड ਸ਼ੀ ਇਜ਼ ਅਮੇਜ਼ਿੰਗ, ਦ ਵੇ ਯੂ ਡਾਂਸ। ਉਹ ਵੀ ਟੁੱਟੇ ਪੱਥਰ ਜਿਹੜੇ ਆਪਾਂ ਤੁਰਦੇ ਪੱਥਰਾਂ ਦੇ ਉੱਤੋਂ ਜਾਗੋ ਤੇ ਜਾ ਰਹੇ ਸੀ, ਜਾਗੋ ਤੇ ਸੜਕਾਂ, ਤੁਹਾਨੂੰ ਪਤਾ ਇੰਡੀਆ ਦੀਆਂ, ਉਹ ਵੀ ਪੰਜਾਬ ਦੀਆਂ ਸੜਕਾਂ, ਮਾਸ਼ਾਅੱਲਾ ਸੱਚੀ। ਤੇ ਉਹਦੇ ਤੇ ਆਪਾਂ ਨੱਚਦੇ, ਬਿਲਕੁਲ ਨੱਚਦੇ ਜਾ ਰਹੇ, ਤੇ ਮੈਂ ਤੇ ਹਟ ਗਈ ਥੱਕ ਕੇ। ਔਰ ਤੁਸੀਂ ਲਗਾਤਾਰ ਪੂਰੇ ਉਹ ਜਾਗੋ 'ਚ ਤੁਸੀਂ, ਔਰ ਇੰਡੀਆ ਦੀ ਜਾਗੋ ਜਿਹੜੀ ਹੁੰਦੀਆਂ ਨੇ ਪੂਰੀਆਂ ਲੰਬੀਆਂ, ਏਦਾਂ ਨਹੀਂ ਕਿ ਕਿਹੜਾ ਕੱਢ ਕੇ ਆ ਗਏ, ਉਹ ਪੂਰਾ ਜੀ, ਉਹ ਕਿੰਨੇ ਮੀਲ ਹੋਣਗੇ, 5-6 ਮੀਲ ਘੱਟੋ ਘੱਟ ਹੋਏਗਾ, 5-6 ਕਿਲੋਮੀਟਰ ਸੀਗਾ ਨਾ ਉਹਦਾ। ਉਹਦੇ ਤੇ ਤੁਸੀਂ ਜੀਨੂ ਹੋਰਾਂ ਦੇ ਘਰੇ ਗਈ ਸੀ, ਜੀਨੂ ਹੋਰਾਂ ਦੇ ਘਰ ਤੋਂ ਲੈ ਕੇ ਬੂਟਾ ਗਈ ਜੀ ਸੀ, ਦੇ ਘਰ ਗਈ ਸੀ, ਬੱਲੀ ਹੋਰਾਂ ਦੇ ਉਧਰ ਸਹੁਰੇ ਪਰਿਵਾਰ 'ਚ ਗਏ ਸੀਗੇ ਜੀ। ਜੰਨਤ ਕਨੋਤਾ ਦੇ ਘਰ ਤੋਂ ਔਰ ਬੱਲੀ ਦੇ ਘਰ ਤੋਂ ਅਸੀਂ ਪੈਦਲ ਕੁਛ ਦੇਰ ਤੱਕ ਤਾਂ ਗਏ, ਮੁੜ ਕੇ ਮੈਂ ਤਾਂ ਥੱਕ ਗਈ। ਮੈਂ ਤਾਂ ਸਰਦੂਲ ਜੀ ਨੂੰ ਇਸ਼ਾਰਾ ਕੀਤਾ, ਕਿੱਦਾਂ ਗੱਡੀ 'ਚ ਨਿਕਲੀ, ਮੈਂ ਤਾਂ ਥੱਕ ਗਈ।
ਮੈਂ ਨਹੀਂ ਤੁਰ ਸਕਦੀ ਕਿਉਂਕਿ ਪੈਰ ਰੱਖਣ ਨੂੰ ਮੈਨੂੰ ਡਰ ਲੱਗਦਾ ਸੀ ਕਿ ਹੀਲ ਪਾਈ ਹੁੰਦੀਆਂ ਨੇ, ਉਹ ਉੱਪਰ ਨੀਚੇ ਹੋ ਰਿਹਾ ਸੀ। ਤੇ ਸਰਦੂਲ ਜੀ ਤਾਂ ਕਹਿੰਦੇ ਹਾਂ ਬਸ ਮੈਂ ਉਡੀਕ ਹੀ ਕਰ ਰਿਹਾ ਸੀ, ਕੋਈ ਮੈਨੂੰ ਇਸ਼ਾਰਾ ਕਰੇ ਤਾਂ ਮੈਂ ਗੱਡੀ ਲੈ ਕੇ ਆਵਾਂ। ਕਿਉਂਕਿ ਉਹ ਵੀ ਨਹੀਂ ਜ਼ਿਆਦਾ ਤੁਰ ਫਿਰ ਸਕਦੇ ਨਾ, ਉਹਨਾਂ ਨੂੰ ਹੁੰਦਾ ਵੀ ਬਸ ਮੈਨੂੰ ਬਿਠਾ ਕੇ ਕਿਤੇ ਮਰਜ਼ੀ ਲੈ ਜਾਓ, ਮੈਂ ਜ਼ਿਆਦਾ ਤੁਰਦੇ ਨਹੀਂ ਹੈਗੇ ਉਹ ਨਾ। ਹਾਂ, ਤੇ ਅਸੀਂ ਗੱਡੀ ਲੈ ਕੇ ਉੱਥੇ ਪਹੁੰਚੇ ਤੇ ਤੁਸੀਂ ਫਿਰ ਡਾਂਸ ਕਰ ਰਹੇ। ਮੈਂ ਕਿਹਾ ਓ ਮਾਈ ਗॉड। ਫਿਰ ਮੈਨੂੰ ਸਮਝ ਆਇਆ ਕਿ ਮੈਨੂੰ ਮੇਰੇ ਵਰਗੀ ਹੀ ਇੱਕ ਪਰਸਨੈਲਿਟੀ ਨਜ਼ਰ ਆਈ ਹੈ ਜਿਹਦੀ ਕੋਲ ਇੰਨੀ ਕਪੈਸਿਟੀ ਹੈ ਕਿ ਮੇਰੇ ਤੋਂ ਵੀ ਜ਼ਿਆਦਾ। ਨਹੀਂ ਤੁਹਾਡੇ 'ਚ ਬਹੁਤ ਕਪੈਸਿਟੀ ਆ। ਪਰ ਫਿਰ ਬਾਅਦ 'ਚ ਘਰੇ ਆ ਕੇ ਕਿੰਨਾ ਡਾਂਸ ਕੀਤਾ ਸੀ। ਲੋਕਾਂ ਨੂੰ ਤਾਂ ਸ਼ਰਾਬ ਚੜ੍ਹਦੀ ਆ, ਸਾਨੂੰ ਡਾਂਸ ਚੜ੍ਹਦਾ ਹੈ। ਇਹ ਵੀ ਇੱਕ ਨਸ਼ਾ ਹੈ ਵੈਸੇ, ਦੱਸਣਾ ਚਾਹੀਏ। ਸੱਚੀ ਗੱਲ ਆ। ਇੱਕ ਵਾਰੀ ਤੁਹਾਨੂੰ ਗੱਲ ਦੱਸਾਂ ਮੈਂ, ਇੱਕ ਵਾਰੀ ਦੀ ਗੱਲ ਹੈਗੀ ਆ, ਸਾਰੰਗਲਾਪ ਸਾਡੇ ਕੈਨੇਡਾ ਨੇ, ਸਾਡੇ ਰਜਿੰਦਰ ਰਾਜ ਜੀ ਬਹੁਤ ਅੱਛੇ ਕਲਾਕਾਰ ਨੇ, ਉਹਨਾਂ ਨੇ ਬਹੁਤ ਧਾਰਮਿਕ ਵੀ ਗਾਇਆ, ਸ਼ਬਦ ਵੀ ਗਾਏ। ਤੇ ਸਾਡੇ ਪਾਪਾ ਜੀ, ਸਾਡੇ ਜਿਹੜੇ ਮੇਰੇ ਸਹੁਰਾ ਸਾਹਿਬ ਨੇ, ਉਹਨਾਂ ਦੇ ਸ਼ਾਗਿਰਦ ਨੇ ਉਹ, ਕੈਨੇਡਾ ਟੋਰਾਂਟੋ ਤੋਂ। ਤੇ ਉਹਨਾਂ ਦੇ ਬੇਟੇ ਦਾ ਕੋਈ ਫੰਕਸ਼ਨ ਸੀਗਾ, ਹਾਂਜੀ, ਤੇ ਕਾਫੀ ਵੱਡਾ ਫੰਕਸ਼ਨ ਸੀਗਾ, ਉੱਥੇ ਸਾਰੇ ਡਾਂਸ ਕਰ ਰਹੇ, ਨੱਚ ਰਹੇ ਨੇ। ਤੇ ਉਹਨਾਂ ਲੈ ਕੇ ਆਇਆ, ਡਰਿੰਕ ਲੈ ਕੇ ਆਇਆ ਸਾਰੰਗਲਾਪ ਵਾਸਤੇ ਉਹਨਾਂ ਦਾ ਬੇਟਾ। ਕਹਿੰਦਾ ਵੀ ਤੂੰ, ਉਹਦੇ ਦੋਸਤ ਵੀ ਡਰਿੰਕ ਡਰੂੰਕ ਕਰ ਰਹੇ ਸੀਗੇ, ਉਹ ਕਹਿੰਦੇ ਵੀ ਤੂੰ ਵੀ ਡਰਿੰਕ ਕਰ, ਹਨਾ। ਕਹਿੰਦੇ ਕਿਉਂ? ਕਹਿੰਦੇ ਡਾਂਸ ਕਰਨਾ। ਕਹਿੰਦੇ ਕਿਉਂ, ਡਾਂਸ ਏਦਾਂ ਹੀ ਕਰ ਲੈਣਾ। ਕਹਿੰਦੇ ਨਹੀਂ ਨਹੀਂ, ਡਰਿੰਕ ਤੋਂ ਬਿਨਾਂ ਥੋੜੀ ਡਾਂਸ ਹੁੰਦਾ ਹੈ, ਡਰਿੰਕ ਕਰਾਂਗੇ ਤੇ ਅੰਦਰ ਨਸ਼ਾ ਆਊਗਾ ਤਾਂ ਫਿਰ ਆਪਾਂ ਕਰਾਂਗੇ ਡਾਂਸ। ਉਹ ਕਹਿੰਦੇ ਭਰਾਵਾ ਸਾਨੂੰ ਸਾਡੀ ਜਿਹੜੀ ਅੰਦਰ ਲੈ ਕੇ ਆ ਰਹੀ ਹੈ ਨਾ, ਅੰਦਰ ਸੂਰਾ, ਸਾਨੂੰ ਉਹਦਾ ਹੀ ਬਹੁਤ ਨਸ਼ਾ ਹੈ, ਸਾਡੇ ਅੰਦਰ ਹੀ ਬਹੁਤ ਨਸ਼ਾ ਹੈ। ਤੇ ਸਾਨੂੰ ਮਿਊਜ਼ਿਕ ਦਾ ਹੀ ਇੰਨਾ ਨਸ਼ਾ, ਤੂੰ ਸ਼ੁਰੂ ਤਾਂ ਕਰ ਇੱਕ ਵਾਰੀ, ਮਿਊਜ਼ਿਕ ਲੱਗਦੇ ਸਾਰੇ ਸਾਡਾ ਨਸ਼ਾ ਖਿੜ ਜਾਣਾ ਹੈ। ਸੋ ਸਾਨੂੰ ਡਾਂਸ ਚੜ੍ਹਦਾ ਹੈ। ਸਹੀ ਗੱਲ। ਤੇ ਮੈਨੂੰ ਹੁਣ ਨੂਰੀ ਜੀ, ਹਾਂਜੀ, ਆਪਾਂ ਕਦੇ ਫ੍ਰੀਜ਼ ਹੋ ਜਾਂਦੇ ਆ, ਵਿੱਚ ਘਬਰਾਣਾ ਨਹੀਂ, ਕਿਉਂਕਿ ਸਾਨੂੰ ਪਤਾ ਸੀ ਇੰਟਰਨੈਟ ਦੇ ਉੱਤੇ ਕੰਪਲੀਟਲੀ ਆਧਾਰਿਤ ਆ, ਉਹ ਵੀ ਇੰਡੀਆ ਦੇ ਇੰਟਰਨੈਟ ਤੇ। ਉਹ ਵੀ ਲਾਈਟ ਮਹਾਰਾਜ ਦਾ ਬਹੁਤ ਬਹੁਤ ਸ਼ੁਕਰੀਆ, ਲਾਈਟ ਹਲੇ ਬਰਕਰਾਰ ਹੈ। ਸ਼ੁਕਰ ਹੈ ਮਾਲਕ ਤੇਰਾ, ਮਾਂ ਮਾਈ ਕਿਰਪਾ ਕਰੀ ਮਾਂ। ਹਾਂਜੀ। ਤੇ ਮੈਂ ਕਿਹਾ ਕਰੀਅਰ ਦੀ ਗੱਲਾਂ ਤੁਹਾਡੀ ਮੈਂ ਬੜੇ ਸਾਰੇ ਇੰਟਰਵਿਊ ਦੇਖੇ ਨੇ ਆਲਰੇਡੀ, ਸੇਮ ਗੱਲਾਂ ਨੇ। ਤੇ ਮੈਨੂੰ ਸੀਗਾ ਅਸੀਂ ਇਸ ਵਾਰੀ ਕੁਝ ਤੁਹਾਡੀ ਜ਼ਿੰਦਗੀ ਦੇ ਵੱਖ ਪਾਖੂ ਜਿਹੜੇ ਨੇ, ਜਿਨ੍ਹਾਂ ਨੇ ਲੋਕਾਂ ਨੇ ਝਾਤੀ ਨਹੀਂ ਮਾਰੀ ਕਿ ਇਹ ਨੂਰੀ ਦੇ ਵਿੱਚ ਆਹ ਵੀ ਖਾਸੀਅਤ ਹੈ। ਨਹੀਂ, ਖਾਸੀਅਤ ਤਾਂ ਖੈਰ ਕੋਈ ਨਹੀਂ ਹੈਗੀ, ਨਹੀਂ ਹੈਗੀ, ਆਮ ਇਨਸਾਨਾਂ ਵਰਗੇ ਇਨਸਾਨ ਆ। ਅੱਜ ਮੈਂ ਬੈਠੀ ਹਾਂ ਦੱਸਣ ਵਾਸਤੇ, ਜਦੋਂ ਹਜ਼ਾਰਾਂ ਲੱਖਾਂ ਦੇ ਵਿੱਚੋਂ ਨਾ ਇੱਕ ਪਰਸਨੈਲਿਟੀ ਹੁੰਦੀ ਹੈ ਜਿਹਨੂੰ ਕਹਿੰਦੇ ਨੇ ਕਿ ਮਲਟੀਟਾਸਕਰ, ਜਿਹੜਾ ਕਿ ਇੱਕ ਟਾਈਮ ਤੇ 10 ਕੰਮ ਕਰ ਸਕਦਾ ਪਰਸਨ। ਤੇ ਤੁਹਾਡੇ 'ਚ ਉਹ ਕੁਆਲਿਟੀ ਹੈ, ਕਿਉਂਕਿ ਇਹ ਕੁਆਲਿਟੀ ਲੱਖਾਂ ਕਰੋੜਾਂ 'ਚ ਇੱਕ ਹੁੰਦੀ ਹੈ। ਹਰ ਕੋਈ ਬੰਦਾ ਉਹਨੂੰ ਅਡਾਪਟ ਨਹੀਂ ਕਰ ਸਕਦਾ, ਉਹਨੂੰ ਲੈ ਨਹੀਂ ਸਕਦਾ, ਇਹ ਰੱਬ ਹੀ ਬਖਸ਼ਦਾ ਹੈ। ਤੁਸੀਂ ਗੁੱਡ ਲੁਕਿੰਗ ਹੋ, ਬਚਪਨ ਤੋਂ ਹੀ ਤੁਸੀਂ ਕਹਿ ਲਓ ਪ੍ਰੋਫੈਸ਼ਨਲ ਸੀਗੇ, ਸਿੰਗਰ ਸੀਗੇ। ਉਸ ਤੋਂ ਬਾਅਦ ਤੁਸੀਂ ਵਿਆਹ ਕਰ ਲਿਆ, ਉਹ ਵੀ ਤੁਹਾਡੀ ਲਵ ਮੈਰਿਜ ਹੋਈ। ਉਸ ਤੋਂ ਬਾਅਦ ਤੁਸੀਂ ਕੰਟੀਨਿਊ ਰੱਖਿਆ, ਬੱਚੇ ਵੀ ਪੈਦਾ ਕੀਤੇ, ਕਰੀਅਰ ਵੀ ਕੰਟੀਨਿਊ ਰੱਖਿਆ। ਇਹ ਵੀ ਕਟਾਲੇ ਬੜੀ ਲਵ ਮੈਰਿਜ ਹੋਈ ਹੈ। ਆਹੋ, ਜਦੋਂ ਮੈਂ ਉਹਦੀ ਵੀ ਸਟੋਰੀ ਦੱਸਾਂ ਕਿ ਇੱਕ ਮਿੰਟ ਲਵ ਸਟੋਰੀ ਦੀ ਤੁਸੀਂ ਦੱਸੋ ਜੀ। ਨਹੀਂ, ਮੈਂ ਆਪਣੀ ਤਰਫੋਂ ਦੱਸਾਂਗੀ ਕਿ ਮੇਰੀ ਤਰਫੋਂ ਤਾਂ ਰਿਜੈਕਟ ਹੋ ਗਿਆ ਸੀ ਰਿਸ਼ਤਾ ਆਲਮੋਸਟ। ਅੱਛਾ। ਕਿਉਂਕਿ ਸਰਦੂਲ ਸਿਕੰਦਰ ਜਿਹਨੂੰ ਅਸੀਂ ਬੜੇ ਬਚਪਨ ਤੋਂ ਹੀ ਜਾਣਦੇ ਆ, ਫੈਮਿਲੀ ਰਿਲੇਸ਼ਨ ਹੀ ਨੇ। ਤੇ ਉਹ ਟੀ-ਸੀਰੀਜ਼ 'ਚ ਰਿਕਾਰਡਿੰਗ ਜਦੋਂ ਕਰਨ ਜਾਇਆ ਕਰਦੇ ਸੀ ਤੇ ਉਹ ਦਿੱਲੀ ਹੀ ਆ ਕੇ ਰੁਕਦੇ ਕਰਦੇ ਸੀਗੇ। ਬੜੇ ਸਟਾਈਲਿਸ਼ ਸੀਗੇ ਬਾਲ ਉਹਨਾਂ ਦੇ। ਉਸ ਟਾਈਮ ਦੇ ਵਿੱਚ ਜਿਹੜਾ ਸਟਾਈਲ ਸੀਗਾ ਉਹ ਸੀਗਾ ਸੰਜੇ ਦੱਤ ਸਟਾਈਲ। ਤੇ ਉਦੋਂ ਇੱਕਦਮ ਇਹਨਾਂ ਦਾ ਗਾਣਾ ਨਵਾਂ ਫੇਮਸ ਵੀ ਹੋਇਆ। ਕੁਮਾਰ ਸਾਨੂ ਦੇ ਨਾਲ ਵੀ ਆਏ ਇੱਕ ਵਾਰੀ ਸਾਡੇ ਘਰ। ਉਹ ਅੱਛਾ ਤੁਸੀਂ ਤਾਂ ਕਾਫੀ ਛੋਟੇ ਸੀ ਉਦੋਂ। ਹਾਂ, ਮੈਂ ਛੋਟੀ ਜਿਹੀ ਹੋਊਂਗੀ 8-10 ਸਾਲ ਦੀ, ਪਰ ਮੈਂ ਬਚਪਨ ਤੋਂ ਹੀ ਨੌਟੀ ਰਹੀ ਹਾਂ ਔਰ ਬੜੀ ਆਫ ਕੋਰਸ ਸੁਰੀਲੇ ਫੈਮਿਲੀ 'ਚ ਬਿਲੋਂਗ ਕਰਦੇ ਹਾਂ। ਤੇ ਸਰਦੂਲ ਜੀ ਨੂੰ ਤਾਂ ਅਸੀਂ ਇੰਜ ਵੇਖਦੇ ਜਿਵੇਂ ਸਾਡਾ ਰੱਬ ਹੁੰਦਾ, ਕਿਉਂਕਿ ਉਹਨਾਂ ਦੇ ਗਲੇ 'ਚ ਸਰਸਵਤੀ ਮਾਤਾ ਵਸਦੀ ਹੈ। ਤੇ ਸਾਡੇ ਤੇ ਖਾਨਦਾਨ ਦੀ ਆਨ-ਬਾਨ ਸ਼ਾਨ ਨੇ ਔਰ ਪੰਜਾਬ ਦੀ ਆਨ-ਬਾਨ ਸ਼ਾਨ ਨੇ, ਕਿਉਂਕਿ ਇਹੋ ਜਿਹਾ ਸਿਤਾਰਾ ਬਹੁਤ ਸਦੀਆਂ ਬਾਅਦ ਕੋਈ ਪੈਦਾ ਹੁੰਦਾ ਹੈ ਔਰ ਇਹੋ ਜਿਹੇ ਸਿਤਾਰੇ ਦਾ ਨਾਮ ਹਮੇਸ਼ਾ ਤਾਂ ਜ਼ਿੰਦਗੀ ਰਹੇਗਾ। ਤੇ ਇਹ ਇਹੋ ਜਿਹਾ ਫਨਕਾਰ ਹੈ। ਲੇਕਿਨ ਇਹੋ ਜਿਹਾ ਫਨਕਾਰ ਜਦੋਂ ਨੂਰੀ ਵਰਗੀ ਕੁੜੀ ਲੈ ਕੇ ਆਇਆ ਨਾ, ਤੇ ਮੈਂ ਅੱਜ ਦੇਖਿਆ, ਮੈਂ ਕਿਹਾ ਹਰ ਵਾਰ ਤੇ ਇਹ ਆਪਣੇ ਨਾਲ ਕੁਮਾਰ ਸਾਨੂ ਲੈ ਕੇ ਆਉਂਦੇ ਨੇ ਜਾਂ ਕਿਸੇ ਬੰਦਿਆਂ ਲੈ ਕੇ ਆਉਂਦੇ ਨੇ, ਤੇ ਅੱਜ ਕੋਈ ਗੋਰੀ ਚਿੱਟੀ ਜਿਹੀ ਕੁੜੀ। ਤੇ ਸਰਦੂਲ ਸਿਕੰਦਰ ਜੀ ਜਿੰਨੇ ਨੂਰੀ ਗੋਰੀ, ਸਰਦੂਲ ਸਿਕੰਦਰ ਜੀ ਉਨੇ ਹੀ ਕਾਲੇ। ਤੇ ਮੈਂ ਜਿਵੇਂ ਬੱਚਾ 7-8 ਸਾਲ ਦਾ ਬੱਚਾ ਜਿਵੇਂ ਕੁਝ ਪੁੱਛਦਾ ਤੇ ਉਹਨਾਂ ਨੇ ਕਹਿਣਾ ਕੈਸੀ ਲੱਗੀ? ਮੈਂ ਕਿਹਾ ਹੈ ਤੇ ਬਹੁਤ ਸੋਹਣੀ, ਪਰ ਬਹੁਤ ਜ਼ਿਆਦਾ ਗੋਰੀ ਨਹੀਂ ਤੁਹਾਡੇ ਵਾਸਤੇ। ਮੈਂ ਕਿਹਾ ਇਹਨੇ ਹਾਂ ਕਰ ਦਿੱਤੀ? ਕਹਿੰਦੇ ਆਹੋ, ਕਹਿੰਦਾ ਕੰਮ ਸੈੱਟ ਹੈ। ਮੈਂ ਕਿਹਾ ਪੱਕੀ ਗੱਲ ਹੈ, ਤੁਹਾਡੇ ਵੱਲੋਂ ਤਾਂ ਹਾਂ ਹੋ ਗਈ ਹੋਣੀ,
ਤੇ ਨੂਰੀ ਵੱਲੋਂ ਵੀ ਹਾਂ ਹੋ ਗਈ? ਕਹਿੰਦੇ ਹਾਂ। ਮੈਂ ਕਿਹਾ ਓਕੇ ਠੀਕ ਹੈ। ਤੁਹਾਨੂੰ ਸੱਚ ਨਹੀਂ ਸੀ ਆ ਰਿਹਾ ਨਾ? ਹਾਂ ਮੈਨੂੰ ਲੱਗਿਆ, ਮੈਂ ਕਿਹਾ ਉਹ ਏਡੀ ਸਮਾਰਟ ਹੈ ਤਾਂ ਹੀਰੋਇਨ ਲੱਗਦੀ ਹੈ। ਜਿਵੇਂ ਜਿਵੇਂ ਉਸ ਟਾਈਮ ਦੇ ਵਿੱਚ ਤੁਸੀਂ ਇਸ ਤਰ੍ਹਾਂ ਲੱਗਦੇ ਸੀ ਜਿਵੇਂ ਬਿੱਲੀਆਂ ਬਿੱਲੀਆਂ ਅੱਖਾਂ, ਜਿਵੇਂ ਅਨਦਰ ਸ਼ਿਲਪਾ ਸ਼ੈਟੀ ਆ ਗਈ ਹੈ, ਗੁੱਡ ਵਰਜ਼ਨ ਆਫ ਸ਼ਿਲਪਾ ਸ਼ੈਟੀ। ਉਦੋਂ ਮੈਂ ਕਰ ਰਹੀ ਸੀ ਫਿਲਮ ਸਾਗਰ ਸਰਦੀ ਹੋਰਾਂ ਦੀ, ਹਿੰਦੀ ਫਿਲਮ ਕਰ ਰਹੀ ਸੀਗੀ ਐਜ਼ ਏ ਹੀਰੋਇਨ। ਸੁਪ੍ਰਿਆ ਪਾਠਕ ਜੀ ਤੇ ਪੰਕਜ ਕਪੂਰ ਜੀ, ਸੀਮਾ ਬਿਸਵਾਸ ਜੀ, ਕਾਫੀ ਵਧੀਆ ਉੱਥੋਂ ਦੇ ਜਿਹੜੇ ਕਲਾਸਿਕ ਕਲਾਕਾਰ ਸੀਗੇ, ਉਹਨਾਂ ਦੇ ਨਾਲ ਮੈਨੂੰ ਕੰਮ ਕਰਨ ਦਾ ਮੌਕਾ ਮਿਲਿਆ ਸੀ ਸਾਗਰ ਸਰਹੱਦੀ ਜੀ ਹੋਰਾਂ ਦੀ ਫਿਲਮ ਦੇ ਵਿੱਚ। ਤੇ ਪਰ ਉਹ ਕਿਸੇ ਕਾਰਨ ਕਰਕੇ ਰਿਲੀਜ਼ ਨਹੀਂ ਹੋਈ। ਫਿਲਮ ਸਾਰੀ ਬਣ ਚੁੱਕੀ ਸੀਗੀ, ਰਸ਼ ਪ੍ਰਿੰਟ ਸਭ ਕੁਛ ਹੋ ਗਿਆ ਸੀਗਾ, ਟਰਾਇਲ ਸਭ ਕੁਛ ਹੋ ਗਿਆ ਸੀਗਾ, ਪਰ ਉਹ ਰਿਲੀਜ਼ ਨਹੀਂ ਹੋ ਸਕੀ ਕਿਸੇ ਕਾਰਨ ਕਰਕੇ। ਤੇ ਉਦੋਂ ਮੈਂ ਫਿਲਮਾਂ ਹੀ ਕਰ ਰਹੀ ਸੀਗੀ ਜਦੋਂ ਮੈਂ ਆਪਣੇ ਘਰੇ ਗਈ ਸੀ ਉੱਥੇ ਵਿਕਾਸਪੁਰੀ, ਹਾਂਜੀ ਦਿੱਲੀ। ਆਪਾਂ ਦਿੱਲੀ, ਹਾਂਜੀ। ਉਦੋਂ ਟੀ ਸੀਰੀਜ਼ ਵਿੱਚ ਰਿਕਾਰਡਿੰਗ ਚੱਲ ਰਹੀ ਸੀ ਸਾਡੀ ਡਿਊਟ Song ਯਾਰੀ ਪਰਦੇਸੀਆਂ ਦੀ। ਹਾਂਜੀ। ਤੇ ਉਦੋਂ ਫਿਰ ਮੈਂ ਕਰ ਰਹੀ ਸੀਗੀ ਫਿਲਮ ਵਗੈਰਾ। ਅੱਛਾ ਫਿਲਮ ਤਾਂ ਕਰ ਰਹੀ ਸੀ, ਫਿਰ ਆਸ਼ਕੀ ਕਦੋਂ ਲੜੀ? ਆਸ਼ਕੀ ਆਸ਼ਕੀ ਜਦੋਂ ਅਸੀਂ ਮੇਰੇ ਖਿਆਲ ਪਹਿਲੀ ਵਾਰੀ ਮਿਲੇ ਸੀਗੇ, ਜਦੋਂ ਉਦੋਂ ਹੀ ਬਸ ਸਟਾਰਟ ਹੋ ਗਈ ਸੀਗੀ। ਸਟਾਰਟ ਹੋ ਗਈ ਸੀ ਮਤਲਬ ਏਦਾਂ ਏਦਾਂ, ਮਤਲਬ ਭਾਜੀ ਵੱਲੋਂ ਇਹਨਾਂ ਨੇ ਸ਼ੁਰੂਆਤ ਹੋਈ ਸਟ੍ਰਾਈਕਸ ਕਿ ਮਾਰੇ ਕਾਫੀ ਸਾਰੇ। ਹਾਏ ਗਾਇਕੀ ਤੇ ਸ਼ਹੀਦ ਹੋ ਗਏ ਹੋਗੇ? ਨਹੀਂ ਗਾਇਕੀ ਤਾਂ ਨਹੀਂ, ਖੈਰ ਗਾਇਕੀ ਤਾਂ ਫਿਰ ਨਹੀਂ, ਰੂਹ ਤੋਂ। ਗਾਇਕੀ ਤਾਂ ਏਦਾਂ ਸੀ ਨਾ, ਗਾਇਕੀ ਤਾਂ ਚਲੋ ਠੀਕ ਹੈ, ਗਾਇਕ ਤਾਂ ਦੁਨੀਆ 'ਚ ਬਹੁਤ ਸਾਰੇ ਬਹੁਤ ਵਧੀਆ ਵਧੀਆ ਹੋ ਸਕਦੇ ਨੇ, ਹੋਣਗੇ ਵੀ। ਤੇ ਕਿਉਂਕਿ ਸਿਰਫ ਗਾਇਕੀ ਤੇ ਹੀ ਮਰਨਾ, ਕਿਉਂਕਿ ਇੱਕ ਗਾਇਕ ਬਹੁਤ ਸੁਰੀਲਾ ਹੋ ਸਕਦਾ, ਕੀ ਪਤਾ ਅੰਦਰੋਂ ਕਿਵੇਂ ਦਾ ਹੋ। ਮੈਂ ਗਾਇਕੀ ਅੱਛੀ ਸੀ, ਮੈਨੂੰ ਪਸੰਦ ਸੀ ਵੀ, ਬਹੁਤ ਵਧੀਆ ਹੈ, ਪਰ ਮੈਨੂੰ ਹਮੇਸ਼ਾ ਇਹ ਹੁੰਦਾ ਸੀ ਕਿ ਬੰਦਾ ਰੂਹ ਤੋਂ ਕਿਵੇਂ ਦਾ, ਦਿਲ ਦਿਮਾਗ ਕਿੱਦਾਂ ਦਾ ਉਹਦਾ। ਉਹੀ ਗੱਲ ਆ ਗਈ ਨਾ ਕਿ ਮੈਂ ਇੱਥੋਂ ਸੁਰੀਲਾ ਬੰਦਾ ਉਹਨੂੰ ਸੁਣ ਸਕਦੇ ਹਾਂ, ਆਪਣੇ ਰੂਮ 'ਚ ਬਹਿ ਕੇ ਸੁਣ ਲਾਂਗੇ, ਫੋਨ ਤੇ ਸੁਣ ਲਾਂਗੇ, ਟੇਪ ਤੇ ਸੁਣ ਲਾਂਗੇ ਨਾ, ਰਿਕਾਰਡਿੰਗ ਸੁਣ ਲਾਂਗੇ ਉਹਦੀ। ਪਰ ਜਿਹੜੀ ਜ਼ਿੰਦਗੀ ਆ, ਜੇ ਤੁਸੀਂ ਕਿਸੇ ਦੇ ਨਾਮ ਲਾਉਣੀ ਆ, ਸਾਰੀ ਜ਼ਿੰਦਗੀ ਤੁਸੀਂ ਕਿਸੇ ਦੇ ਨਾਲ ਨਿਭਾਉਣਾ ਹੈ, ਇੱਕ ਫੈਮਿਲੀ ਬਣ ਕੇ, ਹੈ ਨਾ। ਸਾਰੀ ਦੁਨੀਆ ਫਿਰ ਇੱਕ ਸਾਈਡ ਹੋ ਜਾਂਦੀ ਹੈ, ਫਿਰ ਪਤੀ ਪਤਨੀ ਬੱਚੇ ਸਾਰੇ ਇੱਕ ਬਣਦਾ ਨਾ, ਇੱਕ ਪਰਿਵਾਰ ਬਣਦਾ। ਹਾਂਜੀ ਹਾਂਜੀ। ਤੇ ਉਹਦੇ ਵਾਸਤੇ ਸਿਰਫ ਇੱਕੋ ਇੱਕ ਗੁਣ ਨਹੀਂ ਦੇਖੀ ਜਾਂਦਾ, ਫਿਰ ਉੱਥੇ ਫਿਰ ਤੁਹਾਡੀ ਸਮਝ, ਤੁਹਾਡੀ ਦਿਮਾਗ ਦੀ ਸੋਚ ਕਿੰਨੀ ਕੁ ਉੱਚੀ ਆ, ਤੁਹਾਡਾ ਦਿਲ ਕਿਵੇਂ ਦਾ, ਤੁਹਾਡੀ ਰੂਹ ਕਿਹੋ ਜਿਹੀ ਆ, ਤੁਸੀਂ ਅੰਦਰੋਂ ਸੁਰੀਲੇ ਹੋ, ਤੁਹਾਡੀ ਰੂਹ ਸੁਰੀਲੀ ਆ, ਤੁਹਾਡੀ ਰੂਹ ਤਾਲ 'ਚ ਹੈਗੀ ਆ, ਬੇਤਾਲੀ ਤਾਂ ਨਹੀਂ ਹੈਗੀ। ਤੇ ਉਹ ਚੀਜ਼ਾਂ ਫਿਰ ਸੀਗੀਆਂ, ਉਹ ਚੀਜ਼ਾਂ ਮੈਂ ਇਹਨਾਂ 'ਚ ਦੇਖੀਆਂ ਵੀ ਹਾਂ ਇਹ 'ਚ ਹੈਗੀਆਂ ਨੇ। ਤੇ ਫਿਰ ਆਪਣੀ ਹਾਂ ਹੋ ਗਈ। ਇਹ ਤਾਂ ਬਹੁਤ ਦੇਰ ਤੋਂ ਲਾਈਨ ਮਾਰ ਰਹੀ ਸੀ। ਮੈਂ ਕੀ ਵੇਖਿਆ ਸੀ ਸਾਡੇ ਕੁਲਦੀਪ ਜੀ ਬਹੁਤ ਵਧੀਆ ਇਨਸਾਨ ਨੇ, ਤੁਸੀਂ ਵੀ ਰੂਹ ਦੇਖੀ ਆ, ਰੂਹ ਤੇ ਬਹੁਤ ਵਧੀਆ ਨੇ ਉਹ। ਰੂਹ ਤੇ ਵੇਖੀ ਇਹ ਗੱਲ ਤੇ ਮੈਨੂੰ ਤਾਂ ਪਤਾ ਹੈ ਕਿਉਂਕਿ ਤੁਸੀਂ ਬਹੁਤ ਸਾਰੀਆਂ ਤਾਰੀਫਾਂ ਕਰਦੇ ਸੀ ਜਦੋਂ ਵੀ ਤੁਸੀਂ ਇੰਡੀਆ ਆਉਂਦੇ ਹੋ। 2 ਵਾਰੀ ਇੰਡੀਆ ਇੱਥੇ ਘਰੇ ਆਏ ਹੋ ਤੇ ਕੁਲਦੀਪ ਜੀ ਹੈ ਨਹੀਂ ਸੀਗੇ ਨਾਲ ਤੁਹਾਡੇ, ਤੇ ਤੁਸੀਂ ਕੁਲਦੀਪ ਜੀ ਦੇਖ ਲਓ। ਕੁਲਦੀਪ ਦੀ ਜਿਵੇਂ ਤਾਰੀਫ ਹੋਈ, ਕੈਮਰਾ ਵੀ ਜਵਾਬ ਦੇ ਗਿਆ। ਰੀਕਨੈਕਟ ਹੋ ਰਿਹਾ ਜੀ। ਮੀਨ ਟਾਈਮ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਸਾਡੇ ਆਰਟਿਸਟ ਸਾਡੇ ਨਾਲ ਵਾਪਸ ਜੁੜ ਜਾਣ। ਦੇਖ ਲਓ ਕੁਲਦੀਪ ਦੀ ਜਿਵੇਂ ਤਾਰੀਫ ਹੋਈ, ਕੈਮਰਾ ਵੀ ਜਵਾਬ ਦੇ ਗਿਆ। ਰੀਕਨੈਕਟ। ਹਾਂਜੀ ਨੂਰੀ ਜੀ, ਅਸੀਂ ਲਾਈਨ ਤੇ ਹਲੇ ਵੀ ਬਣੇ ਹੋਏ ਆ, ਔਰ ਕੋਈ ਗੱਲ ਨਹੀਂ, ਕੁਲਦੀਪ ਦੀ ਤਾਰੀਫਾਂ ਕੱਟ ਦੋ, ਤੁਸੀਂ ਕੈਂਸਲ ਕਰ ਦੋ, ਚੱਲਣਗੀਆਂ। ਵੈਸੇ ਵੀ ਐਡਿਟ ਹੋ ਜਾਣਗੇ ਸਭ ਚੀਜ਼ ਆ ਕੇ। ਮੈਂ ਕੱਟ ਛੱਡਣੀਆਂ ਸੀ ਕੁਲਦੀਪ ਦੀਆਂ ਸਾਰੀਆਂ। ਤੇ ਕਾਲ ਦੁਬਾਰਾ ਲਗਾਉਂਦੇ ਆ ਔਰ ਦੇਖਦੇ ਆ ਕਿ ਨੂਰੀ ਜੀ ਸਾਡੇ ਨਾਲ ਬਣੇ ਰਹਿਣ। ਦੇਖੋ ਜੀ, ਇਹ ਮੈਂ ਕੁਛ ਨਹੀਂ ਕੀਤਾ, ਇਹ ਵਾਹਿਗੁਰੂ ਨੇ ਕੀਤਾ ਜੋ ਕੀਤਾ। ਇਹ ਇੰਡੀਆ ਦਾ ਇੰਟਰਨੈਟ ਦੀ ਕਿਰਪਾ ਹੋਈ ਹੈ। ਵਾਹਿਗੁਰੂ ਨਹੀਂ ਚਾਹ ਰਿਹਾ ਕਿ ਮੇਰੀ ਕੋਈ ਅੱਛੀ ਖਬਰ ਵੀ ਬਾਹਰ ਜਾਵੇ। ਚਲੋ ਜੀ, ਆਪਾਂ ਨੂਰੀ ਜੀ ਨੂੰ ਕਾਲ ਵਾਪਸ ਲਗਾਉਂਦੇ ਆ। ਮੀਨ ਟਾਈਮ ਤੁਸੀਂ ਕੁਲਦੀਪ, ਤੁਹਾਨੂੰ ਹਲੇ ਤੱਕ ਸੋ ਫਾਰ ਇਹਨਾਂ ਦੇ ਵਿੱਚ ਕਿਹੜੀ ਐਸੀ ਕੁਆਲਿਟੀ ਨਜ਼ਰ ਆਈ ਹੈ ਜਿਹੜਾ ਕਿ ਤੁਹਾਨੂੰ ਪ੍ਰਭਾਵਿਤ ਕੀਤੀ ਹੈ? ਮੈਂ ਬਹੁਤ ਲਵ ਸਟੋਰੀਆਂ ਸੁਣੀਆਂ ਨੇ, ਲੋਕਾਂ ਨੂੰ ਇੱਕ ਦੂਜੇ ਨਾਲ ਪਿਆਰ ਕਰਦੇ ਦੇਖਿਆ, ਲੇਕਿਨ ਆਹ ਜਿਹੜੀ ਇਹਨਾਂ ਨੇ ਗੱਲ ਕੀਤੀ ਕਿ ਮੈਂ ਦਿਮਾਗ ਔਰ ਦਿਲ ਤੋਂ ਇਨਸਾਨ ਨੂੰ ਜ਼ਿਆਦਾ ਉਹ ਕੀਤਾ ਕਿ ਬੰਦਾ ਕੇਪੇਬਲ ਹੈ ਕਿ ਨਹੀਂ, ਬੜੀ ਡੂੰਗੀ ਸੋਚ ਹੈ। ਯਾ ਬਹੁਤ ਜ਼ਿਆਦਾ ਡੂੰਗੀ ਸੋਚ। ਔਰ ਯੰਗ ਏਜ 'ਚ, ਕਿਉਂਕਿ ਇਹਨਾਂ ਨੇ ਬਹੁਤ ਯੰਗ ਏਜ 'ਚ ਸ਼ਾਦੀ ਕੀਤੀ ਹੈ, ਲਵ ਮੈਰਿਜ। ਤਾਂ ਹੀ ਕਹਿੰਦੇ ਨਾ, आग का दरिया है और डूब के जाना है, इश्क नहीं आसान, बस इतना समझ ले, आग का दरिया डूब के जाना है।
ਹਾਂ ਤੇ ਉਸ ਡੁੱਬ ਦੀ ਕਦਰ ਵੀ ਫਿਰ ਦੇਖ ਲਓ ਐਸੀ ਹੋਈ ਹੈ ਕਿ ਇਹਨਾਂ ਨੇ ਆਪਣੀ ਬਾਡੀ ਦਾ ਇੱਕ ਹਿੱਸਾ ਡੋਨੇਟ ਕੀਤਾ। ਬੜੀ ਵੱਡੀ ਗੱਲ ਹੈ। ਸੋ ਜੀ ਇਹਨਾਂ ਦੀ ਜਦੋਂ ਗੱਲ ਕਰਦੇ ਆ ਕਿ ਟ੍ਰੈਂਡ ਸੈਟਰ, ਅਗਰ ਮੈਂ ਇਹਨਾਂ ਦੀ ਇੱਕ ਝਲਕੀ ਦਿਖਾਵਾਂਗੀ ਤੁਹਾਨੂੰ ਥੋੜੀ ਜੀ, ਮੈਂ ਕੁਝ ਬਣਾਈ ਹੈ, ਮੈਨੂੰ ਸੀਗਾ ਕਿ ਕਾਪੀਰਾਈਟ ਨਾ ਹੋ ਜਾਏ, ਸੋ ਬਹੁਤ ਥੋੜੇ ਕਲਿੱਪਸ ਬਣਾਏ ਨੇ, ਕਿਉਂਕਿ ਜਿਹੜੀ ਫੇਮਸ ਹਸਤੀਆਂ ਨੇ ਉਹਨਾਂ ਨੂੰ ਜਦੋਂ ਅਸੀਂ ਪਾਉਂਦੇ ਆ ਤੇ ਉਹਨਾਂ ਦੀ ਹਰ ਚੀਜ਼ ਹਾਈਲਾਈਟ ਹੁੰਦੀ ਹੈ। ਉਹਨਾਂ ਦੀ ਕੋਈ ਅਗਰ ਕਾਪੀਰਾਈਟ ਕੋਈ ਚੀਜ਼ ਪਾ ਲਈਏ ਤੇ ਉਹ ਅਸੀਂ ਨਹੀਂ ਚਾਹੁੰਦੇ ਸੀ, ਤੇ ਤੁਹਾਡੇ ਨਾਲ ਸਾਂਝੇ ਹੁਣੇ ਕਰਾਂ ਕਿ ਉਹਨਾਂ ਦੀ ਵੇਟ ਕਰ ਲਈਏ? ਕਾਲ ਕਰਕੇ ਫੇਰ ਲਾ ਲਓ। ਲੋਕਾਂ ਨੂੰ ਪਤਾ ਕਿ ਇਹ ਜਿਹੜਾ ਟੀਵੀ ਹੈ ਇੰਟਰਨੈਟ ਬੇਸਡ ਹੈ। ਹਾਂਜੀ। ਔਰ ਜਿਵੇਂ ਜ਼ਿੰਦਗੀ ਸਾਡੇ ਹੱਥ 'ਚ ਨਹੀਂ, ਇੰਟਰਨੈਟ ਵੀ ਸਾਡੇ ਹੱਥ 'ਚ ਨਹੀਂ ਹੈਗਾ ਜੀ। ਭਾਵੇਂ ਵਾਈਫਾਈ ਫ੍ਰੀ ਹੋਵੇ, ਭਾਵੇਂ ਜੋ ਮਰਜ਼ੀ ਹੋਵੇ, ਹਵਾ ਫ੍ਰੀ ਹੈ, ਲੇਕਿਨ ਜਦ ਤੱਕ ਲਿਖਿਆ ਕਿ ਆਪਾਂ ਇੰਨੇ ਸਾਹ ਲੈਣੇ ਨੇ ਉਨੇ ਹੀ ਲੈਣੇ ਨੇ, ਐਂ ਜੀ ਵਾਈਫਾਈ ਜਿੰਨਾ ਮਰਜ਼ੀ ਫ੍ਰੀ ਹੋਵੇ ਜਾਂ ਨਾ ਹੋਵੇ, ਬਾਈ ਜਿਵੇਂ ਚੱਲਣਾ ਸਿਸਟਮ ਉਂਝ ਹੀ ਚੱਲਣਾ ਹੈ। ਲੇਕਿਨ ਮੇਰੀ ਆਵਾਜ਼ ਆ ਰਹੀ ਹੈ ਕਿ ਨਹੀਂ ਸਾਡੀ ਆਡੀਅנס ਨੂੰ? ਤੁਹਾਡੇ ਨਾਲ ਇਹ ਇੰਪੋਰਟੈਂਟ ਹੈ ਕਿ ਸਾਡੀ ਆਵਾਜ਼ ਵੀ ਆਣੀ ਚਾਹੀਦੀ ਹੈ ਤਾਂ ਕਿ ਤੁਸੀਂ ਬੋਰ ਨਾ ਹੋ ਜਾਓ। ਔਰ ਤੁਹਾਡੇ ਅਗਰ ਕੋਈ ਕੁਐਸਚਨ ਹੈ, ਤੁਹਾਡੇ ਕੋਈ ਗਾਣੇ ਨੇ, ਕੋਈ ਗੀਤ ਨੇ, ਉਹ ਜ਼ਰੂਰ ਦੱਸਿਓ। ਉਹਦਾ ਮੈਂ ਇਹਨਾਂ ਦੇ ਡਾਂਸ ਦੀ ਬਹੁਤ ਫੈਨ ਆ, ਐਂਡ ਆਈ ਐਮ ਜੈਨੂਅਲੀ ਬਾਟਮ ਆਫ ਮਾਈ ਹਾਰਟ ਕਹਿੰਦੀ ਹਾਂ ਕਿ ਮੈਂ ਬੜੇ ਸਾਰੇ ਡਾਂਸਰਸ ਦੇਖੇ ਨੇ, ਲੇਕਿਨ ਜਿਹੜਾ ਦਿਲੋਂ ਡਾਂਸ ਕਰਦਾ ਨਾ, ਉਹ ਭਾਵੇਂ ਜ਼ਰੂਰੀ ਕਿ ਕੱਥਕ ਕਲਾਸੀਕਲ ਸਿੱਖਿਆ ਹੋਏ ਤੇ ਭੰਗੜਾ ਸਿੱਖਿਆ ਹੋਏ ਤੇ ਉਹੀ ਡਾਂਸਰ ਨੇ। ਜਦੋਂ ਤੁਸੀਂ ਦਿਲੋਂ ਡਾਂਸ ਕਰਦੇ ਹੋ ਨਾ ਤੇ ਉਹ ਨਜ਼ਰ ਆਉਂਦਾ ਹੈ ਔਰ ਉਹ ਦਿਖਦਾ ਹੈ ਔਰ ਫੀਲ ਹੁੰਦਾ ਬੇਸਿਕਲੀ। ਸੋ ਲੋ ਜੀ, ਮਿਸਟਰ ਗਿੱਲ ਕਹਿ ਰਹੇ ਨੇ ਜੀ ਨਾਲ ਕਾਲ ਲਗਾ ਲਓ ਤੇ ਕੋਸ਼ਿਸ਼ ਕਰਦੇ ਆ ਕਿ ਉਹ ਸਾਨੂੰ ਵਾਪਸ ਜੁੜ ਜਾਣ ਸਾਡੇ ਨਾਲ। ਤੇ ਲੈਟਸ ਸੀ, ਮੇਰੀ ਤਾਰੀਫ ਮਹਿੰਗੀ ਪੈ ਗਈ, ਬੜੀ ਮਹਿੰਗੀ ਪੈ ਰਹੀ ਹੈ। ਸਹੀ ਗੱਲ ਹੈ ਕੁਲਦੀਪ ਗਿੱਲ। ਇਹਦਾ मतलब है दाने दाने पे लिखा है खाने वाले का नाम है ना, तारीफ तारीफ पे लिखा है तारीफ लेने वाले का नाम। कौन कौन एग्री है मेरे नाल? ये जो किसी की किस्मत है ना, वो इंसान नहीं लै सकता। ते यही सोचना और यही कहना बहुत इंपॉर्टेंट है। मैं एक बारी दसा, मेरा दोस्त इत्थे हैगा रे रामविलास, हाँ, ते वो अपने मंदिर च पूजा वगैरह बड़ा कुछ करांदा हुंदा है। ਉਹਨੇ ਮੈਨੂੰ ਕਿਹਾ ਕਿ ਮੇਰੀ ਹੈਲਪ ਕਰ ਦੇ। ਮੈਂ ਸਵੇਰ ਤੋਂ ਗਿਆ, ਸ਼ਾਮ ਤੱਕ ਹੈਲਪ ਕਰੀ ਗਿਆ। ਮੈਂ ਕਹਿ ਰਿਹਾ ਤੈਨੂੰ ਕਿਹਾ ਤਿਆਰ ਹੋ, ਆਪਾਂ ਜਾਣਾ ਹੈਗਾ ਤੇ ਮੈਂ ਥੋੜਾ ਸੌ ਜਾਣਾ। ਤੂੰ ਗੱਡੀ ਲੈ ਕੇ ਚਲੀ ਗਈ ਤੇ ਮੈਂ ਸੁੱਤਾ ਰਿਹਾ, ਤੇ ਉਹਨਾਂ ਨੇ ਜਿਹੜਾ ਮੈਨੂੰ ਸਮਾਨ ਚ ਅਵਾਰਡ ਦੇਣਾ ਸੀ ਉਹ ਤੈਨੂੰ ਦਿੱਤਾ, ਮੈਨੂੰ ਮਿਲ ਗਿਆ। ਸਹੀ ਗੱਲ ਹੈ। ਸੋ ਇਹ ਕਿਸਮਤ ਦੀ ਗੱਲ। ਬਾਕੀ ਇਹ ਕਿ ਹਸਬੈਂਡ ਐਂਡ ਵਾਈਫ ਜਿਹੜੇ ਉਹ ਦੋ ਨਹੀਂ ਹੈ, ਇੱਕ ਹੈ, ਸਮਝਣ ਵਾਲੀ ਗੱਲ ਹੈ। ਇੰਜੀ ਜ਼ਿੰਦਗੀ ਹੈ, ਚਾਹੇ ਕੋਵਿਡ ਹੋਵੇ, ਚਾਹੇ ਜੋ ਮਰਜ਼ੀ ਹੋ ਜਾਏ। ਕਾਲ ਆ ਗਏ ਨੇ ਤੇ ਕਾਲ ਅਸੀਂ ਪਾ ਲਈਏ ਵਾਪਸ। ਲਓ ਜੀ, ਵੈਲਕਮ ਬੈਕ, ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਵੈਲਕਮ ਬੈਕ। ਮੈਂ ਕਿਹਾ ਕੁਲਦੀਪ ਦੀ ਤਾਰੀਫ ਭਾਰੀ ਪੈ ਗਈ ਹੈ ਬਹੁਤ ਜ਼ਿਆਦਾ। ਉਹ ਕਨੈਕਸ਼ਨ ਚਲੇ ਗਿਆ। ਮੈਂ ਸੁਣ ਹੀ ਨਹੀਂ ਪਾਇਆ। ਰੱਬ ਕਹਿੰਦਾ ਅੱਜ ਮੋਨੀ ਚਾਹੇਗੀ। ਨਹੀਂ, ਅੱਜ ਦਾ ਦਿਨ ਦੋਵੇਂ ਦੇਵੀਆਂ ਦਾ ਹੈਗਾ, ਆਪਣੇ ਤੱਕ ਹੀ ਰੱਖੋ। ਦੇਵੀਆਂ ਦਾ ਵਾਕਈ, ਵੈਸ਼ਨੂ ਦੇਵੀ ਮਾਤਾ ਤੋਂ ਵੀ ਆਸ਼ੀਰਵਾਦ ਮਿਲ ਗਿਆ ਨਾ। ਅੱਜ ਦੇਵੀਆਂ ਦਾ, ਅੱਜ ਭੈਰੋਂ ਦਾ ਕੋਈ ਕੰਮ ਨਹੀਂ। ਕੋਈ ਕੰਮ ਨਹੀਂ, ਸੱਚੀ ਗੱਲ ਹੈ। ਹਾਂ, ਤੇ ਅਸੀਂ ਹੁਣ ਉਹੀ ਕਹਿੰਦੇ, ਮੈਂ ਤਾਰੀਫ ਆਫ ਕੋਰਸ ਜੋਕ ਅਪਾਰਟ, ਕਿਉਂਕਿ ਜਦੋਂ ਤੁਸੀਂ ਆਪਣਾ ਪਾਰਟਨਰ ਖੁਦ ਚੂਜ਼ ਕਰਦੇ ਹੋ ਨਾ ਜੀ, ਤੇ ਉਹਦੇ ਤੁਹਾਨੂੰ ਕੁਝ ਅੱਛੇ ਪਾਰਟ ਔਰ ਬੁਰੇ ਪਾਰਟ ਪਤਾ ਹੀ ਹੁੰਦੇ ਆ। ਉਹ ਕਈ ਵਾਰ ਬਹੁਤ ਜ਼ਿਆਦਾ ਬੁਰੇ ਬਾਅਦ ਚ ਰਿਵੀਲ ਹੁੰਦੇ। ਤੁਸੀਂ ਐਡਜਸਟ ਕਰ ਲੈਂਦੇ ਹੋ ਕਿਉਂਕਿ ਤੁਹਾਨੂੰ ਪਤਾ ਹੈ ਕਿ ਇਹਦੇ ਵਿੱਚ ਕੀ ਕੁਆਲਿਟੀ। ਸਾਡੇ 7 ਸਾਲ ਪਹਿਲਾਂ ਅਸੀਂ ਇਕੱਠੇ ਕੰਮ ਕਰਦੇ ਰਹੇ ਹਾਂ। 7 ਸਾਲ ਸਾਡਾ ਪੂਰਾ ਪਿਆਰ ਮੁਹੱਬਤ ਚੱਲਿਆ ਹੈ। ਉਸ ਤੋਂ ਬਾਅਦ ਸਾਡਾ ਵਿਆਹ ਹੋਇਆ। ਆਪਾਂ ਕਹਿ ਨਹੀਂ ਸਕਦੇ ਵੀ ਅੱਛਾ ਹੁਣ ਪਤਾ ਲੱਗਿਆ ਤਾਂ ਕਿਵੇਂ ਦਾ ਸੀ, ਆ ਕਿਵੇਂ ਦੇ ਸੀ। ਪਤਾ ਸੀ ਹੁੰਦੇ ਅਵਗੁਣ ਤਾਂ ਹਰੇਕ ਇਨਸਾਨ ਚ ਹੁੰਦੇ ਨੇ, ਕਿਉਂਕਿ ਜੇ ਅਵਗੁਣ ਨਾ ਹੋਣ ਫਿਰ ਤਾਂ ਪਰਮਾਤਮਾ ਦਾ ਰੂਪ ਹੋ ਗਿਆ ਨਾ। ਅਵਗੁਣ ਤਾਂ ਹਰੇਕ ਚ ਹੁੰਦੇ। ਪਿਆਰ ਤਾਂ ਉਹੀ ਆ ਕਿ ਤੁਸੀਂ ਗੁਣ ਅਪਣਾਏ ਨੇ, ਅਵਗੁਣ ਵੀ ਅਪਣਾਓ। ਸਹੀ ਗੱਲ ਹੈ। ਮੁਹੱਬਤ ਉਹੀ ਆ ਨਾ ਕਿ ਜੇ ਜਿਹਨੂੰ ਤੁਸੀਂ ਮੁਹੱਬਤ ਕੀਤੀ ਹੈ, ਜਿਹਦੇ ਵਿੱਚ ਕੁਝ ਗੁਲਾਬ ਦਾ ਫੁੱਲ ਆ, ਤੁਹਾਨੂੰ ਖੁਸ਼ਬੂ ਦਿੰਦਾ, ਖੂਬਸੂਰਤ ਲੱਗਦਾ, ਫਿਰ ਨਾਲ ਕੰਡੇ ਵੀ ਤਾਂ ਐਕਸੈਪਟ ਕਰਨੇ ਪੈਣੇ ਆ। ਉਹ ਤਾਂ ਹੈ ਨਾ। ਸੁਣਿਆ ਬਿਲਕੁਲ। ਇਸ ਕਰਕੇ ਮੁਹੱਬਤ ਦੇ ਵਿੱਚ ਸਾਰਾ ਕੁਝ ਸੁੱਕ ਗਿਆ, ਕੰਡੇ ਹੀ ਰਹਿ ਗਏ ਨੇ ਬਾਹਰ। ਤੁਸੀਂ ਦੱਸੋ, ਹਾਂਜੀ ਕੁਲਦੀਪ ਜੀ, ਤੁਸੀਂ ਦੱਸੋ, ਖੁੱਲ ਕੇ ਬੋਲੋ। ਅੱਜ ਸ਼ਿਕਾਇਤਾਂ ਲਾ ਸਕਦੇ ਹੋ ਨਾ? ਲਾ ਸਕਦੇ ਲਾ। ਮੈਂ ਇੰਨੇ ਗੁਣਾਂ ਨਾਲ ਭਰੀ ਆ ਕਿ ਮੇਰੇ ਚ ਕੋਈ ਅਵਗੁਣ ਹੀ ਨਹੀਂ ਹੈਗਾ। ਨਹੀਂ, ਆਮ ਜਸਟ ਜੋਕਿੰਗ। ਸ਼ਿਕਾਇਤਾਂ ਹੋਣੇ ਸ਼ੁਰੂ ਹੋਣਗੇ, ਸਾਦਗੀ ਨੂੰ ਲਾਦਾ ਹੁੰਦਾ ਸ਼ਿਕਾਇਤਾਂ। ਦੇਖੋ ਜੀ, ਆਪਣਾ ਦੁੱਖ ਸੁੱਖ ਆਪਣੇ ਬੱਚਿਆਂ, ਬੇਟੀ ਹੁਣ ਜਵਾਨ ਹੋ ਗਈ ਹੈ ਤੇ ਮੈਂ ਆਪਣਾ ਦੁੱਖ ਸੁੱਖ ਆਪਣੀ ਬੇਟੀ ਨਾਲ ਜ਼ਰੂਰ ਕਰਨਾ ਹੈਗਾ।
ਤੇ ਬਾਕੀ ਬਾਹਰ ਨਹੀਂ ਕਿਤੇ ਕਰਦਾ, ਪਰਿਵਾਰ ਦੀ ਗੱਲ ਪਰਿਵਾਰ 'ਚ ਹੀ ਰਹਿਣ ਦੇਣਾ ਹੈਗਾ। ਹਾਂ ਮੇਰੇ ਮੇਰੇ ਨਹੀਂ ਸੁਣ ਨਹੀਂ ਦੋ ਤੇ ਹੀ ਬਸ ਇਹੀ ਜ਼ਿਆਦਾਤਰ ਇਹੀ ਸਿਆਣਪ ਆ, ਇਹੀ ਖਾਨਦਾਨਾਂ ਦੀ ਨਿਸ਼ਾਨੀ ਆ। ਜਿਹੜੇ ਖਾਨਦਾਨੀ ਲੋਕ ਹੁੰਦੇ ਨੇ ਨਾ, ਉਹਨਾਂ ਨੂੰ ਅਗਰ ਕਿਤੇ ਆਪਣੀ ਫੈਮਿਲੀ 'ਚ ਸ਼ਿਕਾਇਤ ਵੀ ਹੋਵੇ, ਕੁਝ ਵੀ ਹੋਵੇ, ਉਹ ਆਪਣੇ ਪਰਿਵਾਰ ਦੇ ਵਿੱਚ ਹੀ ਬੈਠ ਕੇ ਸੋਲਵ ਕਰ ਲੈਂਦੇ ਨੇ। ਸਹੀ ਗੱਲ ਦੁਨੀਆ 'ਚ ਰੌਲਾ ਨਹੀਂ ਪਾਉਂਦੇ, ਦੁਨੀਆ ਵਿੱਚ ਜਾ ਕੇ ਤਾਂ ਏਦਾਂ ਹੀ ਹੁੰਦੇ ਨੇ ਸਮਾਈਲ 'ਚ। ਹਾਂਜੀ, ਬਿਲਕੁਲ। ਦੁਨੀਆ 'ਚ ਤਾਂ ਇੰਝ ਰੋਣਾ ਹੁੰਦਾ ਕਿ ਰੋਣਾ ਧੋਣਾ ਅਗਲੇ ਘਰ 'ਚ ਹੀ ਰੋ ਲੈਂਦੇ ਨੇ। ਆਰਟਿਸਟ ਜਿਹੜਾ ਫਿਰ ਪਬਲਿਕ ਦਾ ਤੁਸੀਂ ਕੁਲਦੀਪ ਜੀ ਫਿਰ ਜਦੋਂ ਆਉਂਦੇ ਹੋ ਮਾਈਕ ਦੇ ਅੱਗੇ, ਆਪਣਾ ਕੈਮਰੇ ਦੇ ਅੱਗੇ, ਫਿਰ ਅੱਖਾਂ ਉੱਖਾਂ ਬਾਹਰੇ ਪਹੁੰਚ ਕੇ ਆਈਦੀਆਂ? ਉਹਨੇ ਮੈਂ ਨੈਪਕਿਨ ਨਾਲ ਰੱਖਿਆ ਹੁੰਦਾ ਜੀ। ਉਹ ਨੈਪਕਿਨ ਨਾਲ ਰੱਖਿਆ ਹੋਇਆ, ਠੀਕ ਹੈ। ਮੈਂ ਪਾਣੀ ਦੀ ਬੋਤਲ ਸਾਰਾ ਕੁਝ ਇੰਤਜ਼ਾਮ ਪੂਰਾ ਰੱਖ ਕੇ ਬੈਠਾ ਹੁੰਦਾ। ਵੈਸੇ ਮੈਨੂੰ ਲੱਗਦਾ ਨਹੀਂ ਮੋਨੀ ਵਰਗੀ ਲੜਕੀ ਜਿੱਥੇ ਹੋਵੇ, ਹਾਸਿਆਂ ਦੀ ਪਟਾਰੀ, ਖੁਸ਼ ਦਿਲ, ਜੋਗ ਤੇ ਜੋਕ ਮਾਰਦੀ ਆ, ਜਿੰਦਾ ਦਿਲ ਹੈ ਨਾ, ਇੰਨੀ ਰੌਣਕੀ। ਮੇਰੇ ਖਿਆਲ ਜਿੱਥੇ ਮੋਨੀ ਹੋਊਗੀ ਉੱਥੇ ਕੋਈ ਉਦਾਸ ਵੀ ਨਹੀਂ ਹੋ ਸਕਦਾ, ਕੋਈ ਰੋ ਸਕਦਾ। ਇਹ ਗੱਲ ਸਹੀ ਹੈ। ਨਹੀਂ ਉਦਾਸ ਤਾਂ ਬਿਲਕੁਲ ਨਹੀਂ ਸਹੀ ਹੈ। ਹੋਈਦਾ, ਲੇਕਿਨ ਕਈ ਵਾਰੀ ਇੰਨਾ ਕੁਝ ਜ਼ਿਆਦਾ ਹੋ ਜਾਂਦਾ ਕਿ ਹੱਥ ਜੋੜੀਦੇ ਨੇ ਮੇਰੇ ਨਾਲ ਕੈਚ ਅਪ ਕਰਨਾ ਮੁਸ਼ਕਲ ਹੋ ਜਾਂਦਾ ਲੋਕਾਂ ਨੂੰ, ਭਾਵੇਂ ਫੈਮਿਲੀ ਹੋਵੇ ਜਾਂ ਹਸਬੰਡ ਹੋਵੇ ਜਾਂ ਫਰੈਂਡਸ ਹੋਣ। ਮੈਂ ਇੱਕ ਗੱਲ ਸ਼ੇਅਰ ਕਰਾਂਗਾ ਮੋਨੀ ਦੀ। ਹਾਂਜੀ ਹਾਂਜੀ। ਜਦੋਂ ਇੱਕ ਵਾਰੀ ਬਹੁਤ ਵੱਡਾ ਇਵੈਂਟ ਹੋਣਾ ਸੀ ਇੱਥੇ, ਤੇ ਉਸ ਤੇ ਮੋਨੀ ਨੂੰ ਉਹਨਾਂ ਨੇ ਕਿਹਾ ਕਿ ਤੂੰ MC ਕਰੇਗੀ। ਵਾਹ। ਸੋ ਤੇ ਉਹ ਕਹਿੰਦੀ ਕਿ ਉਹ ਡਰ ਗਈ ਸਟੇਜ ਤੇ ਚੜਨ ਤੋਂ ਪਹਿਲਾਂ, ਮੇਰੇ ਨਾਲ ਸੀਗਾ, ਤੇ ਕਹਿੰਦੀ ਮੈਂ ਕਿਵੇਂ ਕਰਾਂਗੀ। ਮੈਂ ਕਿਹਾ ਜਿੰਨਾ ਤੂੰ ਘਰ ਬੋਲਨੀ ਹੈ ਨਾ, ਅੱਜ 5% ਵੀ ਬੋਲ ਗਈ ਨਾ, ਤੂੰ ਕਾਮਯਾਬ ਹੈ। ਮੈਂ ਕਿਹਾ ਕਿਆ ਬਾਤ ਹੈ, ਕਿਆ ਬਾਤ ਹੈ। ਸੋ ਅਸੀਂ ਇੱਕ ਹਸਬੈਂਡ ਐਂਡ ਵਾਈਫ ਹੈਗੇ ਆ, ਲੇਕਿਨ ਜਦੋਂ ਅਸੀਂ ਕੰਮ ਕਰਨੇ ਆ ਨਾ, ਤਦੋਂ ਅਸੀਂ ਇੱਕ ਦੋਸਤ ਹਾਂ। ਬਿਲਕੁਲ ਹੋਣਾ ਵੀ ਏਦਾਂ ਚਾਹੀਦਾ ਹੈ। ਪ੍ਰੋਫੈਸ਼ਨਲ ਲਾਈਫ ਜਿਹੜੀ ਆ ਤੁਹਾਡੀ ਡਿਫਰੈਂਟ ਆ, ਤੁਹਾਡੀ ਜਿਹੜੀ ਘਰ ਦੀ ਲਾਈਫ ਆ, ਤੁਹਾਡੇ ਰਿਸ਼ਤੇ ਨੇ, ਉਹ ਇੱਕ ਅਲੱਗ ਚੀਜ਼ ਆ। ਸੇਮ ਮੇਰਾ ਤੇ ਸਰਦੂਲ ਜੀ ਦਾ ਸੇਮ ਏਦਾਂ ਹੀ ਆ। ਅਸੀਂ ਜਦੋਂ ਸਟੇਜ ਤੇ ਹੋਈਦਾ, ਉਦੋਂ ਅਸੀਂ ਪਤੀ ਪਤਨੀ ਨਹੀਂ ਹੁੰਦੇ, ਅਸੀਂ ਉਦੋਂ ਆਰਟਿਸਟ ਹੋਈਦਾ। ਦੋ ਆਰਟਿਸਟ ਖੜ ਕੇ ਆਪਣੇ ਆਰਟ ਦਾ ਅਸੀਂ ਪ੍ਰਦਰਸ਼ਨ ਕਰ ਰਹੇ ਹਾਂ, ਖੇਲ ਰਹੇ ਹਾਂ। ਦੋਨੋਂ ਆਰਟਿਸਟ ਆਪਣੇ ਆਰਟ ਦੇ ਨਾਲ ਖੇਲ ਰਹੇ ਹਾਂ, ਮਜ਼ਾ ਵੀ ਆਉਂਦਾ। ਜੇ ਪਤੀ ਪਤਨੀ ਦੇ ਵਿੱਚ ਆਪਾਂ ਰਿਸ਼ਤਿਆਂ 'ਚ ਰਵਾਂਗੇ, ਫਿਰ ਤੁਸੀਂ ਕੰਮ ਨਹੀਂ ਕਰ ਸਕਦੇ। ਹਾਂ, ਮੈਨੂੰ ਬਿਲਕੁਲ ਸਹੀ ਕਿਹਾ। ਕਿਸੇ ਨੇ ਮੈਨੂੰ ਕਿਹਾ, ਕਹਿੰਦੇ ਕਿ ਤੂੰ ਆਪਣੀ ਵਾਈਫ ਨਾਲ ਕੰਮ ਕਰ ਰਿਹਾ, ਤੇ ਮੈਂ ਤਾਂ ਆਪਣੀ ਵਾਈਫ ਦੇ ਨਾਲ ਕਹਿੰਦਾ ਬਹਿ ਵੀ ਨਹੀਂ ਸਕਦਾ। ਮੈਂ ਕਿਹਾ ਯਾਰ, ਜਿਹੜਾ ਬੰਦਾ ਆਪਣੀ ਵਾਈਫ ਨਾਲ ਨਹੀਂ ਕੰਮ ਕਰ ਸਕਦਾ, ਉਹ ਕਿਸੇ ਨਾਲ ਨਹੀਂ ਕੰਮ ਕਰ ਸਕਦਾ। ਬਿਲਕੁਲ, ਕਿਉਂਕਿ ਤੁਹਾਡੀ ਬੌਂਡਿੰਗ ਬਹੁਤ ਅੱਛੀ ਹੁੰਦੀ ਆ, ਕੈਮਿਸਟਰੀ ਤੁਹਾਡੀ ਆਪਣੀ ਵਾਈਫ ਤੋਂ ਬਿਨਾਂ, ਪਤੀ ਪਤਨੀ ਦੀ ਜਿਹੜੀ ਕੈਮਿਸਟਰੀ ਆ, ਉਹ ਕਿਸੇ ਹੋਰ ਨਾਲ ਬਣ ਨਹੀਂ ਸਕਦੀ। ਸੋ ਇਹ ਲੋਕਾਂ ਦੀ ਜਿਹੜੀ ਰਾਏ ਹੈ ਨਾ, ਉਹ ਤੁਹਾਡੇ ਵਰਗੇ ਕਪਲ ਖਾਸ ਕਰਕੇ, ਹੋਰ ਵੀ ਆਉਣ ਵਾਲੇ ਕਪਲ ਨੇ ਸਾਡੇ, ਉਹ ਰੋਲ ਮਾਡਲ ਨੇ। ਆਪਾਂ ਇਹ ਮੈਸੇਜ ਦੇਣਾ ਕਿ ਜਿਹੜੀ ਸਾਡੀ ਸੰਸਾਰ, ਸਾਡੀ ਪੀੜ੍ਹੀ ਅੱਗੇ ਲੈ ਕੇ ਜਾ ਸਕਦੀ, ਸਾਡੇ ਬੱਚਿਆਂ ਨੂੰ ਜਨਮ ਦੇ ਸਕਦੀ ਹੈ, ਪਾਲ ਸਕਦੀ ਹੈ, ਰੋਟੀ ਬਣਾ ਕੇ ਸਾਨੂੰ ਸਾਰਾ ਕੁਝ ਕਰ ਸਕਦੀ ਹੈ, ਉਹ ਸਾਡੇ ਨਾਲ ਬਰਾਬਰ ਕੰਮ ਕਿਉਂ ਨਹੀਂ ਕਰ ਸਕਦੀ। ਕਿਆ ਬਾਤ ਹੈ, ਕਿਆ ਬਾਤ ਹੈ, ਵੈਰੀ ਗੁੱਡ, ਬਹੁਤ ਵਧੀਆ, ਸਹੀ ਗੱਲ ਹੈ। ਕਿਉਂਕਿ ਜਿਹੜੀ ਇਹ ਕੰਮ ਜ਼ਿਆਦਾ ਔਖਾ ਹੈ, ਜਿਹੜਾ ਘਰ ਦੇ ਵਿੱਚ ਕੰਮ ਆ ਨਾ, ਰੋਟੀ ਸਵੇਰ ਤੋਂ ਲੈ ਕੇ, ਬੰਦਾ ਤਾਂ 8 ਘੰਟੇ ਜੌਬ ਕਰਕੇ ਘਰੇ ਆ ਕੇ ਆਰਾਮ ਵੀ ਕਰ ਲੈਂਦਾ ਹੈ ਨਾ, ਸਾਰਿਆਂ ਦੀ ਗੱਲ ਨਹੀਂ ਕਰਦੀ, ਜ਼ਿਆਦਾ ਕਰਕੇ ਲੋਕ ਏਦਾਂ ਨੇ। ਪਰ ਇੱਕ ਔਰਤ ਆ ਜਿਹਦੀ ਕੋਈ ਛੁੱਟੀ ਨਹੀਂ, ਬਿਨਾਂ ਤਨਖਾਹ ਤੋਂ 24 ਘੰਟੇ ਦੀ ਡਿਊਟੀ ਆ, ਸਵੇਰ ਤੋਂ ਲੈ ਕੇ ਰਾਤ ਤੱਕ, ਬੱਚਿਆਂ ਦਾ, ਹਸਬੈਂਡ ਦਾ, ਘਰ ਨੂੰ ਦੇਖਣਾ, ਕਿਚਨ ਦੇਖਣੀ, ਕੱਪੜੇ ਦੇਖਣੇ, ਤੁਹਾਡੀ ਰਿਸ਼ਤੇਦਾਰੀਆਂ ਦੇਖਣੀਆਂ, ਤੁਹਾਡੇ ਭੈਣ ਭਰਾਵਾਂ ਨੂੰ ਦੇਖਣਾ, ਔਰ ਫਿਰ ਜਦੋਂ ਆਰਾਮ ਕਰ ਰਹੀ ਰਾਤ ਨੂੰ ਵੀ ਕਿਸੇ ਨੂੰ ਪ੍ਰੋਬਲਮ ਪੈ ਗਈ, ਫਿਰ ਵੀ ਉਹਨੇ ਉੱਠਣਾ ਹੈ। ਸਭ ਤੋਂ ਮੂਹਰੇ ਔਰਤ ਨਹੀਂ ਹੋਣਾ ਹੈ। ਇਸੇ ਕਰਕੇ ਜਿਹੜੀ ਔਰਤ ਆ ਨਾ, ਉਹਨੂੰ ਦੁਰਗਾ ਦਾ ਰੂਪ ਦਿੱਤਾ ਗਿਆ, ਉਹਨੂੰ ਦੇਵੀ ਦਾ ਰੂਪ ਦਿੱਤਾ ਗਿਆ। ਕਿਉਂਕਿ ਤੁਸੀਂ ਦੇਖਿਆ ਹੋਣਾ ਹੈ, ਮਾਂ ਦੁਰਗਾ ਦੀਆਂ ਜਿਵੇਂ ਕਿੰਨੀਆਂ ਸਾਰੀਆਂ ਭੁਜਾਵਾਂ ਦਿਖਾਈਆਂ ਗਈਆਂ ਨੇ, ਕਿਤੇ 4 ਭੁਜਾਵਾਂ ਨੇ, ਕਿਤੇ 8 ਨੇ, ਕਿਤੇ 10 ਵੀ ਨੇ। ਉਹ ਇਹੀ ਆ ਕਿ ਉਹਦੇ ਅੰਦਰ ਦੀ ਪਾਵਰ ਆ, ਉਹ ਜਿਹੜੀਆਂ ਬਾਹਾਂ ਨੇ ਨਾ, ਉਹਦੇ ਅੰਦਰ ਦੀ ਪਾਵਰ ਆ, ਵੀ ਉਹ ਕਿੰਨੇ ਤਰ੍ਹਾਂ ਦੀ ਪਾਵਰ ਆ, ਕਿੰਨੇ ਤਰ੍ਹਾਂ ਦੀਆਂ ਬਿਰਤੀਆਂ ਨੇ। ਬਿਰਤੀ ਵੀ ਹੁੰਦੀ ਨਾ, ਬਹੁਤ ਤਰ੍ਹਾਂ ਦੀ ਬਿਰਤੀ ਹੁੰਦੀ ਆ। ਜਿਵੇਂ 10 ਤਰ੍ਹਾਂ ਦੇ ਰਸ ਹੁੰਦੇ ਨੇ, 10ਵਾਂ ਰਸ ਗੁਪਤ ਆ, 9 ਰਸ ਦੁਨੀਆ 'ਚ ਸਭ ਨੂੰ ਪਤਾ ਹੈ। ਹਰ ਤਰ੍ਹਾਂ ਦਾ ਰਸ, ਹਰ ਤਰ੍ਹਾਂ ਦੀ ਬਿਰਤੀ ਆ ਉਹ ਇੱਕ ਤਰ੍ਹਾਂ ਦੀ ਨਾ। ਤੇ ਉਹ ਚੀਜ਼ਾਂ ਜਿਹੜੀਆਂ ਸਾਰੀਆਂ ਨੇ, ਉਹ ਔਰਤ ਦੇ ਵਿੱਚ ਕੁਝ ਜ਼ਿਆਦਾ ਨੇ। ਔਰਤ ਦੇ ਅੰਦਰ ਪਰਮਾਤਮਾ ਨੇ ਸਹਿਣਸ਼ੀਲਤਾ ਬਹੁਤ ਦਿੱਤੀ ਹੋਈ ਆ। ਉਹਦੇ ਆਸੇ ਪਾਸੇ ਜੋ ਮਰਜ਼ੀ ਹੋ ਜਾਵੇ, ਪਰ ਉਹ ਨਾ ਸਾਰਾ ਕੁਝ ਬਰਦਾਸ਼ਤ ਕਰਕੇ ਆਪਣੇ ਆਪ ਨੂੰ ਖੜਾ ਕਰ ਲੈਂਦੀ ਹੈ। ਫਿਰ ਜਿੰਨੀਆਂ ਮਰਜ਼ੀ ਤਕਲੀਫਾਂ ਹੋਣ ਅੰਦਰ, ਜਿੰਨਾ ਮਰਜ਼ੀ ਦਰਦ ਹੋਵੇ ਦਿਲ ਦੇ ਵਿੱਚ, ਪਰ ਉਹ ਆਪਣੇ ਪਰਿਵਾਰ ਨੂੰ ਉਹ ਇਹੀ ਸੋਚੂਗੀ, ਨਹੀਂ, ਮੈਂ ਆਪਣੇ ਪਰਿਵਾਰ ਨੂੰ ਆਪਣਾ ਦਰਦ
ਆਪਣੀ ਜਿਹੜੀ ਟੈਨਸ਼ਨ ਆ ਉਹ ਆਪਣੇ ਪਰਿਵਾਰ ਨੂੰ ਨਹੀਂ ਦੇਣੀ। ਉੱਥੇ ਫਿਰੀ ਸਹੀ ਜਾਊਗੀ ਗੱਲ। ਤੇ ਦਿਮਾਗ 'ਚ ਸਭ ਕੁਝ ਚੱਲ ਰਿਹਾ ਹੁੰਦਾ ਹੈ, ਟੈਨਸ਼ਨ ਵੀ ਚੱਲ ਰਹੀ ਆ ਔਰ ਉਹ ਤਕਲੀਫ ਉਹ ਦਰਦ ਵੀ ਚੱਲ ਰਿਹਾ ਅੰਦਰ ਅੰਦਰ, ਪਰ ਉਹ ਸਮਾਈਲ ਕਰਦੀ ਕਰਦੀ ਸਾਰੇ ਕੰਮ ਵੀ ਕਰੀ ਜਾਂਦੀ ਆ, ਸਭ ਨੂੰ ਦੇਖੀ ਵੀ ਜਾਂਦੀ ਆ, ਟੇਕ ਕੇਅਰ ਵੀ ਸਭ ਦੀ ਕਰੀ ਜਾਂਦੀ ਆ। ਅਗਰ ਬਾਹਰ ਉਹ ਲੇਡੀ ਜੌਬ ਵੀ ਕਰਦੀ ਆ ਤਾਂ ਉਹਨੇ ਬਾਹਰ ਜੌਬ ਵੀ ਕਰਕੇ ਆਈ ਜਾਣਾ, ਲੋਕਾਂ ਦੇ ਵਿੱਚ ਵੀ ਏਦਾਂ ਕਿਸੇ ਨੂੰ ਮਹਿਸੂਸ ਨਹੀਂ ਹੋਣ ਦਿੰਦੀ ਔਰਤ। ਹਾਂਜੀ ਬਿਲਕੁਲ ਸਹੀ ਗੱਲ ਹੈ। ਸੁਣਿਆ ਇਸ ਕਰਕੇ ਸਹਿਣਸ਼ੀਲਤਾ ਜਿਹੜੀ ਹੈ ਨਾ ਔਰਤ ਦੇ ਵਿੱਚ। ਨਹੀਂ, ਇੱਕ ਗੱਲ ਹੋਰ ਆ, ਕਈ ਜਿਹੜੇ ਮਰਦ ਨੇ ਨਾ ਉਹਨਾਂ ਦੇ ਅੰਦਰ ਵੀ ਇੱਕ, ਹਰ ਬੰਦੇ ਦੇ ਅੰਦਰ ਵੀ ਹਰ ਔਰਤ ਦੇ ਅੰਦਰ ਵੀ ਦੋ ਰੂਪ ਹੁੰਦੇ ਨੇ। ਬੰਦੇ ਦੇ ਅੰਦਰ ਇਸਤਰੀ ਰੂਪ ਵੀ ਹੁੰਦਾ ਹੈ, ਮਰਦ ਇਸਤਰੀ ਦੋਨੋਂ ਰੂਪ ਹੁੰਦੇ ਨੇ। ਔਰਤ ਦੇ ਅੰਦਰ ਵੀ ਮਰਦ ਇਸਤਰੀ ਦੋਨੋਂ ਤਰ੍ਹਾਂ ਦੇ ਬਿਰਤੀਆਂ ਰੂਪ ਹੁੰਦੇ ਨੇ। ਉਹ ਇਹ ਹੈ ਕਿ ਵੀ ਕਈ ਬੰਦੇ ਮੈਂ ਦੇਖੇ ਨੇ ਜਿਨ੍ਹਾਂ ਦੇ ਅੰਦਰ ਮਮਤਾ ਬਹੁਤ ਹੁੰਦੀ ਆ, ਉਹ ਲੇਡੀਜ਼ ਵਾਂਗੂ ਉਹਨਾਂ ਨੂੰ ਹੁੰਦਾ ਕਿ ਮੈਂ ਘਰ ਨੂੰ ਬਣਾਵਾਂ, ਘਰ ਨੂੰ ਜੋੜਾਂ, ਬੱਚਿਆਂ ਨੂੰ ਪਾਲਣਗੇ, ਨਾਲ ਲੇਡੀਜ਼ ਦੇ ਕੰਮ ਵੀ ਕਰਾਉਣਗੇ। ਉਹਨਾਂ ਦੇ ਅੰਦਰ ਮਾਂ ਵਰਗੀ ਭਾਵਨਾ ਹੁੰਦੀ ਕਈਆਂ ਦੇ ਮਰਦਾਂ ਦੇ ਅੰਦਰ, ਮੈਂ ਦੇਖੀ ਆ। ਮੈਂ ਇਹ ਆਪਣੇ ਪਾਪਾ ਦੇ ਅੰਦਰ ਦੇਖੀ ਆ ਔਰ ਮੇਰੇ ਬ੍ਰਦਰ ਵੱਡੇ ਕਰਮਾ ਉਹਦੇ ਅੰਦਰ ਦੇਖੀ ਆ ਮੈਂ ਚੀਜ਼। ਇੱਕ ਮਮਤਾ ਜਿਹੜੀ ਹੁੰਦੀ ਨਾ ਮਾਂ ਦੀ, ਉਹ ਮੈਂ ਉਹਨਾਂ ਦੇ ਅੰਦਰ ਦੇਖੀ ਆ। ਉਹ ਬਹੁਤ ਪਿਆਰ ਵੀ ਕਰਦੇ ਨੇ, ਉਹਨਾਂ ਨੇ ਸਾਰਾ ਕੁਝ ਸਹਿਨ ਕਰੀ ਜਾਣਾ ਹੈ ਔਰ ਦੂਜਿਆਂ ਨੂੰ ਮਹਿਸੂਸ ਵੀ ਨਹੀਂ ਹੋਣ ਦਿੰਦੇ, ਦੂਜਿਆਂ ਨੂੰ ਕਲਾਵਿਆਂ 'ਚ ਲੈ ਲੈ ਕੇ ਪਿਆਰ ਵੀ ਕਰੀ ਜਾਣਾ। ਕੀ ਬਾਤ ਹੈ। ਇਹ ਬਹੁਤ ਔਖੀ ਚੀਜ਼ ਆ, ਬਹੁਤ ਔਖੀ ਚੀਜ਼ ਆ। ਸੋ ਮੈਨੂੰ ਤਾਂ ਲੱਗਦਾ ਹੈ ਕਿ ਜਿਹੜੀ ਤੁਹਾਡੀ ਜੋੜੀ ਆ ਨਾ, ਤੁਹਾਡੇ ਦੋਨਾਂ ਦੇ ਵਿੱਚ ਕਹਿੰਦੇ ਨਾ ਵੀ ਨੈਗੇਟਿਵ ਤੇ ਪੋਜ਼ਿਟਿਵ ਦੋ ਜਿਹੜੀਆਂ ਵਾਈਜ਼ ਨੇ ਉਹ ਇਕੱਠੀਆਂ ਹੋ ਕੇ ਤਾਂ ਹੀ ਲਾਈਟ ਔਨ ਹੋ ਸਕਦੀ ਆ। ਜੀ ਜੇ ਤੁਸੀਂ ਪੋਜ਼ਿਟਿਵ ਦੇ ਨਾਲ ਪੋਜ਼ਿਟਿਵ ਲਗਾ ਦਿਓ ਤਾਂ ਕੁਝ ਨਹੀਂ ਹੋਊਗਾ, ਹਨਾ। ਇਸ ਕਰਕੇ ਸਹੀ ਗੱਲ। ਇਹ ਦੁਨੀਆ ਦਾ ਅਸੂਲ ਆ, ਦਿਨ ਰਾਤ ਹਨਾ, ਹਨੇਰਾ ਚਾਨਣਾ। ਤੇ ਇਹ ਚੀਜ਼ਾਂ ਜਿਹੜੀਆਂ ਨੇ ਪਤੀ ਪਤਨੀ ਦੇ ਜਿਹੜੇ ਇੱਕ ਰੂਪ ਨੇ, ਦੋਨਾਂ ਦੇ ਵਿੱਚੋਂ ਕੋਈ ਨਾ ਕੋਈ ਏਦਾਂ ਹੁੰਦਾ, ਉਲਟ ਹੁੰਦੀ ਹੈ ਬਿਰਤੀ ਦੋਨਾਂ ਦੀ। ਜੇ ਸੇਮ ਬਿਰਤੀ ਹੋਊਗੀ ਤਾਂ ਫਿਰ ਉਹ ਲੰਘ ਨਹੀਂ ਸਕਦੀ, ਉਹਨਾਂ ਦੀ ਜ਼ਿੰਦਗੀ ਨਹੀਂ ਲੰਘ ਸਕਦੀ। ਬਿਲਕੁਲ ਕਈ ਮੈਂ ਹਸਬੈਂਡ ਵਾਈਫ ਦੇਖੇ ਨੇ, ਦੋਨੋਂ ਹੀ ਵਿਚਾਰੇ ਬਹੁਤ ਹੀ ਜ਼ਿਆਦਾ ਸਾਊ ਨੇ, ਦੁਨੀਆ ਲੁੱਟ ਲੁੱਟ ਕੇ ਖਾਈ ਜਾਂਦੀ ਹੈ, ਉਹਨਾਂ ਨੂੰ ਪਤਾ ਨਹੀਂ ਲੱਗਦਾ ਵਿਚਾਰਿਆਂ ਨੂੰ। ਇੱਕ ਬੰਦਾ ਥੋੜਾ ਜਿਹਾ ਹੋਣਾ ਚਾਹੀਦਾ ਜੁਰਤ ਵਾਲਾ, ਇੱਕ ਥੋੜਾ ਕੰਮ ਹੋਣਾ ਚਾਹੀਦਾ, ਤਾਂ ਜਾ ਕੇ ਗੱਡੀ ਤੁਰਦੀ ਆ ਰਿਸ਼ਤੇ ਦੀ। ਬਿਲਕੁਲ ਸਹੀ ਹੈ। ਤੁਸੀਂ ਜਿਹੜੀ ਆ ਤਾਰਾਂ ਜੋੜਨ ਦੀ ਗੱਲ ਕੀਤੀ, ਕਈ ਵਾਰੀ ਉਹ ਤਾਰਾਂ ਨਾਲ ਪਟਾਕੇ ਵੀ ਪੈਂਦੇ ਨੇ ਘਰੇ। ਉਹ ਪਟਾਕੇ ਪੈਂਦੇ ਨੇ ਤਾਂ ਜੇ ਤਾਰਾਂ ਕਮਜ਼ੋਰ ਹੋਣ। ਅਗਰ ਵਾਇਰ ਕੇ ਵਧੀਆ ਹੋਵੇ ਨਾ, ਸੋਲਿਡ ਹੋਵੇ, ਫੇਰ ਨਹੀਂ ਪੈਂਦੇ ਹੈਗੇ। ਇਹ ਤਾਂ ਹੈ ਜੀ, ਕਮਜ਼ੋਰ ਵਾਇਰਾਂ ਨਾਲ ਪਟਾਕੇ ਪੈਂਦੇ ਨੇ। ਜਦੋਂ ਤੁਹਾਡੀ ਸੋਚ ਕਮਜ਼ੋਰ ਹੋਵੇ ਤੇ ਫੇਰ ਪਟਾਕੇ ਪੈਂਦੇ ਨੇ। ਜਦੋਂ ਤੁਹਾਡੀ ਸੋਚ ਵਧੀਆ ਨਾ ਵੀ ਕੋਈ ਗੱਲ ਨਹੀਂ, ਪੋਜ਼ਿਟਿਵ ਸੋਚ ਰੱਖ ਕੇ ਤੁਸੀਂ ਤੁਰਦੇ ਹੋ, ਫਿਰ ਪਟਾਕੇ ਨਹੀਂ ਪੈਂਦੇ। ਬਿਲਕੁਲ ਸਹੀ। ਬਹੁਤ ਵਧੀਆ ਗੱਲ ਕੀਤੀ। ਮੈਂ ਆਉਣ ਵਾਲੀ ਜਿੰਨੇ ਵੀ ਕਪਲਸ ਨੇ, ਜਿੰਨੀ ਵੀ ਜਨਤਾ ਹੈ, ਸਾਰਿਆਂ ਨੂੰ ਕਹਾਂਗਾ ਜਿਹੜੀ ਨੂਰੀ ਜੀ ਇਸ ਟਾਈਮ ਜਿਹੜੀ ਗੱਲ ਇੱਕ ਹਸਬੈਂਡ ਐਂਡ ਵਾਈਫ ਨੂੰ ਦੱਸ ਰਹੇ ਨੇ, ਅਗਰ ਇਹਨੂੰ ਤੁਸੀਂ ਲੈ ਕੇ ਚੱਲੋ, ਸਿੱਖ ਬਣਾ ਲਓ ਆਪਣੀ, ਅੱਜ ਕੁਝ ਸਿੱਖੋ ਤੇ ਬਹੁਤ ਵਧੀਆ ਜ਼ਿੰਦਗੀ ਹੈ। ਯਾਨੀ ਜ਼ਿੰਦਗੀ ਬਹੁਤ ਛੋਟੀ ਹੈ। ਸਹੀ ਗੱਲ ਹੈ, ਜ਼ਿੰਦਗੀ ਬਹੁਤ ਛੋਟੀ ਹੈ। ਲੜਾਈਆਂ ਝਗੜਿਆਂ 'ਚ ਤੇਰਾ ਮੇਰਾ, ਪੈਸਾ ਘੱਟ ਵੱਧ ਵਿੱਚ ਕੀ ਰੱਖਿਆ ਹੈ? ਥੋੜਾ ਪਾ ਲਓ, ਥੋੜਾ ਖਾ ਲਓ। ਹਾਂ, ਤੁਸੀਂ ਸੁਪਨੇ ਸੋਚੋ ਵੀ ਮੈਂ ਆਹ ਕਰਨਾ ਹੈ, ਮੈਨੂੰ ਆਹ ਚਾਹੀਦਾ, ਸੁਪਨੇ ਵੱਡੇ ਸੋਚੋ, ਉਹਦੇ ਲਈ ਮਿਹਨਤ ਕਰੋ, ਦੁਖੀ ਨਾ ਹੋਵੋ। ਮਿਹਨਤ ਕਰਕੇ ਜੇ ਤੁਹਾਨੂੰ ਉਹ ਚੀਜ਼ ਮਿਲ ਜਾਂਦੀ ਆ ਤਾਂ ਬਹੁਤ ਸ਼ੁਕਰੀਆ ਅਦਾ ਕਰੋ ਪਰਮਾਤਮਾ ਦਾ। ਨਹੀਂ ਤਾਂ ਜੋ ਤੁਹਾਡੇ ਕੋਲ ਹੈਗਾ ਹੈ ਉਹਦੇ ਵਿੱਚ ਵੀ ਸਬਰ ਸੰਤੋਖ ਰੱਖੋ, ਰੱਬ ਦਾ ਸ਼ੁਕਰ ਕਰੋ, ਕਿਉਂਕਿ ਕਈਆਂ ਕੋਲ ਤਾਂ ਓਨਾ ਵੀ ਨਹੀਂ ਹੈਗਾ। ਬਿਲਕੁਲ ਸਹੀ। ਇਸ ਕਰਕੇ ਜਿੰਨਾ ਹੈਗਾ, ਜਦੋਂ ਆਪਾਂ ਸਬਰ ਸ਼ੁਕਰ ਦੇ ਵਿੱਚ ਰਹਿੰਦੇ ਹਾਂ ਨਾ, ਫਿਰ ਸਾਨੂੰ ਕੋਈ ਦੁੱਖ ਨਹੀਂ ਹੁੰਦਾ। ਹਾਂ, ਪਤੀ ਪਤਨੀ ਦੇ ਜਿਹੜੇ ਫੈਮਿਲੀ ਦੇ ਵਿੱਚ ਜਿਹੜੇ ਆਪਣੇ ਪਰਿਵਾਰ ਆ, ਬੱਚੇ ਆ, ਹੋਰ ਵੀ ਫੈਮਿਲੀ ਦੇ ਵਿੱਚ ਪਰਿਵਾਰ ਦੇ ਵਿੱਚ ਰਿਸ਼ਤੇ ਹੁੰਦੇ ਆ, ਪੇਰੈਂਟਸ ਨੇ, ਤੁਸੀਂ ਹੋ, ਅੱਗੇ ਬੱਚੇ ਆ। ਕਈ ਵਾਰੀ ਕੀ ਹੁੰਦਾ ਹੈ, ਤੁਹਾਨੂੰ ਸਪੇਸ ਨਹੀਂ ਮਿਲਦੀ। ਬਿਲਕੁਲ ਸਹੀ। ਤੁਸੀਂ ਇੰਨਾ ਜ਼ਿਆਦਾ ਘੰਟੇ ਇਕੱਠੇ ਰਹਿੰਦੇ ਹੋ ਤਾਂ ਫਿਰ ਉਹ ਉਲਝਣਾ ਪੈਂਦੀਆਂ ਨੇ, ਅੜਕਦੇ ਹੋ, ਭਾਂਡੇ ਕਹਿੰਦੇ ਨੇ ਫਸਦੇ ਨੇ, ਫਿਰ ਸਪੇਸ ਨਹੀਂ ਦੇ ਵਿੱਚ ਵੱਜਦੇ, ਖੜਕਾ ਹੁੰਦਾ ਹੈ। ਬਸ ਮੈਂ ਕਹਿੰਦੀ ਉਹ ਭਾਂਡੇ ਖੜਕਣੇ ਤਾਂ ਚਾਹੀਦੇ ਆ ਜ਼ਰੂਰ, ਭਾਂਡੇ, ਕਿਉਂਕਿ ਉਹ ਰੌਣਕ ਆ ਘਰ ਦੀ, ਪਰ ਟੁੱਟਣੇ ਨਹੀਂ ਚਾਹੀਦੇ। ਟੁੱਟਣ ਵਾਸਤੇ ਫਿਰ ਤੁਹਾਨੂੰ ਲੱਗਦਾ ਵੀ ਇੱਕ ਭਾਂਡਾ ਕਮਜ਼ੋਰ ਆ, ਉਹ ਕੱਚ ਦਾ ਭਾਂਡਾ ਹੈ, ਉਹ ਅਗਰ ਮੈਟਲ ਦੇ ਨਾਲ ਵੱਜ ਕੇ ਟੁੱਟ ਜਾਏਗਾ ਤਾਂ ਉਹਦੀ ਥੋੜੀ ਸਪੇਸ ਬਣਾ ਕੇ ਰੱਖੋ। ਪਤਾ ਵੀ ਆਹ ਰਿਸ਼ਤਾ ਕਮਜ਼ੋਰ ਆ ਸਾਡਾ, ਇਹ ਛੇਤੀ ਇਮੋਸ਼ਨਲ ਹੁੰਦਾ ਹੈ, ਇਹਨੂੰ ਦਰਦ ਛੇਤੀ ਹੁੰਦਾ, ਇਹਨੂੰ ਤਕਲੀਫ ਛੇਤੀ ਹੁੰਦੀ ਆ, ਤਾਂ ਉਹਦੇ ਨਾਲ ਥੋੜੀ ਜਿਹੀ ਸਪੇਸ ਬਣਾ ਕੇ ਰੱਖੋ। ਕਦੇ ਕਦੇ ਦੂਰ ਚਲ ਜਾਓ, 2 ਦਿਨ ਪਾਸੇ ਰਹਿ ਜਾਓ, ਫਿਰ ਉਹਦੇ ਕੋਲ ਥੋੜਾ ਟਾਈਮ ਦਿਓ, ਫਿਰ ਉਹ ਮਿਸ ਕਰੇ।
ਹਨਾ। ਇਹ ਤਾਂ ਹੈ। ਆਹ ਚੀਜ਼ਾਂ ਨੇ। ਤਾਂ ਹੀ ਅੱਗੇ ਪੁਰਾਣੇ ਜ਼ਮਾਨਿਆਂ ਦੇ ਵਿੱਚ ਕੀ ਹੁੰਦਾ ਸੀਗਾ, ਜਦੋਂ ਵਿਆਹ ਕੇ ਆਉਂਦੇ ਸੀਗੇ, ਵਿਆਹ ਹੁੰਦਾ ਸੀਗਾ 15 ਦਿਨ ਰਹਿ ਕੇ ਫਿਰ ਜਿਹੜੀ ਕੁੜੀ ਹੁੰਦੀ ਸੀ ਆਪਣੇ ਮਾਇਕੇ ਚਲੇ ਜਾਂਦੀ ਸੀ 2-2.5 ਮਹੀਨਿਆਂ ਵਾਸਤੇ। ਜੀ। ਫਿਰ ਉਹ ਆਉਂਦੀ ਸੀਗੀ ਹਨਾ। ਏਦਾਂ ਆਣਾ ਜਾਣਾ ਪੇਕਿਆਂ ਦੇ ਵਿੱਚ ਇੱਕ ਰੀਤ ਬਣੀ ਹੁੰਦੀ ਸੀਗੀ। ਹੁਣ ਆਹ ਤਿਉਹਾਰ ਆ ਗਿਆ ਜੀ, ਕੁੜੀ ਨੇ ਜਾਣਾ ਹੈ, ਮਹੀਨਾ ਰਹਿਣਾ, 2 ਮਹੀਨੇ ਰਹਿਣੇ ਆ। ਉਹ ਜਿਹੜਾ ਪਤੀ ਪਤਨੀ ਦੇ ਵਿੱਚ ਫੈਮਿਲੀ ਦੇ ਵਿੱਚ ਥੋੜੀ ਸਪੇਸ ਹੋ ਜਾਂਦੀ ਸੀ ਨਾ, ਫਿਰ ਬੰਦਾ ਇੱਕ ਦੂਜੇ ਨੂੰ ਮਿਸ ਕਰਦਾ। ਜਦੋਂ ਦੂਰ ਜਾਂਦਾ ਨਾ, ਜਦੋਂ ਬੰਦਾ ਕੋਲ ਹੁੰਦਾ ਉਦੋਂ ਸਿਰਫ ਖਾਮੀਆਂ ਨਜ਼ਰ ਆਉਂਦੀਆਂ ਵੀ ਇਹਨੇ ਆਹ ਕੀਤਾ, ਇਹ ਤਾਂ ਐਵੇਂ ਦਾ ਹੈ। ਜਦੋਂ ਬੰਦਾ ਦੂਰ ਜਾਂਦਾ ਨਾ, ਫਿਰ ਤੁਹਾਨੂੰ ਉਹਦੇ ਗੁਣ ਚੇਤੇ ਆਉਂਦੇ ਆ। ਇਹ ਤਾਂ ਇਸ ਹੈ। ਕਰਕੇ ਸਪੇਸ ਥੋੜੀ ਜਿਹੀ ਵਿੱਚ ਵਿੱਚ ਕਦੇ ਜ਼ਿੰਦਗੀ 'ਚ ਲਾਜ਼ਮੀ ਹੁੰਦੀ ਆ। ਸਪੇਸ ਜ਼ਰੂਰੀ ਹੈ ਡਾਰਲਿੰਗ। ਮਤਲਬ ਹਾਲੇ ਤਾਂ ਕੋਵਿਡ ਚੱਲ ਰਿਹਾ, ਨਹੀਂ ਤਾਂ ਮੋਨੀ ਨੇ ਕੱਲ ਫਲਾਈਟ ਲੈ ਕੇ ਇੰਡੀਆ ਪਹੁੰਚ ਜਾਣਾ ਸੀ। ਮੈਂ ਆਈ ਐਮ ਨਹੀਂ, ਹੁਣ ਅਸੀਂ ਮੋਨੀ ਨੂੰ ਕੱਲੀ ਨੂੰ ਨਹੀਂ ਆਉਣ ਦੇਣਾ। ਹੁਣ ਤਾਂ ਕੁਲਦੀਪ ਜੀ ਨਾਲ ਆਉਣਗੇ, ਹੁਣ ਠੀਕ ਹੈ ਜੋੜੀ ਜੀ, ਆਊਗੀ। ਬਹੁਤ ਮੈਂ ਤੇ ਆਲਰੇਡੀ ਪਲਾਨ ਬਣਾਇਆ ਹੈ। ਮੋਨੀ ਨੂੰ ਕਿਹਾ ਕਿ ਜਦੋਂ ਵੀ ਮੈਂ ਇੰਡੀਆ ਗਿਆ ਮੈਂ ਤੁਹਾਡੇ ਘਰੇ ਆਪਾਂ ਦੋਵੇਂ ਚੱਲਾਂਗੇ, 2-3 ਦਿਨ ਰਵਾਂਗੇ, ਮੋਸਟ ਵਧੀਆ ਵੈਲਕਮ। ਟਾਈਮ ਜਿੰਨੀ ਸਪੈਂਡ ਦੇਰ ਰਹਿਣਾ ਕਰਾਂਗੇ। ਤੁਸੀਂ ਇੰਡੀਆ, ਇੱਥੇ ਹੀ ਰਹਿਣਾ ਹੈ। ਇੱਥੋਂ Thank ਜਾ you, ਕੇ thank ਸਾਰਿਆਂ ਨੂੰ ਮਿਲ ਮੁਲ ਕੇ ਫਿਰ ਇੱਥੇ ਆ ਜਾਣਾ ਹੈ। ਤੁਸੀਂ you. ਜਦੋਂ ਇਹਨਾਂ ਦਾ ਘਰ ਵੇਖੋਗੇ ਤਾਂ ਤੁਸੀਂ ਦੇਖਦੇ ਹੀ ਰਹਿ ਮੈਂ ਜਾਓਗੇ। ਦੇਖਿਆ ਜੀ, ਇਟਸ ਅ ਫੋਟੋਆਂ 'ਚ। ਬਿਊਟੀਫੁਲ ਹਾਊਸ, ਇਟਸ ਲਾਈਕ ਅ ਰਿਸੋਰਟ। ਮੈਂ ਦੇਖਿਆ ਪਿੱਛੇ ਜੇ ਤੁਸੀਂ Thank you. ਮੋਰ ਨਾਲ ਵੀ ਖੇਡਣ ਦੇ ਸੀਗੇ, ਉਹਨੂੰ ਖਵਾਉਣ ਦੇ ਸੀ, ਆਇਰਨ ਨੂੰ ਕੀ ਕਰ ਰਹੇ ਸੀ ਆ ਹਾਂਜੀ, ਮੋਰ ਨੇ ਮੋਰ ਪੂਰੇ ਬਹੁਤ ਪੰਖ ਸਾਰੇ ਖੋਲੇ ਇੱਥੇ। ਹੋਏ ਸੀ, ਪੂਰੇ ਹਾਂਜੀ। ਪੰਖ ਫੈਲਾ ਰਿਹਾ ਸੀ ਮੋਰ। ਹਾਂਜੀ, ਪਹਿਲਾਂ ਪਾਉਂਦੇ ਨੇ, ਸਵੇਰੇ ਆ ਕੇ ਉਹਨੇ ਡੇਲੀ ਪਹਿਲ ਪਾਉਣੀ ਆ, ਵੀ ਨੱਚਦੇ ਫਿਰਨਾ ਹੋਣਾ। ਕਾਫੀ ਸਾਰੇ ਮੋਰ ਨੇ, ਮੋਰਨੀਆਂ, ਮੋਰ, ਉਹਨਾਂ ਦੇ ਬੱਚੇ ਤੇ ਹੋਰ ਵੀ ਪੰਛੀ ਹੈਗੇ ਨੇ, ਤੋਤੇ ਬਹੁਤ ਸਾਰੇ ਨੇ, ਚਿੜੀਆਂ ਨੇ ਛੋਟੀ ਛੋਟੀਆਂ, ਹਰੀਆਂ, ਪੀਲੀਆਂ, ਨੀਲੀਆਂ, ਐਵੇਂ ਦੀਆਂ। ਔਰ ਹਰ ਤਰ੍ਹਾਂ ਦਾ ਪੰਛੀ ਹੈਗਾ ਇੱਥੇ, ਹਰ ਤਰ੍ਹਾਂ ਦੇ ਪੰਛੀ ਨੇ, ਬੜੇ ਖੂਬਸੂਰਤ। ਇੱਕ ਗਰੁੜ ਨਹੀਂ ਹੁੰਦਾ, ਹਾਂ ਨੀਲਾ ਹਰਾ ਜਿਹਾ, ਹਾਂ। ਉਹ ਵੀ ਹੈਗੇ ਨੇ ਇੱਥੇ। ਉਹਨਾਂ ਦੇ ਬੱਚੇ ਵੀ ਹੈਗੇ ਨੇ, ਆਲ੍ਹਣੇ ਨੇ ਪਾਏ ਹੋਏ ਨੇ ਉਹਨਾਂ ਨੇ ਨਾ। ਕੀ ਤੇ ਬਾਤ ਮੈਂ ਹੈ। ਜਦੋਂ ਬਾਹਰ ਨਿਕਲਦੀ ਆ ਨਾ, ਫਿਰ ਉਹਨਾਂ ਨੂੰ ਆਵਾਜ਼ ਮਾਰਦੀ, ਉਹਨਾਂ ਦਾ ਦਾਣਾ ਰੋਟੀ ਰੋਟੀ ਲੈ ਕੇ ਨਾ, ਲੈ ਕੇ ਜਾਂਦੀ ਆ ਬਾਹਰ। ਮੈਂ ਸਾਰਿਆਂ ਨੂੰ ਆਵਾਜ਼ ਮਾਰਦੀ ਆ, ਉਹ ਸਾਰੇ ਇਕੱਠੇ ਹੋ ਕੇ ਆ ਜਾਂਦੇ ਆ। ਫਿਰ ਮੈਨੂੰ ਬਹੁਤ ਵਧੀਆ ਲੱਗਦਾ, ਕਿਉਂਕਿ ਮੈਂ ਨੇਚਰ ਨੂੰ ਬਹੁਤ ਪਿਆਰ ਕਰਦੀ ਆ। ਇਹ ਜਿਹੜੀ ਪ੍ਰਕਿਰਤੀ ਹੈ ਨਾ, ਇਹ ਉਹਦਾ ਰੂਪ ਆ, ਪਰਮਾਤਮਾ ਦਾ ਰੂਪ ਆ। ਉਹ ਕਿਸੇ ਕਿਸੇ ਉਹ ਕਿੱਦਾਂ ਕਿੱਦਾਂ ਬੋਲਦਾ, ਕਿਤੋਂ ਕਿੱਦਾਂ ਦਾ ਸਵਰ ਨਿਕਲਦਾ ਹੈ। ਜਿਵੇਂ ਆਪਣੀ ਸੱਤ ਸੁਰਾਂ ਦਾ ਜਿਹੜਾ ਹੈਗਾ ਹੈ, ਉਹਦੇ ਵਿੱਚ ਅਲੱਗ ਅਲੱਗ ਸੁਰਾਂ, ਸਾ ਏ, ਰੇ ਆ, ਗਾ ਏ, ਅਲੱਗ ਅਲੱਗ ਧੁਨੀ ਨਿਕਲਦੀ ਹੈ ਨਾ। ਬਿਲਕੁਲ। ਅਲੱਗ ਅਲੱਗ ਜਿਹੜੇ ਨੋਟ ਨੇ, ਉਹ ਸਾਰੀਆਂ ਅਲੱਗ ਅਲੱਗ ਪੰਛੀਆਂ ਦੇ ਵਿੱਚ, ਅਲੱਗ ਅਲੱਗ ਜੀਵਾਂ ਦੇ ਵਿੱਚ ਉਹ ਆਵਾਜ਼ ਲੈ ਕੇ ਬੋਲਦਾ ਹੈ। ਫਿਰ ਉਹ ਹਾਰਮਨੀ ਬਣਦੀ ਹੈ ਇੱਕ ਨਾ। ਫਿਰ ਆਪਾਂ ਜਦੋਂ ਸਵੇਰੇ ਉੱਠਦੇ ਆ ਤੇ ਉਹ ਚਿੜੀਆਂ ਦਾ ਚੈਂ ਚੈਂ ਕਰਨਾ, ਪੰਛੀ ਸਾਰੇ ਇਕੱਠੇ ਹੋ ਕੇ ਜਦੋਂ ਬੋਲਦੇ, ਕਿ ਕੁਦਰਤ ਦੀ ਇੱਕ ਆਪਣੀ ਆਵਾਜ਼ ਹੁੰਦੀ ਆ। ਤੁਸੀਂ ਮੈਡੀਟੇਸ਼ਨ ਕਰਦੇ ਹੋ, ਸਵੇਰੇ ਬੈਠਦੇ ਨਾ, ਫਿਰ ਤੁਹਾਨੂੰ ਇੰਨਾ ਆਨੰਦ ਆਉਂਦਾ ਹੈ, ਇੱਕ ਹਾਰਮਨੀ ਤੁਹਾਨੂੰ ਸੁਣਦੀ ਆ ਤਾਂ ਤੁਹਾਨੂੰ ਲੱਗਦਾ ਜਿਵੇਂ ਨਾ ਮੈਂ ਮਿਊਜ਼ਿਕ ਦੇ ਸਮੁੰਦਰ ਦੇ ਵਿੱਚ ਬੈਠਾ ਹੋਇਆ, ਐਵੇਂ ਮਹਿਸੂਸ ਹੁੰਦਾ ਵੀ ਇਹ ਕੁਦਰਤ ਮੈਨੂੰ ਮਤਲਬ ਕਿ ਇੰਨਾ ਆਨੰਦ ਦਿੰਦੀ ਆ। ਵਾਹ ਜੀ ਵਾਹ, ਵਾਕਈ ਮੋਨੀ ਨੇ ਬਿਲਕੁਲ ਸਹੀ ਕਿਹਾ ਸੀ, ਤੁਹਾਡਾ ਘਰ ਨਹੀਂ ਰਿਸੋਰਟ ਹੈਗਾ। ਸੋ ਕਿ ਜਿੱਥੇ ਲੋਕੀ ਆਤਮਾ ਸ਼ਾਂਤੀ, ਮੈਡੀਟੇਸ਼ਨ ਲਈ ਜਾਂਦੇ ਨੇ। ਥੈਂਕ ਯੂ। ਤੁਸੀਂ ਆਓ, ਤੁਹਾਡਾ ਘਰ ਆ, ਸਾਡਾ ਘਰ ਨਹੀਂ ਹੈਗਾ, ਤੁਹਾਡਾ ਘਰ ਹੈ ਇਹ। ਔਰ ਅੱਛੀ ਗੱਲ ਕੀ ਹੈ ਕੁਲਦੀਪ, ਕਿ ਇਹ ਖੁਦ ਤੇ ਅੱਛੇ ਨੇ, ਸਰਦੂਲ ਜੀ ਵੀ ਨੇਚਰ ਦੇ ਬਹੁਤ ਅੱਛੇ ਨੇ, ਅੱਗੋਂ ਬੱਚੇ ਅਲਾਪ ਔਰ ਸਾਰੰਗ ਦੋਨੋਂ ਹੀ ਬਹੁਤ ਅੱਛੇ ਨੇਚਰ ਦੇ ਨੇ। ਔਰ ਅਲਾਪ ਦਾ ਤਾਂ ਖਾਸੀਅਤ ਇਹ ਹੈ ਕਿ ਉਹ ਤੁਹਾਨੂੰ ਪਕਾ ਕੇ ਖਵਾਏਗਾ। ਸਹੀ ਉਹ ਗੱਲ ਹੈ। ਇੰਨੀ ਸੇਵਾ ਕਰਦਾ ਹੈ ਉਹ ਬੱਚਾ। ਵਾਹਿਗੁਰੂ ਨੂੰ ਤੰਦਰੁਸਤੀ ਦੇਵੇ ਦੋਨਾਂ ਨੂੰ ਹੀ। ਇੰਨੇ ਪਿਆਰ ਵਾਲੇ ਬੱਚੇ ਨੇ ਸਾਡੇ ਘਰ ਫੁੱਲ ਦੇ। ਐਂਟਰਟੇਨ ਕਰਦੇ ਨੇ ਉਹ, ਜਦੋਂ ਕੋਈ ਗੈਸਟ ਆਉਂਦਾ ਨਾ, ਦੋਨੋਂ ਜਣੇ। ਔਰ ਰੂਹਦਾਰੀ ਵਾਲੇ ਬੱਚੇ ਫਿਰ ਗਾਉਂਦੇ ਵੀ ਨੇ, ਪਹਿਲਾਂ ਖਵਾਉਂਦੇ ਨੇ, ਪਹਿਲਾਂ ਖਵਾਉਂਦੇ, ਪਹਿਲਾਂ ਅਲਾਪ ਨੂੰ ਹਾਂ ਪਤਾ। ਅੱਛਾ, ਇੱਕ ਹੋਰ ਵੀ ਗੱਲ ਆ, ਹਾਂ ਅਲਾਪ ਦਾ ਏਦਾਂ ਦਾ ਹਿਸਾਬ ਆ ਵੀ ਜਿਹਦੇ ਨਾਲ ਉਹਦੀ ਰੂਹ ਭਿੱਜੀ ਹੋਈ ਹੈ ਨਾ ਪੂਰੀ, ਉਹਨੇ ਉਹਦੇ ਲਈ ਜਾਣਾ ਕਿਚਨ 'ਚ। ਵੈਸੇ ਉਹਨੂੰ ਤੁਸੀਂ ਕਹਦੇ ਅਲਾਪ ਅੱਜ ਆ ਬਣਾ ਦੇ, ਮੂਡ ਨਹੀਂ ਹੈਗਾ, ਉਹ ਆਪਣੇ ਮੂਡ 'ਚ ਬੈਠਾ ਅਗਲਾ। ਸ਼ੱਕ ਜੀ ਮੂਡ ਹੀ ਨੇ। ਪਰ ਜਿਹਦੇ ਨਾਲ ਉਹਨੂੰ ਮੁਹੱਬਤ ਆ, ਉਹਨੇ ਕਹਿਣਾ ਅੱਛਾ ਅੱਜ ਉਹਨਾਂ ਨੇ ਆਉਣਾ, ਚਲੋ ਉਹਨੇ ਕਿਚਨ 'ਚ ਖੜ ਜਾਣਾ, ਆਹ ਲਿਆ ਦਿਓ, ਉਹ ਲਿਆ ਦਿਓ, ਉਹਨੇ ਫਟਾਫਟ। ਅੱਛਾ, ਟਾਈਮ ਵੀ ਪਤਾ ਨਹੀਂ, ਮੈਨੂੰ ਨਹੀਂ ਸਮਝ ਆਉਂਦੀ ਵੀ ਉਹ ਕਿਚਨ 'ਚ ਵੜ ਕੇ ਉਹਨੇ 2 ਘੰਟਿਆਂ ਦੇ ਵਿੱਚ ਪਤਾ ਨਹੀਂ ਕਿੰਨਾ ਕੁਛ ਬਣਾ ਦਿੰਦਾ ਉਹ, ਏਦਾਂ ਏਦਾਂ ਕਰਕੇ। ਨਾਲੇ ਉਹਨੇ ਗਾਣੇ ਗਾਈ ਜਾਣੇ, ਆਪਣਾ ਹੈੱਡਫੋਨ ਲਾ ਲੈਣਾ, ਸੋਹਣੇ ਸੋਹਣੇ ਗਾਣੇ ਗਾਈ ਜਾਣੇ, ਸੁਣੀ ਜਾਣੇ ਆ, ਤੇ ਨਾਲ ਆਨਲਾਈਨ ਹੋ ਜਾਂਦਾ ਫਿਰ ਬਣਾਉਂਦਾ ਤੇ ਗੱਲਾਂ ਵੀ ਕਰੀ ਜਾਂਦਾ ਸਾਰੇ ਨਾਲ। ਔਰ ਬਣਾ ਕੇ ਟੇਬਲ ਏਦਾਂ ਭਰ ਦਿੰਦਾ ਲਿਆ ਕੇ, ਵੰਨ ਸੁਵੰਨੇ ਖਾਣੇ, ਫਿਰ ਖਿਲਾ ਕੇ ਫਿਰ ਦੋਨੋਂ ਜਾਣੇ ਫਿਰ ਗਾਣਾ ਵਜਾਣਾ। ਸਹੀ ਗੱਲ ਹੈ। ਉਹਨਾਂ ਦੇ ਆਹੀ ਹੈ, ਇੱਕ ਗਾਣਾ ਤੇ ਇੱਕ ਖਾਣਾ। ਤੇ ਕੁਕਿੰਗ ਦੀ ਟ੍ਰੇਨਿੰਗ ਕਿੱਥੇ ਲਈ ਉਹਨੇ, ਕਿਸ ਤੋਂ ਸਿੱਖੀ ਕੁਕਿੰਗ ਹੈ ਸਾਰੀ? ਉਹਨੇ ਕੋਰਸ ਕੀਤਾ ਇਹਦਾ ਜਦੋਂ ਕੈਨੇਡਾ ਪੜ੍ਹਦਾ ਸੀ ਨਾ। ਉਹ ਇੰਜੀਨੀਅਰਿੰਗ ਕਰਦਾ ਸੀਗਾ। ਉਹਨੇ ਬਹੁਤ ਸਾਰੇ ਪੰਗੇ ਲਏ ਹੋਏ ਨੇ, ਤੇ ਹੁਣ ਕਹਿੰਦਾ ਮੈਂ ਜਹਾਜ਼ ਵੀ ਚਲਾਉਣਾ ਹੈ।
ਅੱਛੀ ਤੇ ਗੱਲ। ਉਹਦੀ ਵੀ ਟ੍ਰੇਨਿੰਗ ਲੈਣੀ ਆ ਤੇ ਇਹਦੇ ਕੁਕਿੰਗ ਦੀ ਵੀ ਟ੍ਰੇਨਿੰਗ ਲਿੱਤੀ ਆ ਉਹਨੇ। ਚੰਗਾ ਕੀਤਾ, ਕਿਉਂਕਿ ਬਹੁਤ ਸੁਰੀਲਾ ਬਣਾਉਂਦਾ, ਬਹੁਤ ਸੁਰੀਲਾ ਬਣਾਉਂਦਾ ਬਹੁਤ ਖਾਣਾ, ਸਵਾਦ ਬਣਾਉਂਦਾ। ਬਹੁਤ ਵਧੀਆ। ਤੇ ਗਾਣਾ ਵਜਾਣਾ ਤੇ ਉਹ ਆਪਣੇ ਡੈਡੀ ਤੋਂ ਸਿੱਖਦੇ ਨੇ ਜਾਂ ਉਹਨਾਂ ਤੋਂ ਵੀ ਸਿੱਖਦੇ ਨੇ ਤੇ ਹੋਰ ਦੇਖ ਕਿਤੋਂ ਵੀ ਦੇਖ ਕੇ ਸਿੱਖਦੇ? ਸਿੱਖੇ ਨੇ। ਐਕਚੁਅਲੀ ਜੇ ਤੁਹਾਨੂੰ ਦੱਸਾਂ ਕੁਲਦੀਪ ਜੀ, ਪਰਮਾਤਮਾ ਦੀ, ਸੱਚੇ ਪਾਤਸ਼ਾਹ ਦੀ, ਮਾਂ ਸਰਸਵਤੀ, ਬਾਬਾ ਸ਼ਿਵ ਭੋਲੇ ਦੀ ਇੰਨੀ ਕਿਰਪਾ ਹੈ ਪਰਮਾਤਮਾ ਦੀ ਵੀ, ਅੱਜ ਤੱਕ ਸਰਦੂਲ ਜੀ ਨੇ ਏਦਾਂ ਬੈਠ ਕੇ ਉਹਨਾਂ ਨੂੰ ਬਾਜਾ ਲੈ ਕੇ ਏਦਾਂ ਸਿਖਾਇਆ ਨਹੀਂ ਵੀ ਆਹ ਏਦਾਂ ਗਾਓ ਜਾਂ ਏਦਾਂ, ਕਦੇ ਨਹੀਂ ਉਹਨਾਂ ਨੇ ਸਿਖਾਇਆ ਹੈਗਾ। ਬਸ ਪ੍ਰਮਾਤਮਾ ਵੱਲੋਂ ਹੀ ਆ, ਉਹਨਾਂ ਨੂੰ ਸੁਣ ਸੁਣ ਕੇ, ਦੇਖ ਦੇਖ ਕੇ, ਕਿਉਂਕਿ ਮਹਿਫਿਲਾਂ ਹੁੰਦੀਆਂ ਹੀ ਸੁਰੀਲੀਆਂ ਨੇ ਘਰ 'ਚ, ਕਦੇ ਕੋਈ ਸਿੰਗਰ ਨੇ ਆਉਣਾ, ਕਦੇ ਕਿਸੇ ਸਿੰਗਰ ਨੇ ਘਰੇ ਆਉਣਾ, ਮਹਿਫਿਲਾਂ ਚੱਲ ਰਹੀਆਂ ਰਾਤ ਰਾਤ ਤੱਕ, ਹਾਂਜੀ, ਤੇ ਬਾਕੀ ਸੁਣ ਰਹੇ ਨੇ, ਸੁਰੀਲਾ ਸੁਣਦੇ ਨੇ ਉਹ, ਹਰ ਯੂਨਰ ਦਾ ਗਾਣਾ ਸੁਣਦੇ ਨੇ ਉਹ ਨਾ। ਤੇ ਉਹਨਾਂ ਦੀ ਜ਼ਿੰਦਗੀ, ਰੂਹ ਜਿਹੜੀ ਆ ਭਿੱਜੀ ਹੋਈ ਆ ਗਾਣੇ ਦੇ ਵਿੱਚ ਹੀ, ਲੈ ਤਾਲ ਗਾਣਾ, ਬਸ ਆਹੀ ਚੀਜ਼ ਆ ਉਹਨਾਂ ਦੇ ਆਸੇ ਪਾਸੇ ਫਿਰਦੀ। ਤੇ ਪਰਮਾਤਮਾ ਦੀ ਕਿਰਪਾ, ਬਸ ਮੈਂ ਇਹੀ ਕਹਾਂਗੀ ਤੁਹਾਡਾ ਸਾਰਿਆਂ ਦਾ ਆਸ਼ੀਰਵਾਦ, ਉਹਨਾਂ ਨੇ ਦੋਨਾਂ ਨੇ ਨਹੀਂ ਸਿੱਖਿਆ ਕਦੇ ਬੈਠ ਕੇ। ਸਰਦੂਲ ਜੀ ਕੋਲੋਂ ਸਾਰੀ ਰਿਸ਼ਤੇਦਾਰੀ ਸਿੱਖ ਕੇ ਗਈ ਆ, ਘਰ ਦੇ ਸਾਰੇ ਫੈਮਿਲੀ ਨੇ ਸਿੱਖਿਆ, ਬਾਹਰੋਂ ਵੀ ਲੋਕ ਸਿੱਖਦੇ ਨੇ। ਪਤਾ ਨਹੀਂ ਕਿ ਬੱਚੇ ਵੈਸੇ ਸੰਗਦੇ ਹੀ ਰਹੇ, ਕਦੇ ਬੈਠੇ ਨਹੀਂ ਕਦੇ ਪਾਪਾ ਕੋਲ ਹਨਾ ਏਦਾਂ ਵੀ ਸਿੱਖਣ ਜਾਂ ਉਹਨਾਂ ਨੂੰ ਵਾਸਤੇ। ਲੱਗਦਾ ਸੀ ਵੀ ਥੱਕੇ ਹੋਣਗੇ ਜਾਂ ਮੈਂ ਸਗੋਂ ਫਿਰ ਕਹਿੰਦੀ ਹੁੰਨੀ ਆ, ਮੈਂ ਕਿ ਵੀ ਹਾਂਜੀ, ਸਰਦੂਲ ਜੀ ਕੋਲ ਟਾਈਮ ਵੀ ਨਹੀਂ ਸੀ ਹੁੰਦਾ ਉਦੋਂ। ਹੁਣ ਮੈਂ ਕਹਿੰਦੀ ਹੁੰਨੀ ਤੁਸੀਂ ਬੈਠਿਆ ਕਰੋ ਹਨਾ, ਤੁਸੀਂ ਬੈਠ ਕੇ ਕੁਛ ਨਾ ਕੁਛ ਸਿੱਖਿਆ ਕਰੋ ਹਨਾ। ਤੇ ਹਾਂ ਹੁਣ ਬੈਠਦੇ ਜ਼ਰੂਰੀ, ਨੇ, ਹੁਣ ਤਿੰਨੋਂ ਜਣੇ ਇਕੱਠੇ ਬਹਿੰਦੇ ਹੁੰਦੇ ਨੇ। ਅੱਛੀ ਗੱਲ ਹੈ। ਹਾਂ, ਬੜੀ ਅੱਛੀ ਗੱਲ ਹੈ। ਨਾਲ ਜਿਹੜਾ ਬਲੱਡ ਦੇ ਵਿੱਚ ਉਹਨੇ ਆਈ ਜਾਣਾ। ਲੇਕਿਨ ਤੁਹਾਨੂੰ ਇਹ ਵੀ ਦੱਸਦਾ ਕਿ ਸਾਡੇ ਨਾਲ ਜਿਹੜੀ ਪਬਲਿਕ ਜੁੜੀ ਹੈ ਉਹਦੇ, ਜੋਬਨ ਪਾਰਸ ਜੀ ਕਹਿੰਦੇ ਨਾਈਸ ਸ਼ੋ, ਰੀਅਲੀ ਲਵਡ ਇਟ। ਰਾਵੀ ਮੱਲੀ ਜੀ ਕਹਿੰਦੇ ਨੇ ਨੂਰੀ ਜੀ ਲਵ ਯੋਰ ਹੌਬੀਜ਼, ਆਲਵੇਜ਼ ਵਾਚਿੰਗ ਯੋਰ ਵੀਡੀਓਜ਼ ਐਂਡ ਲਵ ਯੋਰ ਪੀਕਾਕਸ। ਯਾ ਸੇਮ ਹੀਅਰ। ਥੈਂਕ ਯੂ, ਸਾਰੀ ਦੁਨੀਆ ਥੈਂਕ ਨੇ ਯੂ, ਦੇਖੇ ਹੋਏ। ਥੈਂਕ ਯੂ, ਥੈਂਕ ਯੂ। ਤੁਹਾਡੇ ਬਹੁਤ ਕਰਕੇ ਕਹਿੰਦੇ ਲੋਕ ਅਸੀਂ ਜੀ, ਸਾਡੀਆਂ ਵੀਡੀਓ ਅਸੀਂ ਅਗਰ ਬਣਾਉਂਦੇ ਆ, ਅਸੀਂ ਗਾਉਂਦੇ ਆ, ਤੁਸੀਂ ਦੇਖਦੇ ਹੋ, ਤੁਸੀਂ ਐਪਰੀਸ਼ੀਏਟ ਕਰਦੇ ਤਾਂ ਹੀ ਆ, ਨਹੀਂ ਤਾਂ ਅਸੀਂ ਸਹੀ ਕੁਝ ਗੱਲ ਵੀ ਹੈ, ਨਹੀਂ ਹੈਗੇ ਹਨਾ। ਸਹੀ ਗੱਲ ਹੈ। ਵਾਹ ਜੀ ਵਾਹ। ਇੱਕ ਰਮੇਸ਼ ਪਲਤਾ ਜੀ ਨੇ ਲਿਖਿਆ, ਮੋਨੀ ਜੀ ਤੁਸੀਂ ਤੇ ਤੁਹਾਡੇ ਪਤੀ ਦੇ ਵੀ ਗ੍ਰੇਟ ਹੈ, ਬਹੁਤ ਹਸਮੁਖ ਨੇਚਰ, ਸ਼ੁਕਰ ਹੈ ਜੀ। ਥੈਂਕ ਯੂ ਜੀ। ਰਮੇਸ਼ ਪਲਟਾ ਵੀਰ ਜੀ, ਨਮਸਕਾਰ ਜੀ। ਅੱਛਾ, ਇਹਨਾਂ ਨੇ ਇੱਕ ਦੋ ਹੋਰ ਵੀ ਚੀਜ਼ਾਂ ਲਿਖੀਆਂ ਸੀ, ਹੁਣ ਉਹ ਨਿਕਲ ਗਈਆਂ, ਮੈਨੂੰ ਦਿਸ ਨਹੀਂ ਰਹੀਆਂ। ਸ਼ੈਂਪੀ ਜੀ ਕਹਿੰਦੇ ਨੇ ਸਤਿ ਸ਼੍ਰੀ ਅਕਾਲ ਦੀਦੀ, ਵੀਰ ਜੀ ਸਤਿ ਸ਼੍ਰੀ ਅਕਾਲ, ਨੂਰੀ ਦੀਦੀ। ਇਹ ਜੀ ਅੰਮ੍ਰਿਤਸਰ ਤੋਂ ਨੇ। ਆਗਿਆਪਾਲ ਬਾਜ ਸਾਹਿਬ ਜੀ ਲਿਖਦੇ ਨੇ ਨਾਈਸ। ਗਿਲ ਸਾਹਿਬ ਭਾਜੀ ਮੈਨੂੰ ਭੁੱਲ ਗਏ ਹੋ। ਤੇ ਉਹਨਾਂ ਨੇ, ਨੂਰੀ ਜੀ ਸਾਡੇ ਟੀਵੀ ਦੇ ਪਾਰਟਨਰ ਨੇ ਆਗਿਆਪਾਲ ਬਾਟ ਜੀ, ਉਹਨਾਂ ਨੇ ਤੁਹਾਨੂੰ ਸਤਿ ਸ੍ਰੀ ਅਕਾਲ ਲਿਖੀ ਹੋਈ ਹੈ ਐਂਡ ਨਾਈਸ ਵਾਚਿੰਗ ਸ਼ੋ। ਉਹ ਵੀ ਦੇਖ ਰਹੇ ਨੇ ਕਿਤੇ ਜਿੱਤੇ ਵੀ ਹੈਗੇ ਨੇ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਰਮੇਸ਼ ਪਲਟਾ ਜੀ ਨੇ ਕੁਝ ਹੋਰ ਵੀ ਲਿਖਿਆ ਕੁਲਦੀਪ। ਯਾਰ ਇਹ ਤੇ ਨੂਰੀ ਭੈਣ ਜੀ ਤੁਹਾਡੀ ਥਿੰਕਿੰਗ, ਨੂਰੀ ਭੈਣ ਜੀ ਤੁਹਾਡੀ ਥਿੰਕਿੰਗ ਬਹੁਤ ਗ੍ਰੇਟ ਹੈ, ਮੈਨੂੰ ਬਹੁਤ ਅੱਛਾ ਲੱਗਿਆ ਹੈ, ਲੱਗਦਾ ਹੈ। ਓਕੇ ਯਾਰ ਇਹ ਜਿਹੜੀ ਰੋਮਨ ਜਿਹੜੇ ਲਿਖਦੇ ਆ ਨਾ, ਉਹ ਬੜਾ ਹਿੰਦੀ ਮੁਸ਼ਕਿਲ। ਇੰਗਲਿਸ਼ ਚ ਲਿਖਦੇ ਨਾ, ਬੜੀ ਪੜ੍ਹਨੀ ਔਖੀ ਹੈ। ਹਾਂ। ਕੱਲ ਉਸਤਾਦ ਥੈਂਕ ਜੀ ਯੂ ਦਾ ਵੀਰ Song ਜੀ, ਵੀ ਬਲਟਾ ਵੀਰ ਜੀ ਰਿਲੀਜ਼ ਹੋ ਬਹੁਤ ਰਿਹਾ ਹੈ। ਹਮੇਸ਼ਾ ਐਪਰੀਸ਼ੀਏਟ ਕਰਦੇ ਰਹਿੰਦੇ ਨੇ ਮੈਨੂੰ ਇਹ, ਤੇ ਭਰਾਵਾਂ ਵਾਲਾ ਪਿਆਰ ਦਿੰਦੇ ਨੇ ਹਮੇਸ਼ਾ। ਥੈਂਕ ਯੂ ਸੋ ਮਚ। ਬੜੇ ਸੁਰੀਲੇ ਨੇ, ਕਲਾਕਾਰਾਂ ਨੂੰ ਬਹੁਤ ਮੁਹੱਬਤ ਕਰਦੇ ਨੇ, ਔਰ ਰਿਚਾ ਸ਼ਰਮਾ ਜੀ ਦੇ ਇਹ ਬਹੁਤ ਜ਼ਬਰਦਸਤ ਫੈਨ ਨੇ, ਓ ਰਮੇਸ਼ ਵਾਓ। ਪਲਟਾ ਜੀ। ਤੇ ਨੂਰੀ ਜੀ ਇਹ ਦੱਸੋ ਕਿ ਤੁਸੀਂ ਦੱਸਿਆ 7 ਸਾਲ ਤੁਸੀਂ ਹਸਬੰਡ ਐਂਡ ਵਾਈਫ ਨੇ ਇਕੱਠੇ ਪਰਫਾਰਮ ਕੀਤਾ, ਐਸੇ ਟੀਮ ਪਰਫਾਰਮ ਕੀਤਾ। ਨਹੀਂ, ਹੁਣ ਵੀ ਕਰਦੇ ਆ ਇਕੱਠੇ ਹੀ। ਹਾਂਜੀ ਹਾਂਜੀ, ਹੁਣ ਤੱਕ ਕਰਦੇ ਆ। ਕਦੀ ਇੰਜ ਨਹੀਂ ਲੱਗਾ ਕਿ ਕੋਈ ਆ ਕੇ ਤੁਹਾਡੀ ਬਹੁਤ ਜ਼ਿਆਦਾ ਤਾਰੀਫ ਕਰ ਗਿਆ ਹੈ ਤੇ ਭਾਜੀ ਉਹਦਾ ਮੂੰਹ ਦੇਖ ਰਹੇ ਨੇ, ਜਾਂ ਕਿ ਇਹ ਬੰਦਾ ਕਰ ਕੀ ਰਿਹਾ, ਜਾਂ ਕਦੀ ਇੰਜ ਹੋਇਆ ਕਿ ਭਾਜੀ ਦੀ ਇੰਨੀ ਤਾਰੀਫ ਕਰ ਗਈ ਤੁਸੀਂ ਕਿਹਾ ਮੈਂ ਸਾਰਾ, ਮੈਨੂੰ ਵੀ 3 ਘੰਟੇ ਹੋ ਗਏ ਮੇਰੇ ਬਾਰੇ ਕੁਝ ਬੋਲੇ ਨਹੀਂ ਹੈ, ਕਦੀ ਇੰਜ ਹੋਇਆ? ਨਹੀਂ, ਏਦਾਂ ਕਦੇ ਹੁੰਦਾ ਨਹੀਂ। ਅਗਰ ਹੁੰਦਾ ਵੀ ਤਾਂ ਕੋਈ ਮਹਿਸੂਸ ਨਹੀਂ ਹੁੰਦਾ, ਕਿਉਂਕਿ ਟੀਮ ਵਰਕ ਆ ਨਾ। ਇੱਕ ਪ੍ਰੋਗਰਾਮ, ਇੱਕ ਚੈਨਲ ਚੱਲ ਰਿਹਾ, ਸਮਝੋ ਇੱਕ ਚੈਨਲ ਆ, ਉੱਤੇ ਕੋਈ ਪ੍ਰੋਗਰਾਮ ਵੀ ਹਿੱਟ ਜਾ ਰਿਹਾ, ਉਹ ਜਾ ਰਿਹਾ, ਉਹ ਚੈਨਲ ਆ, ਪੂਰਾ ਟੀਮ ਆ, ਟੀਮ ਵਰਕ ਆ। ਅਗਰ ਕਿਸੇ ਦੀ ਤਾਰੀਫ ਵੀ ਹੋ ਰਹੀ ਹੈ ਕੋਈ, ਇਹ ਤਾਂ ਤੁਸੀਂ ਹਸਬੈਂਡ ਵਾਈਫ ਦੀ ਗੱਲ ਕਰਦੇ ਹੋ। ਅਸੀਂ ਤਾਂ ਜਿਵੇਂ ਮਲਟੀ ਸਟਾਰ ਸਾਡੇ ਸ਼ੋਜ਼ ਹੁੰਦੇ ਸੀਗੇ ਬਾਹਰ, ਵਰਲਡ ਟੂਰ ਹੁੰਦਾ ਸੀਗਾ। ਪਰਮਿੰਦਰ ਸੰਧੂ ਜੀ, ਭੱਲਾ ਜੀ, ਜਸਵਿੰਦਰ ਭੱਲਾ ਜੀ, ਸੁਰਿੰਦਰ ਛਿੰਦਾ ਜੀ, ਤੇ ਆਪਣੇ ਹੋਰ ਕਾਫੀ ਸਾਰੇ ਆਰਟਿਸਟ, ਆਪਣਾ ਕਮਲਜੀਤ ਨੀਰੂ ਜੀ, ਤੇ ਅਸੀਂ ਇਕੱਠੇ ਸਾਡੇ ਸ਼ੋਜ਼ ਹੁੰਦੇ ਸੀਗੇ ਅਮਰੀਕਾ, ਕੈਨੇਡਾ ਤੇ ਇੰਗਲੈਂਡ ਦੇ ਵਿੱਚ ਨਾ। ਕਦੇ ਨੀਰੂ ਹੋਣੀ, ਦੀਦੀ ਹੋਣੀ ਜਾ ਰਹੇ ਨੇ, ਅਸੀਂ ਪਿੱਛੋਂ ਕਲੈਪਿੰਗ ਕਰ ਰਹੇ ਹਾਂ, ਹੱਸ ਰਹੇ ਹਾਂ, ਖੁਸ਼ ਹੋ ਰਹੇ, ਪੂਰਾ ਉਹਨਾਂ ਨੂੰ ਕਰ ਰਹੇ ਵੀ ਹਾਂ ਵਧੀਆ ਕਰੋ। ਤੇ ਉਧਰ ਦੀਦੀ ਪਰਮਿੰਦਰ ਸੰਧੂ, ਮਰਹੂਮ ਪਰਮਿੰਦਰ ਸੰਧੂ ਸਾਡੇ ਬੜੇ ਅੱਛੇ ਸਿੰਗਰ ਰਹੇ ਨੇ,
ਪਰਮਾਤਮਾ ਉਹਨਾਂ ਨੂੰ ਸਵਰਗਾਂ ਦੇ ਵਿੱਚ ਉਹਨਾਂ ਦਾ ਵਾਸਾ ਕਰੇ ਤੇ ਜਿੱਥੇ ਵੀ ਇਹ ਰੂਹ ਹੈਗੀ ਆ ਬਹੁਤ ਖੁਸ਼ ਹੋਵੇ ਉਹ ਰੂਹ। ਅਸੀਂ ਹੋਰ ਵੀ ਕਿੰਨੇ ਸਾਰੇ ਕਲਾਕਾਰਾਂ ਇਕੱਠੇ ਪਰਫਾਰਮ ਕਰਦੇ ਰਹੇ ਆ ਅਲੱਗ-ਅਲੱਗ ਥਾਵਾਂ ਤੇ। ਸਾਨੂੰ ਤਾਂ ਏਦਾਂ ਹੁੰਦਾ ਵੀ ਟੀਮ ਵਰਕ ਆ, ਸਾਡਾ ਸ਼ੋਅ ਹਿੱਟ ਜਾਣਾ ਚਾਹੀਦਾ ਚਾਹੇ ਕਿਸੇ ਕਰਕੇ ਜਾਵੇ। ਇਹ ਤਾਂ ਗੱਲ ਸਹੀ, ਬਹੁਤ ਤੇ ਅੱਛੀ ਪਤੀ ਗੱਲ ਪਤਨੀ ਦੀ ਗੱਲ ਤਾਂ ਫਿਰ ਤੁਹਾਨੂੰ ਪਤਾ ਉਹ ਤਾਂ ਫਿਰ ਬਿਲਕੁਲ ਹੀ ਇੱਕ ਆ। ਇਹ ਤਾਂ ਹੈ। ਉਹਦੇ ਵਿੱਚ ਤਾਂ ਹੈ ਹੀ ਨਹੀਂਗਾ ਕਿ ਪਤੀ ਪਤਨੀ ਅਲੱਗ-ਅਲੱਗ ਨੇ, ਉਹ ਤਾਂ ਇੱਕ ਰੂਪ ਨੇ। ਦੁਨੀਆ ਨੂੰ ਲੱਗਦਾ ਕਿ ਉਹ ਵੱਖਰੇ ਨੇ। ਅਰਧ ਸਹੀ ਗੱਲ ਨਾਰੀ ਕਹੀ। ਈਸ਼ਵਰ ਤੁਸੀਂ ਦੇਖੇ ਹੋਣੇ ਆ, ਸ਼ਿਵ ਤੇ ਪਾਰਵਤੀ ਇੱਕ ਰੂਪ ਦਿਖਾ, ਉਹ ਸੇਮ ਜਿਹੜੇ ਪਤੀ ਪਤਨੀ ਨੇ ਜਿੰਨੇ ਵੀ ਦੁਨੀਆ ਤੇ ਜੋੜੀਆਂ ਨੇ ਉਹ ਸੇਮ ਉਹੀ ਰੂਪ ਆ। ਸਹੀ ਗੱਲ ਹੈ। ਇਹ ਬਹੁਤ ਘੱਟ ਲੋਕਾਂ ਦੀ ਇਹ ਖਾਸੀਅਤ ਹੈਗੀ ਹੈ। ਸ਼ਾਇਦ ਤੁਸੀਂ ਦੋਨੋਂ ਬਲੈਸਡ ਹੋ, ਜਾਂ ਤੁਸੀਂ ਜਿਹੜਾ 7 ਸਾਲ ਤੁਸੀਂ ਨਾਲ ਕੰਮ ਕੀਤਾ ਨਾ, ਸ਼ਾਇਦ ਉਹਦੇ ਕਰਕੇ ਹੀ ਕਿ ਇਹ ਚੀਜ਼ ਨਹੀਂ ਤਾਂ ਬਹੁਤ ਜ਼ਿਆਦਾ ਲੋਕਾਂ 'ਚ ਨਹੀਂ ਹੈ, ਪਰ ਜਿਨ੍ਹਾਂ 'ਚ ਹੈ ਉਹ ਸਕਸੈਸਫੁਲ ਜੋੜੀ ਹੈ। ਜਿਨ੍ਹਾਂ 'ਚ ਹੈ ਉਹ ਸਕਸੈਸਫੁਲ ਨੇ ਇਸੇ ਕਰਕੇ ਨੇ ਕਿਉਂਕਿ ਉਹਨਾਂ ਦੀ ਟੀਮ ਵਰਕ ਬਹੁਤ ਸਟਰੋਂਗ ਹੈ। ਬਿਲਕੁਲ ਇਹ ਹੋਣਾ ਚਾਹੀਦਾ ਹੈ। ਜਿਹੜਾ ਵੀ ਤੁਹਾਡਾ ਟੀਮ ਵਰਕ ਸਾਥੀ ਹੋਵੇ ਉਹਦੇ ਨਾਲ ਸਟਰੋਂਗ ਹੋਣਾ ਚਾਹੀਦਾ। ਕਦੇ ਵੀ ਕੋਈ ਮੈਸੇਜ ਆਫ ਕਰ ਦਿਓ, ਚਾਹੇ ਤੁਹਾਡਾ ਕੋਈ ਵੀ ਪ੍ਰੋਫੈਸ਼ਨ ਆ, ਕਿਸੇ ਵੀ ਪ੍ਰੋਫੈਸ਼ਨ ਚੋਂ ਤੁਸੀਂ ਅਗਰ ਮੀਆਂ ਬੀਵੀ ਤੁਸੀਂ ਇੱਕ ਥਾਂ ਤੇ ਇਕੱਠੇ ਕੰਮ ਕਰ, ਜਿਵੇਂ ਡਾਕਟਰ ਆ ਤੁਸੀਂ ਇੱਕੋ ਹਸਪੀਟਲ 'ਚ ਕੰਮ ਕਰਦੇ ਹੋ ਜਾਂ ਕਿਤੇ ਵੀ ਆਫਿਸ ਵਿੱਚ ਇਕੱਠੇ ਤੁਸੀਂ ਕੰਮ ਕਰਦੇ ਹੋ, ਤਾਂ ਮੇਰੇ ਖਿਆਲ ਦੇ ਵਿੱਚ ਬਹੁਤ ਵਧੀਆ ਤੁਹਾਨੂੰ ਟਾਈਮ ਸਪੈਂਡ ਕਰਨ ਦਾ ਮੌਕਾ ਮਿਲਦਾ ਹੈ। ਨਹੀਂ ਤਾਂ ਤੁਸੀਂ ਤੁਹਾਨੂੰ ਇੱਕ ਦੂਜੇ ਨੂੰ ਤਰਸਦੇ ਰਹੀਦਾ ਹੈ ਨਾ, ਅੱਧੀ ਜ਼ਿੰਦਗੀ ਤਾਂ ਐਵੇਂ ਨਿਕਲ ਜਾਂਦੀ ਹੈ ਕੰਮਾਂ ਕਾਰਾਂ ਦੇ ਵਿੱਚ ਹੀ। ਹਾਂਜੀ बिल्कुल सही है। किसी ने मैसेज में पंतजन गुलाम राहुल है मोनी जी कैसे हो आप। अच्छा, सैम्पी मक्कर जी ने लिखा है नूरी दीदी एंड सरदूल वीर जी जोड़ी इस लाइफ शिव एंड पार्वती। आप हुणे तुसी सानू दस्सिया सी। ਹਾਂ ਬਲਜੀਤ ਆਹੂਜਾ ਜੀ ਤੁਸੀਂ ਕੀ ਕਹਿੰਦੇ ਹੋ? ਸ਼ੀ ਸੈਡ ਸੋ ਬਿਊਟੀਫੁਲ ਅਬਾਊਟ ਹਸਬੈਂਡ ਵਾਈਫ ਟੀਮ ਵਰਕ। ਯੈਸ। ਔਰ ਜਗਾ ਜੀ ਗ੍ਰੇਟ ਪਰਸਨੈਲਿਟੀ। ਔਰ ਇਸ ਤੋਂ ਪਹਿਲਾਂ ਨੂਰੀ ਜੀ ਫਰੀਜ਼ ਹੋ ਜਾਣ, ਮੈਂ ਇੱਕ ਇਹਨਾਂ ਦੇ ਕੰਮ ਦੇ ਜਿਸ ਤਰ੍ਹਾਂ ਕਿ ਮੈਂ ਦੱਸਿਆ ਕਿ ਇਹਨਾਂ ਨੇ ਇੱਕ ਟ੍ਰੈਂਡ ਸੈਟਰ ਇਹ ਰਹੇ ਨੇ, ਤੇ ਟ੍ਰੈਂਡ ਸੈਟਰ ਕੀ ਹੈਗਾ ਮੈਂ ਜ਼ਰੂਰ ਦਿਖਾਉਣਾ ਚਾਹਾਂਗੀ। ਆਈ ਵਿਸ਼ ਕਿ ਬਿਨਾਂ ਕੋਈ ਖਰਾਬੀ ਦੇ ਸਾਰਾ ਕੁਝ ਚੱਲ ਜਾਵੇ। ਕੁਲਦੀਪ ਜੀ ਤੁਸੀਂ ਜਰਾ ਨਿਗਾਹ ਵੀ ਮਾਰ ਲੈਣਾ। ਤੇ 93 ਦੀ ਸ਼ਹਿਰ ਗਿਆ ਤਾਂ ਲੈ ਕੇ ਆਵੀਂ, ਇਹ 93 ਦੀ ਹੈ ਜੀ। ਕਿੰਨੇ ਸਾਲ ਹੋ ਗਏ ਤੇ ਰੱਖੀ ਭੁੱਲ ਨਾ 27 28 ਸਾਲ ਹੋ ਗਏ। ਸ਼ਹਿਰ ਗਿਆ ਤਾਂ ਲੈ ਕੇ ਆਵੀਂ, ਚੇਤੇ ਰੱਖੀ ਭੁੱਲ ਨਾ ਜਾਵੀਂ, ਦੋ ਮੂੰਹਾਂ ਵਾਲਾ ਸ਼ੀਸ਼ਾ ਲਾਵੀਂ, ਕਾਲਾ ਸੁਰਮਾ ਇੱਕ ਚਾਂਦੀ ਦੀ, ਕਾਲਾ ਸੁਰਮਾ ਇੱਕ ਚਾਂਦੀ ਦੀ, ਸੁਰਮੇ ਦਾਨੀ ਨਿੱਕੀ ਨਛੱਤਰਾ ਲੈ ਆਈ ਵੇ, ਇੱਕ ਸਾਬਣ ਦੀ ਟਿੱਕੀ ਨਛੱਤਰਿਆ ਵੇ ਲੰਘ ਜਾਣੇ ਵੇ ਖੜ ਜਾਣੇ ਵੇ ਲੰਘ ਜਾਣੇ ਰਾਹ ਘੇਰ ਕੇ ਵੇ ਖੜ ਜਾਣੇ ਰਾਹ ਘੇਰ ਕੇ ਵੇ ਕਿਹੜੀ ਗੱਲ ਤੂੰ ਕਹਿਣ ਨੂੰ ਫਿਰਦਾ, ਖੜ ਜਾਣੇ ਰਾਹ ਘੇਰ ਕੇ ਵੇ ਕਿਹੜੀ ਗੱਲ ਤੂੰ ਕਹਿਣ ਨੂੰ ਫਿਰਦਾ। ਨੀ ਹੱਸਦੀ ਦੇ ਨੀ ਹੱਸਦੀ ਦੇ ਹੱਸਦੀ ਦੇ ਫੁੱਲ ਗਿਰਦੇ, ਵੇਖ ਕੇ ਗੱਡੀ ਨੂੰ ਚਾਹ ਛੜ ਗਿਆ ਮੈਨੂੰ, ਵੇਖ ਕੇ ਗੱਡੀ ਨੂੰ ਚਾਹ ਛੜ ਗਿਆ ਮੈਨੂੰ, ਕੰਨ ਪਾਗ ਦਿਲੋਂ ਨਾ ਭੁਲਾਇਆ ਸਾਲੀ ਨੂੰ, ਰੱਖਦੀ ਖੁਸ਼ੀ ਇਹਨੂੰ ਵੀ 10 ਸਾਲ ਹੋ ਗਏ। ਇਹ ਤਾਂ 10 ਚੀਜ਼ਾਂ ਕਿਲੇ ਆਇਆ ਸਾਲੀ ਨੂੰ, ਟਰੱਕ ਵਾਲਾ ਰੱਖਦੀ ਖੁਸ਼ੀ ਇਹਦੇ ਵਿੱਚ ਆਲਾਪ ਦੇਖੋ ਕਿੰਨਾ ਛੋਟਾ ਜਿਹਾ ਇਹ ਤਾਂ 10 ਚੀਜ਼ਾਂ ਕਿਲੇ ਆਇਆ ਸਾਲੀ ਨੂੰ, ਇਹ ਤਾਂ 10 ਚੀਜ਼ਾਂ ਕਿਲੇ ਆਇਆ ਸਾਲੀ ਨੂੰ, ਇਹ ਨੱਕਦੀ ਦੇ ਫੁੱਲ ਤੇਰਾ, ਇਹ ਹੈਗੀ ਕਾਫੀ ਸਾਲ ਦੀ। ਇਹ ਮੇਰੀ ਮੈਰਿਜ ਤੋਂ ਪਹਿਲਾਂ ਦੀ ਹੈ। ਇਹ ਹੋ ਗਏ ਮੇਰੇ ਕੋਲ 29 ਸਾਲ ਹੋ ਗਏ। 29 ਸਾਲ ਪਹਿਲਾਂ ਦੀ ਹੈ। ਜਿਹੜੇ ਕੰਨਾਂ ਦੇ ਵਿੱਚ ਪਾਏ ਹੋਏ ਨੇ ਨਾ ਤੇ ਮੈਂ ਖੁਦ ਆਪਣੇ ਹੱਥਾਂ ਨਾਲ ਬਣਾਏ ਨੇ। ਮੇਲੇ ਵਿੱਚ ਜੱਟਾਂ ਦੀਆਂ ਜਿਵੇਂ ਟੋਲੀਆਂ, ਮੇਲੇ ਵਿੱਚ ਜੱਟਾਂ ਦੀਆਂ ਜਿਵੇਂ ਟੋਲੀਆਂ, ਝਾਂਜਰਾਂ ਦੇ ਬੋਰ ਇੰਜ ਕੌਣ ਬੋਲੀਆਂ, ਕੌਣ ਜਿਸ ਬੰਦੀਆਂ ਜਿਨ੍ਹਾਂ ਨੇ ਗੋਲੀਆਂ, ਲਈ ਮੇਰੇ ਤੋਂ ਨਾ ਸੁਰਤ ਚੱਬਾ। ਮੈਂ ਸੱਚ ਬੋਲ ਰਹੀ ਹਾਂ ਕਿ ਸ਼ੀ ਇਜ਼ ਅ ਟ੍ਰੈਂਡ ਸੈਟਰ। ਤੇ ਟ੍ਰੈਂਡ ਇਹਨਾਂ ਨੇ ਇਸ ਕਰਕੇ ਮੈਂ ਜਿਹੜੀ ਸਾਡੀ ਆਡੀਅנס ਉਹਨਾਂ ਨੂੰ ਸਬੂਤ ਦਿੱਤਾ ਹੈ ਕਿ ਮੈਂ ਇਹਨਾਂ ਦੀ ਕੁਝ ਵੀਡੀਓ ਬਹੁਤ ਸਾਰੀਆਂ ਨੇ ਥੈਂਕ ਯੂ ਸੋ ਮਚ। ਤੁਸੀਂ ਇੰਨਾ ਪਿਆਰ ਕਰਦੇ ਹੋ ਔਰ ਇਹ ਚੀਜ਼ਾਂ ਨੂੰ ਤੁਸੀਂ ਮਾਣ ਦਿੱਤਾ ਹੈ। ਬਿਲਕੁਲ
ਔਰ ਇਹ ਕਾਬਿਲੇ ਤਾਰੀਫ ਹੋਣੀ ਵੀ ਚਾਹੀਦੀ ਹੈ, ਕਿਉਂਕਿ ਜਦੋਂ ਇੱਕ ਘਰ ਦੇ ਵਿੱਚ ਇੰਨੇ ਸਾਰੇ ਆਰਟਿਸਟ ਹੋਣ ਨਾ, ਸਾਰਾ ਘਰ ਹੀ ਆਰਟਿਸਟਾਂ ਦੇ ਨਾਲ ਭਰਿਆ। ਔਰ ਭਾਜੀ ਤਾਂ ਸਾਡੀ, ਮੈਂ ਕੀ ਕਿਹਾ, ਪੰਜਾਬ ਦੇ ਅਨਬਨ ਸ਼ਾਨ ਨੇ। जब तक कॉल रिकनेक्ट होता है, तुसी जब तक मोनी गिल से काम चलाओ। अब मिस्टर गिल तुम्हारे पास पूरा मौका है मौके पे चौका मारने का। कई बारी तो मैंने इंज मौका देने के मैं रेडी नहीं होता। लास्ट बॉल रह जाता तो कहते जी जितन ਲਈ ਛੱਕਾ ਚਾਹੀਦਾ ਤੇ ਜਾ ਕੇ ਛੱਕਾ ਮਾਰਿਆ। ਸੋ ਹਮੇਸ਼ਾ ਛਿੱਕੇ ਨਹੀਂ ਵੱਜਦੇ ਹੁੰਦੇ। ਲੇਕਿਨ ਜਿਹੜੀ ਦੇਖ ਰਿਹਾ ਮੈਂ ਟ੍ਰੈਂਡ ਸੈਟਰ ਔਰ ਫੈਸ਼ਨ ਸੈਂਸ ਔਰ ਕੱਪੜੇ ਪਾਉਣ ਦਾ ਤਰੀਕਾ, ਡਾਂਸ ਦਾ ਤਰੀਕਾ, ਸੋ ਇਹ ਸਭ ਬਹੁਤ ਰਿਲੇਟ ਕਰਦਾ। ਆਈ ਮੀਨ ਉਸ ਟਾਈਮ 'ਚ ਹੋਰ ਵੀ ਸੀਗੇ ਹੀਰੋਇਨਾਂ, ਲੇਕਿਨ ਇਹਨਾਂ ਨੇ ਕੁਝ ਡਿਫਰੈਂਟ ਲੈ ਕੇ ਆਏ ਨੇ ਔਰ ਐਸੀ ਚੀਜ਼ ਲੈ ਕੇ ਆਏ ਨੇ ਕਿ ਆਪਾਂ ਪਰਿਵਾਰ ਨਾਲ ਬੈਠ ਕੇ ਦੇਖ ਵੀ ਸਕਨੇ ਆ, ਇੰਜੋਏ ਕਰ ਸਕਨੇ ਆ ਤੇ ਰੀਕਨੈਕਟ ਕਰਨ ਦੀ ਕੋਸ਼ਿਸ਼ ਕਰੀਏ ਦੁਬਾਰਾ। ਸ਼ੋਰ। ਤੇ ਲੋ ਜੀ ਆਪਾਂ ਇੱਕ ਵਾਰੀ ਫੇਰ ਕਨੈਕਟ ਕਰੀਏ। ਔਰ ਵੈਰੀ ਸਵੀਟ ਨੂਰੀ ਭੈਣ ਜੀ ਤੇ ਓਕੇ ਰਮੇਸ਼ ਪਲਟਾ ਜੀ ਦਿਖ ਰਹੇ ਨੇ। ਵੈਰੀ ਸਵੀਟ ਨੂਰੀ ਭੈਣ ਜੀ ਤੇ ਗ੍ਰੇਟ ਮੋਨੀ ਜੀ ਬਹੁਤ ਮਕਬੂਲ ਹੋਏ ਸੀ। ਤੇ ਲੋਕੀ ਮੈਸੇਜ ਲਿਖ ਰਹੇ ਨੇ। ਸਤਿ ਸ਼੍ਰੀ ਅਕਾਲ, ਸਲਾਮ ਫਰਮ ਸਿਆਲਕੋਟ। ਇਹਨਾਂ ਦਾ ਐਕਚੁਅਲੀ ਮੇਰਾ ਵਨ ਆਫ ਦੀ ਫੇਵਰਿਟ ਪਤਾ ਕੀ Song ਹੈ? ਮੇਰੀ ਨੱਚਦੀ ਦੇ ਖੁੱਲ ਕੇ ਵਾਲ ਭਾਬੀ ਮੇਰੀ ਗੁੱਤ ਕਰਦੇ, ਹਨਾ, ਮੈਨੂੰ ਚੜਿਆ 16ਵਾਂ ਸਾਲ ਭਾਬੀ ਮੇਰੀ ਗੁੱਤ ਕਰਦੇ। ਇੰਨਾ ਕੁ ਫੇਮਸ ਹੋਇਆ ਔਰ ਉਹਦੇ ਚ ਨੂਰੀ ਜੀ ਕਿਆ ਬਾਤ ਲੱਗ ਰਹੇ ਨੇ। ਸ਼ੀ ਇਜ਼ ਲੁਕਿੰਗ ਬਿਊਟੀਫੁਲ ਔਰ ਇੱਕ ਮੈਂ ਕਿਹਾ ਜਿੱਦਾਂ ਮੈਂ ਵਾਪਸ ਕਹਾਂਗੀ ਕਿ ਇੱਕ ਫਰੈਸ਼ਨੈਸ ਲੈ ਕੇ ਆਏ ਇੰਡਸਟਰੀ ਦੇ ਵਿੱਚ। ਹਾਂਜੀ ਨਹੀਂ, ਮੈਂ ਮੈਸੇजेस ਪੜ੍ਹ ਰਿਹਾ, ਤੁਸੀਂ ਦੱਸੋ। ਓਕੇ, ਮੈਸੇजेस ਵਿੱਚ ਮੈਨੂੰ ਦੱਸੀ ਸਮਝ ਨਹੀਂ ਆਇਆ। ਤੁਹਾਡੇ ਇਸ਼ਾਰੇ ਵੀ ਇਹੋ ਜਿਹੇ ਹੁੰਦੇ ਨੇ ਕੱਚੇ ਕਾਹਦੇ ਇਸ਼ਾਰੇ ਜੀ? ਇੱਕ ਵਾਰੀ ਮੈਂ ਫਨੀ ਗੱਲ ਦੱਸਾਂ। ਮੈਂ ਕਿਸੇ ਪਬਲਿਕ 'ਚ ਗਏ ਤੇ ਅਸੀਂ ਨਵੇਂ ਹਸਬੈਂਡ ਵਾਈਫ, ਤੇ ਮੈਂ ਇਹਨਾਂ ਨੂੰ ਕਿਹਾ ਸੀ ਫਲਾਣ ਦੇ ਘਰ ਜਾ ਰਹੇ ਹਾਂ, ਜੋ ਤੇ ਮੈਨੂੰ ਮਾਹੌਲ ਅੱਛਾ ਨਾ ਲੱਗਿਆ ਨਾ ਆਪਾਂ ਖਿਸਕ ਲਾਂਗੇ। ਤੇ ਮੈਂ ਕਿਹਾ ਮੈਂ ਤੁਹਾਨੂੰ ਇਸ਼ਾਰੇ ਕਰਾਂਗੀ, ਤੇ ਮੈਂ ਉੱਥੋਂ ਇਸ਼ਾਰਾ ਕਰ ਰਹੀ ਇਹਨਾਂ ਨੂੰ ਕੁਝ ਕੁਲਦੀਪ ਨੂੰ, ਤੇ ਆਪ ਸਾਰਿਆਂ ਦੇ ਵਿੱਚ ਕਹਿ ਰਹੇ, ਸਾਰਿਆਂ ਦੇ ਵਿੱਚ ਬੋਲ ਪਏ ਕੀ ਇਸ਼ਾਰੇ ਕਰ ਰਹੀ ਹੈ, ਮੈਨੂੰ ਸਮਝ ਨਹੀਂ ਆ ਰਿਹਾ। ਸੋ ਮੈਨੂੰ ਮੈਂ ਬੜੀ ਐਮਬੈਰਸ ਫੀਲ ਕੀਤਾ ਕਿ ਮੈਂ ਕਿਹਾ ਓ ਮਾਈ ਗॉड, ਹੁਣ ਸਾਰੇ ਮੈਨੂੰ ਕਹਿਣਗੇ ਆਪਣੇ ਪਤੀ ਨੂੰ ਇਸ਼ਾਰੇ ਕਰਦੀ ਹੈ। that was ਮੈਨੂੰ ਇੱਕ ਚੇਤਾ ਆ ਗਿਆ, ਮਤਲਬ ਗੱਲ ਮੈਂ ਸੋਚਿਆ ਸ਼ੇਅਰ ਕਰਾਂ। ਤੇ ਅੱਜ ਅਸੀਂ ਜਸਟ ਚਿਲ ਤੇ ਬੀਇੰਗ ਅ ਹਸਬੈਂਡ ਐਂਡ ਵਾਈਫ ਔਰ ਅੱਗੇ ਵੀ ਹਸਬੈਂਡ ਐਂਡ ਵਾਈਫ ਔਰ ਜਿੰਨੇ ਹੋਰ ਵੀ ਹਸਬੈਂਡ ਐਂਡ ਵਾਈਫ ਦੇਖ ਰਹੇ ਨੇ, ਕੋਈ ਹਸਬੈਂਡਸ ਦੇਖ ਰਹੇ ਨੇ, ਕੋਈ ਵਾਈਫ ਦੇਖ ਰਹੀਆਂ ਨੇ, ਚਾਹੂੰਗਾ ਕਿ ਸ਼ੋਅ ਪਲੀਜ਼ ਦੋਵੇਂ ਇਕੱਠੇ ਬੈਠ ਕੇ ਦੇਖੋ, ਕਿਉਂਕਿ ਵਾਰੀ ਸਾਰੀ ਚੀਜ਼ਾਂ ਦਾ ਸਾਨੂੰ ਪਤਾ ਹੁੰਦਾ, ਲੇਕਿਨ ਜਦੋਂ ਕੋਈ ਦੂਸਰਾ ਇਨਸਾਨ ਉਹੀ ਚੀਜ਼ਾਂ ਤੁਹਾਡੇ ਸਾਹਮਣੇ ਆ ਕੇ ਤਾਂ ਅਹਿਸਾਸ ਹੁੰਦਾ ਕਿ ਇਹ ਸਾਰੀ ਕੁਆਲਿਟੀ ਸ਼ਾਇਦ ਮੇਰੇ ਪਤੀ 'ਚ ਵੀ ਹੈ, ਮੇਰੀ ਵਾਈਫ 'ਚ ਵੀ ਹੈ। ਤੁਸੀਂ ਰਿਵਾਈਜ਼ ਕਰ ਲੈਂਦੇ ਹੋ ਫਿਰ ਉਦੋਂ। ਤਾਂ ਹੀ ਜਦੋਂ ਲੋਕ ਗੁਰਦੁਆਰੇ 'ਚ ਵਿਆਹ ਹੁੰਦੇ ਨੇ, ਜਦੋਂ ਲਾਵਾਂ ਫੇਰੇ ਲਈ ਜਾਂਦੇ, ਤੁਸੀਂ ਬੈਠਦੇ ਹੋ ਤੇ ਫਿਰ ਤੁਸੀਂ ਵੀ ਆਪਣੀ ਵਾਵਸ। ਵਾਹ ਬਈ ਵਾਹ, ਅੱਜ ਤੇ ਮਨ ਸਿੰਘ ਵੀ ਲਾਈਵ ਸਾਨੂੰ ਵੇਖ ਰਹੇ ਨੇ। ਥੈਂਕ ਯੂ ਜੀ, ਬੜੀ ਮਿਹਰਬਾਨੀ ਹੈ। ਬਹੁਤ ਬਿਜ਼ੀ ਇਨਸਾਨ ਨੇ ਜੀ ਇਹ ਕਿਹੜੇ ਮਨ ਸਿੰਘ ਨੇ? ਮਨ ਆਪਣੇ ਕਜ਼ਨ ਨੇ ਜੀ, ਮੈਰੀਲੈਂਡ ਤੋਂ, ਜਰਮਨ ਟਾਊਨ ਤੇ ਜਰਮਨ ਟਾਊਨ ਤੋਂ ਦੇਖ ਰਹੇ ਨੇ। ਕੁਲਜੀਤ ਕੌਰ ਪਾਰਸ ਜੀ ਮੇਰੀ ਚਾਚੀ ਜੀ ਨੇ। ਸਤਿ ਸ਼੍ਰੀ ਅਕਾਲ ਚਾਚੀ ਜੀ, ਕੀ ਹਾਲ ਚਾਲ ਹੈ? ਇੰਡੀਆ 'ਚ ਕਾਫੀ ਲੇਟ ਹੋ ਗਿਆ, ਲੇਕਿਨ ਕੋਸ਼ਿਸ਼ ਕਰ ਰਹੇ ਹਾਂ ਕਿਉਂਕਿ ਰੀਕਨੈਕਟ ਕੀਤਾ ਜਾਵੇ ਨੂਰੀ ਜੀ ਨਾਲ। ਇੰਟਰਨੈਟ ਦੀ ਕਿਰਪਾ ਰਹੀ ਤੇ ਆਪਾਂ ਜ਼ਰੂਰ ਰੀਕਨੈਕਟ ਕਰ ਪਾਵਾਂਗੇ। ਲੈਟਸ ਸੀ, छोड़ेंगे तो नहीं, कुछ ना कुछ तो जरूर करेंगे, नहीं तो आज मिस्टर गिल के साथ हम चिल कराएंगे। हाँ जी, वेलकम बैक जी। और ਅਸੀਂ ਬਸ ਤੁਹਾਡੇ ਗੈਰ ਹਾਜ਼ਰੀ 'ਚ ਅਸੀਂ ਬਸ ਕੁਝ ਖਾਸ ਨਹੀਂ, ਬਸ ਮਿਸਟਰ ਗਿਲ ਨੂੰ ਮੌਕਾ ਦਿੱਤਾ ਕੁਝ ਗੱਲਾਂ ਕਰਨ ਦਾ। ਅੱਛਾ, ਉਹ ਮੇਰੇ ਨਾਲ ਪਤਾ ਕੀ ਹੋ ਰਿਹਾ ਨੂਰੀ ਜੀ? ਹਾਂਜੀ ਦੱਸੋ। ਤੁਸੀਂ ਸ਼ੋਜ਼ ਵਗੈਰਾ ਕਰਦੇ ਹੋ ਨਾ, ਤੇ ਇੰਜ ਕੋਈ ਨਵਾਂ ਜਿਹਾ ਸਿੰਗਰ ਸੀਗਾ, ਚਲਾ ਗਿਆ ਗਰੁੱਪ ਨਾਲ, ਤੇ ਉਹ ਕਹਿੰਦੇ ਜੀ ਸਾਨੂੰ ਤਾਂ ਮੈਨੂੰ ਕਦੋਂ ਮੌਕਾ ਮਿਲੇਗਾ? ਉਹ ਕਹਿੰਦੇ ਸ਼ੋਅ ਸ਼ੁਰੂ ਹੋਣਾ 6 ਵਜੇ ਤੋਂ 9 ਵਜੇ ਤੱਕ, ਤੇਰਾ ਦੁਪਹਿਰੇ 2 ਤੋਂ ਲੈ ਕੇ 4 ਵਜੇ ਤੱਕ ਸਟੇਜ ਤੇ ਟਾਈਮ ਹੈ। ਸਾਊਂਡ ਟੈਸਟ ਸਾਰੀ ਤੂੰ ਕਰਦੀ ਹੈ, ਪ੍ਰੋਗਰਾਮ 'ਚ ਤੇਰਾ ਕੋਈ ਕੰਮ ਨਹੀਂ ਹੈਗਾ। ਓਏ ਹੋਏ, ਇਹ ਬੜਾ ਧੱਕਾ ਹੋਇਆ ਵਿਚਾਰੇ ਨਾਲ ਹੈ। ਹਾਂ, ਕੋਈ ਨਹੀਂ ਵੀ ਹੁਣ ਕੁਲਦੀਪ ਜੀ ਨੂੰ ਮੌਕਾ ਦਿਓ। ਹੁਣ ਤੁਸੀਂ ਸਵਾਲ ਨਹੀਂ ਅੱਜ ਮੌਕਾ ਤੁਹਾਡਾ ਹੈ ਜੀ। ਤੁਹਾਡੇ ਤੋਂ ਜਿਹੜੀ ਸਿੱਖ ਮਿਲ ਰਹੀ ਹੈ ਔਰ ਸੁਣਨ ਨੂੰ ਮਿਲ ਰਿਹਾ ਹੈ,
ਇਹ ਮੈਂ ਤੁਹਾਡੇ ਤੋਂ ਪਹਿਲਾਂ ਲੋਕਾਂ ਨੂੰ ਇਹ ਦੱਸ ਰਿਹਾ ਸੀ ਕਿ ਹਰ ਹਸਬੈਂਡ ਐਂਡ ਵਾਈਫ ਨੂੰ ਇਹ ਸ਼ੋਅ ਦੇਖਣਾ ਚਾਹੀਦਾ ਹੈ, ਔਰ ਅਸਲ 'ਚ ਜ਼ਿੰਦਗੀ ਕੀ ਹੈ, ਸੈਕਰੀਫਾਈਸ ਕੀ ਹੈ, ਬਿਲਕੁਲ। ਕਿ ਸਿਰਫ ਕਹਿਣ ਨਾਲ ਜੀ ਮੈਂ ਤੁਹਾਡੇ ਲਈ ਆਪਣੀ ਜ਼ਿੰਦਗੀ ਦੇ ਦਾਂਗੀ, ਨਹੀਂ, ਉਹ ਪ੍ਰੂਫ ਕਰਨੀ ਪੈਂਦੀ। ਪ੍ਰੂਵ ਕਰਨੀ ਪੈਂਦੀ। ਬਿਲਕੁਲ, ਹਾਂਜੀ। ਇਹ ਤੇ ਤੁਰ ਕੇ ਵਿਖਾਣਾ ਪੈਂਦਾ ਹੈ ਕਿ ਬਈ ਇਹ ਇੰਜ ਤੁਰੀਦਾ ਹੈਗਾ, ਤੇ ਇਹ ਤੁਸੀਂ ਜੋ ਕੰਮ ਕੀਤਾ ਹੈ, ਮੈਂ ਇਮੇਜਿਨ ਨਹੀਂ ਕਰ ਸਕਦਾ ਹੈਗਾ ਕਿ ਇੰਜ ਕੋਈ ਇਨਸਾਨ ਇੱਕ ਦੂਸਰੇ ਇਨਸਾਨ ਦੀ ਕਰ ਸਕਦਾ ਹੈਗਾ। ਉਹ ਵੀ ਸਿੰਗਿੰਗ ਕਰੀਅਰ ਦੇ ਵਿੱਚ, ਜਿੱਥੇ ਕਿ ਇਨਸਾਨ ਦੇ ਲੁਕਸ, ਇਨਸਾਨ ਦਾ ਜਿਸਮ ਬਹੁਤ ਔਰ ਜ਼ਰੂਰੀ ਹੈ। ਖੁਦ ਵੀ ਤੁਸੀਂ ਪੀਕ ਤੇ, ਔਰ ਉਸ ਟਾਈਮ 'ਚ ਆ ਕੇ ਫਿਰ ਤੁਸੀਂ ਇਹ ਸਭ ਕਰਨਾ, ਇਟਸ ਮੇਰੇ ਕੋਲ ਲਫ਼ਜ਼ ਨਹੀਂ ਹੈਗੇ, ਮੈਂ ਕਿਵੇਂ ਇਹਨੂੰ ਕੀ ਬਿਆਨ ਕਰਾਂ, ਮੇਰੇ ਕੋਲ ਲਫ਼ਜ਼ ਨਹੀਂ ਹੈਗੇ। ਮੈਂ ਕਹਾਂਗੀ ਅੱਛਾ, ਮੇਰੇ ਬਾਰੇ ਲਫ਼ਜ਼ ਖਤਮ ਹੋ ਗਏ ਤੁਹਾਡੇ ਕੋਲ ਹੁਣ? ਮਤਲਬ ਕਿ ਐਸੀ ਕੋਈ ਆਮ ਹਰ ਬੰਦਾ ਨਹੀਂ ਕਰਦਾ ਨਾ ਹੈਗਾ। ਸਹੀ ਗੱਲ ਇਹ ਹੈ। ਉਹਦੀ ਹਰ ਰਹਿਮਤ ਬੰਦਾ ਆ। ਕਰਦਾ, ਹਰ ਬੰਦਾ ਉਹਦੀ ਨਹੀਂ ਕਰਦਾ ਰਹਿਮਤ ਤੋਂ ਬਿਨਾਂ ਕੁਝ ਵੀ ਨਹੀਂ ਹੁੰਦਾ। ਤੁਸੀਂ ਜਿੰਨਾ ਮਰਜ਼ੀ ਜ਼ੋਰ ਲਾ ਲਓ ਵੀ ਮੈਂ ਆਹ ਕੁਝ ਕਰਨਾ, ਮੈਂ ਕਿਸੇ ਲਈ ਆਹ ਕਰਨਾ, ਜਿੰਨੀ ਦੇਰ ਉਹਦੀ ਕਿਰਪਾ ਨਹੀਂ ਹੋਗੀ, ਜਦੋਂ ਉਧਰੋਂ ਹਾਂ ਨਹੀਂ ਹੁੰਦੀ, ਉਨੀ ਦੇਰ ਤੁਸੀਂ ਕੁਝ ਨਹੀਂ ਕਰ ਸਕਦੇ। ਜਦੋਂ ਉਧਰੋਂ ਹਾਂ ਹੁੰਦੀ ਹੈ ਤਾਂ ਤੁਸੀਂ ਬਹੁਤ ਵੱਡੇ ਵੱਡੇ ਕੰਮ ਕਰ ਲੈਂਦੇ ਹੋ। ਇਹ ਤਾਂ ਹੈ ਗੱਲ ਸਹੀ। ਤੁਸੀਂ ਕੁਝ ਨਹੀਂ ਕਰਦੇ, ਉਹੀ ਕਰਾਉਂਦਾ ਹੈ ਸਾਰਾ ਕੁਝ। ਰੱਬ ਕਰਾਉਂਦਾ, ਲੇਕਿਨ ਰੱਬ ਨੇ ਜਿਹੜਾ ਦਿਲ ਦਿੱਤਾ ਔਰ ਦਿਮਾਗ ਦਿੱਤਾ ਨਾ, ਉਹ ਰੱਬ ਕਹਿੰਦਾ ਤੂੰ ਆਪ ਚਲਾਣਾ। ਉਹ ਕਈ ਵਾਰ ਬੇਈਮਾਨ ਵੀ ਹੋ ਜਾਂਦਾ, ਕਈ ਵਾਰ ਲਾਲਚੀ ਵੀ ਹੋ ਜਾਂਦਾ ਕਿ ਹਾਏ ਮੈਂ ਆਪਣਾ ਜਿਸਮ ਦਾ ਟੋਟਾ ਦਵਾਂ ਕਿ ਨਹੀਂ ਦਵਾਂ। ਤੇ ਇਹ ਵਾਹਿਗੁਰੂ ਨੇ ਤੁਹਾਨੂੰ ਇਸ ਚੀਜ਼ ਤੋਂ ਨਵਾਜਿਆ, ਤੇ ਉਹਦੀ ਤਾਰੀਫ ਤੁਸੀਂ ਲਓ, ਜ਼ਰੂਰ ਲਓ। ਲਓ ਜੀ, ਥੈਂਕ ਯੂ ਸੋ ਮਚ। ਔਰ ਮੈਂ ਇਹ ਕਹਾਂਗੀ, ਇਸ ਗੱਲ ਨੂੰ ਮੈਂ ਇਹ ਕਹਾਂਗੀ ਕਿ ਜਿਹੜੀ ਤੁਸੀਂ ਦਿਲ ਤੇ ਦਿਮਾਗ ਦੀ ਸੋਚ ਨੂੰ ਵਧੀਆ ਕਿਹਾ ਹੈ, ਉਹ ਮੇਰੇ ਪੇਰੈਂਟਸ ਦੇ ਵਿੱਚੋਂ ਮੈਨੂੰ ਆਈ ਆ, ਕਿਉਂਕਿ ਮੈਨੂੰ ਸੰਸਕਾਰ ਅੱਛੇ ਮਿਲੇ ਆ। ਸੰਤ ਮਸਕੀਨ ਜੀ ਮੇਰੇ ਪਾਪਾ ਤੇ ਦੋਨੋਂ ਬਹੁਤ ਗਹਿਰੇ ਮਿੱਤਰ ਸੀਗੇ। ਤੇ ਜਦੋਂ ਸੰਤ ਜੀ ਜਦੋਂ ਉਹਨਾਂ ਦੀ ਪੂਰੇ ਯੰਗ ਹੁੰਦੇ ਸੀਗੇ ਤੇ ਘਰੇ ਆਉਂਦੇ ਹੁੰਦੇ ਸੀ ਪਾਪਾ, ਤੇ ਉਹ ਇਕੱਠੇ ਪ੍ਰੋਗਰਾਮ ਕਰਦੇ ਹੁੰਦੇ ਸੀ। ਪਾਪਾ ਜੀ ਮੇਰੇ ਸ਼੍ਰੀ ਰੋਸ਼ਨ ਸਾਗਰ ਜੀ, ਉਹ ਗਾਉਂਦੇ ਹੁੰਦੇ ਸੀਗੇ ਤੇ ਸੰਤ ਜੀ ਕਥਾ ਕਰਦੇ ਹੁੰਦੇ ਸੀਗੇ, ਤੇ ਇਕੱਠੇ ਟੂਰ ਹੁੰਦੇ ਸੀ ਇਹਨਾਂ ਦੇ ਨਾਲ। ਤੇ ਤਰਲੋਚਨ ਗੁੰਚਾ ਜੀ ਹੁੰਦੇ ਸੀਗੇ, ਉਹ ਵੀ ਸਾਡੇ ਰੋਪੜ ਤੋਂ ਸੀ। ਇਹ ਤਿੱਕੜੀ ਸੀਗੀ, ਹਰ ਥਾਂ ਤੇ ਇਕੱਠੇ ਹੀ ਹੁੰਦੇ ਸੀਗੇ। ਤੇ ਜਦੋਂ ਸੰਤ ਜੀ ਘਰੇ ਆਉਂਦੇ ਹੁੰਦੇ ਸੀਗੇ, ਮੈਂ ਬਹੁਤ ਛੋਟੀ ਹੁੰਦੀ ਸੀ, ਮੈਂ ਉਹਨਾਂ ਦੇ ਗੋਦ ਦਾ ਨਿੱਘ ਮਾਣਿਆ ਹੋਇਆ। ਤੇ ਉਹਨਾਂ ਨੇ ਆ ਕੇ ਸਾਨੂੰ ਜਾਪ ਕਰਾਉਣਾ, ਜਿਵੇਂ ਆਪਾਂ ਬੈਠੇ ਖਾਣਾ ਬਣਾ ਲਿਆ ਤੇ ਬੈਠੇ ਆ ਖਾਣ ਲੱਗੇ, ਉਹਨਾਂ ਨੇ ਕਹਿਣਾ ਪਹਿਲਾਂ ਹੱਥ ਜੋੜ ਕੇ ਪਰਮਾਤਮਾ ਦਾ ਸ਼ੁਕਰ ਕਰੋ। ਉਹਨਾਂ ਨੇ ਸਾਨੂੰ ਸਿਮਰਨ ਕਰਾਉਣਾ, ਫਿਰ ਅਸੀਂ ਖਾਣਾ ਖਾਂਦੇ ਹੁੰਦੇ ਸੀ। ਤੇ ਛੋਟੀ ਛੋਟੀਆਂ ਗੱਲਾਂ ਮੈਨੂੰ ਹੁਣ ਵੀ ਯਾਦ ਆਉਂਦੀਆਂ। ਉਦੋਂ ਸਮਝ ਨਹੀਂ ਸੀ ਹੁੰਦੀ ਉਹਨਾਂ, ਕਿਉਂਕਿ ਗੱਲਾਂ ਬਹੁਤ ਉੱਚੀਆਂ ਸੀਗੀਆਂ ਸਾਡੀ ਉਮਰ ਤੋਂ, ਜਿਹੜੀਆਂ ਸੰਤ ਮਸਕੀਨ ਜੀ ਉਦੋਂ ਦੱਸਦੇ ਹੁੰਦੇ ਸੀਗੇ। ਤੇ ਪਾਪਾ ਉਹਨਾਂ ਦੇ ਨਾਲ ਰਹਿੰਦੇ ਸੀ, ਪਾਪਾ ਵੀ ਸਾਡੇ ਨਾਲ ਗੱਲਾਂ ਕਰਦੇ ਹੁੰਦੇ ਸੀ ਆ ਕੇ ਉਹੀ, ਕਿਉਂਕਿ ਉਹਨਾਂ ਦੇ ਉੱਤੇ ਵੀ ਉਹਨਾਂ ਦਾ ਪਹਿਰਾ ਸੀਗਾ। ਸੰਗ ਜਿਹੜਾ ਹੈਗਾ ਹੈ ਤੁਹਾਡੇ ਤੇ ਅਸਰ ਕਰਦਾ ਹੈ। ਔਰ ਜਿਹੜੀ ਮੇਰੀ ਮੰਮੀ ਆ, ਉਹ ਤੁਸੀਂ ਕਹੋ ਬਸ ਦੇਵੀ ਦਾ ਰੂਪ ਆ। ਇੰਨੀ ਸਹਿਨਸ਼ੀਲਤਾ ਮੇਰੇ ਖਿਆਲ ਦੇ ਵਿੱਚ ਮੈਂ ਬਹੁਤ ਘੱਟ ਲੋਕਾਂ ਦੇ ਵਿੱਚ ਦੇਖੀ ਹੈ ਦੁਨੀਆ ਦੇ ਵਿੱਚ। ਆਪਾਂ ਜੇ ਲਾਈਏ ਵੀ 100 ਦੇ ਵਿੱਚੋਂ 1% ਲੋਕ ਹੋਣਗੇ ਜਿਨ੍ਹਾਂ 'ਚ ਇੰਨੀ ਸਹਿਨਸ਼ੀਲਤਾ ਹੋਗੀ, ਜਿੰਨੀ ਕਿ ਮੈਂ ਆਪਣੀ ਮੰਮੀ ਦੇ ਵਿੱਚ ਦੇਖੀ ਆ। ਉਹਨੂੰ ਜਿੰਨੇ ਮਰਜ਼ੀ ਦੁੱਖ ਤਕਲੀਫਾਂ ਹੋਣ, ਉਹਨੇ ਨਹੀਂ ਤੁਹਾਨੂੰ ਕਦੇ ਕਿਸੇ ਦੇ ਮੂਹਰੇ ਬਿਆਨ ਨਹੀਂ ਕਰਨੀ ਕਿ ਮੈਨੂੰ ਆਹ ਤਕਲੀਫ ਆ, ਤੂੰ ਆਹ ਕਿਉਂ ਕੀਤਾ, ਆਹ ਤੂੰ ਮੇਰੇ ਨਾਲ ਕਿਉਂ ਕੀਤਾ, ਬਿਲਕੁਲ ਵੀ ਨਹੀਂ। ਸਾਰੇ ਗੱਲਾਂ ਹੱਸ ਕੇ ਟਾਲ ਦੇਣੀਆਂ ਔਰ ਉੱਦਾਂ ਹੀ ਕੰਮ ਕਰੀ ਜਾਣਾ ਹੈ। ਉਹਦਾ ਦੁਸ਼ਮਣ ਹੀ ਨਹੀਂ ਹੈ ਕੋਈ ਦੁਨੀਆ 'ਚ। ਉਹਨੂੰ ਕੋਈ ਦੁਸ਼ਮਣ ਸਮਝਦਾ ਹੋਵੇ, ਗੱਲ ਵਾਕਾ ਉਹ ਕਿਸੇ ਨੂੰ ਦੁਸ਼ਮਣ ਨਹੀਂ ਸਮਝਿਆ ਉਹਨੇ ਅੱਜ ਤੱਕ। ਜੇ ਕੋਈ ਬੰਦਾ ਏਦਾਂ ਕਰਦਾ ਵੀ ਹੈ, ਉਹਨੇ ਕਹਿਣਾ ਚਲ ਕੋਈ ਗੱਲ ਨਹੀਂ, ਫੇਰ ਕੀ ਆ, ਹੋ ਹੀ ਜਾਂਦਾ, ਇਨਸਾਨ ਆ, ਗਲਤੀਆਂ ਹੋ ਜਾਂਦੀਆਂ, ਐਵੇਂ ਕਹਿ ਕੇ ਸਭ ਨੂੰ ਮਾਫ਼ ਕਰ ਦਿੰਦੀ ਆ। ਵੀ ਉਹ ਲੇਡੀ ਨੂੰ ਮੈਂ ਦੇਖਿਆ ਵੀ ਉਹ ਮਾਫ਼ ਕਰਨਾ ਜਾਣਦੀ ਆ। ਔਰ ਉਹ ਸੰਸਕਾਰ ਜਿਹੜੇ ਉਸ ਪਰਿਵਾਰ ਦੇ ਵਿੱਚੋਂ ਮੈਨੂੰ, ਆਪਣੇ ਫੈਮਿਲੀ ਦੇ ਵਿੱਚੋਂ ਮੈਨੂੰ ਮਿਲੇ, ਮੇਰੇ ਪਾਪਾ ਤੋਂ, ਮੇਰੀ ਮੰਮੀ ਤੋਂ, ਔਰ ਮੇਰੇ ਵੱਡੇ ਬ੍ਰਦਰ ਕਰਮਾ ਰੋਪੜ ਵਾਲੇ, ਕਿਉਂਕਿ ਉਹ ਮੇਰੇ ਤੋਂ ਵੱਡੇ ਸੀਗੇ। ਜੋ ਕਰਦੇ ਸੀ ਮੈਂ ਪਿੱਛੇ ਪਿੱਛੇ ਨਕਲ ਕਰਦੀ ਸੀਗੀ। ਹੁੰਦਾ ਨਾ ਘਰ ਦੇ ਵਿੱਚ, ਜਿਹੜੇ ਤੁਹਾਡੇ ਵੱਡੇ ਭੈਣ ਭਰਾ ਨੇ, ਛੋਟੇ ਭੈਣ ਭਰਾ ਉਹਨੂੰ ਦੇਖ ਦੇਖ ਕੇ ਨਕਲ ਕਰਦੇ ਨੇ, ਤੇ ਬਸ ਮੈਂ ਹਮੇਸ਼ਾ ਉਹਨਾਂ ਨੂੰ ਕਾਪੀ ਕਰਦੀ ਰਹਿੰਦੀ ਸੀ, ਉਹਨਾਂ ਨੂੰ ਦੇਖਦੀ ਰਹਿੰਦੀ ਸੀਗੀ, ਕਰਮਾ ਵੀਰ ਜੀ ਨੂੰ। ਬਾਕੀ ਤਾਂ ਮੇਰੇ ਛੋਟੇ ਭੈਣ ਭਰਾ ਮੇਰੇ ਤੋਂ ਸਾਰੇ, ਕਰਮਾ ਵੀਰ ਜੀ ਮੇਰੇ ਤੋਂ ਵੱਡੇ ਨੇ। ਤੇ ਮਤਲਬ ਵੀ ਮੇਰੇ ਪੇਰੈਂਟਸ, ਮੇਰੇ ਬ੍ਰਦਰ, ਇਹਨਾਂ ਕੋਲੋਂ ਹੀ ਇਹ ਸੰਸਕਾਰ, ਇਹ ਜਜ਼ਬਾ, ਇਹ ਹਿੰਮਤ ਸ਼ਕਤੀ, ਚੰਗੇ ਕਰਮ ਕਰਨ ਦੀ ਤਾਕਤ, ਇਹ ਉੱਥੋਂ ਹੀ ਆਈ ਹੈ ਸਾਰੀ। ਬਿਲਕੁਲ। ਹੁਣ ਅਸੀਂ ਇੰਨੀਆਂ ਮਹਾਨ ਗੱਲਾਂ ਕੀਤੀਆਂ ਨੇ, ਮੈਂ ਹੁਣ ਪਬਲਿਕ ਨੂੰ ਬਣਾ ਨਾ ਦੇਵਾਂ ਕਿ ਇਹ ਸਿੰਗਰ ਹੀ ਨੇ, ਇਹ ਕੋਈ ਮਾਤਾ ਜਾਂ ਨਹੀਂ ਉਹ ਤੋਬਾ ਅਸੀਂ ਪਾਪੀ ਇਨਸਾਨ, ਦੇਵੀ ਅੱਜ ਆ ਗਈ ਹੈ। ਆਪਾਂ ਤਾਂ ਇਨਸਾਨ ਵੀ ਨਹੀਂ ਪੂਰੇ ਬਣੇ ਹੈਗੇ, ਦੇਵੀ ਦੇਵਤੇ ਦਾ ਬਹੁਤ ਉੱਤੇ ਦਾ ਰੁਤਬਾ ਹੈ।
ਆਪਾਂ ਤਾਂ ਇਨਸਾਨ, ਅਸੀਂ ਤਾਂ ਬੰਦੇ ਹੀ ਚੰਗੇ ਬਣ ਜਾਈਏ, ਇਨਸਾਨ ਹੀ ਸਹੀ ਬਣ ਜਾਈਏ, ਬਿਲਕੁਲ। ਔਰ ਉਹੀ ਅਸੀਂ ਤੁਹਾਨੂੰ ਬਹੁਤ ਆ। ਇਸੇ ਕਰਕੇ ਹੀ ਪਿਆਰ ਪਸੰਦ ਕਰਦੇ ਆ, ਇਸੇ ਕਰਕੇ ਪਿਆਰ ਕਰਦੇ ਆ ਕਿਉਂਕਿ ਪਿਓਰ ਪਰਸਨ ਹੋ ਤੁਸੀਂ, ਪਿਓਰ ਹੋ। ਜੋ ਇਨਸਾਈਡ ਹੈ ਉਹੀ ਆਊਟਸਾਈਡ ਹੈ। ਦੈਟਸ ਵਾਈ ਵੀ ਲਵ ਯੂ ਸੋ ਮਚ, ਥੈਂਕ ਯੂ ਯੂ, ਨੋ। ਲਵ ਤੇ ਯੂ ਨੂਰੀ ਟੂ। ਜੀ, ਆਪਣੇ ਬੇਟਿਆਂ ਦੀ ਏਜ ਕਿੰਨੀ, ਤੁਹਾਡੇ ਜਿਹੜੇ ਦੋਨੋਂ ਬੇਟੇ ਨੇ, ਕਿੰਨੀ ਕਿੰਨੀ ਉਮਰ? ਵੱਡਾ ਬੇਟਾ ਮੇਰਾ ਹੋ ਗਿਆ ਜੀ, ਔਰ ਉਹਨੂੰ 1 ਜੁਲਾਈ ਨੂੰ 27 ਸਾਲ ਕੰਪਲੀਟ ਕਰਕੇ ਉਹਨੂੰ 28ਵਾਂ ਸਾਲ ਸ਼ੁਰੂ ਹੋ ਜਾਣਾ ਉਹਨੂੰ। ਵਾਹ ਜੀ ਵਾਹ। ਔਰ ਜਿਹੜਾ ਛੋਟੇ ਵਾਲਾ ਹੈ ਉਹਨੂੰ ਫਰਵਰੀ ਦੇ ਵਿੱਚ ਉਹਦੇ 25 ਸਾਲ ਪੂਰੇ ਹੋ ਕੇ 26ਵਾਂ ਸਾਲ ਉਹਨੂੰ ਸ਼ੁਰੂ ਹੋ ਚੁੱਕਿਆ ਹੈ। ਸ਼ੁਰੂ ਹੋ ਜਾ। ਓ 26 ਦਾ ਹੋ ਓਕੇ। ਗਿਆ, ਇੱਕ 27 ਦਾ ਹੋ ਸੋ ਗਿਆ। 30 ਸਾਲ ਦੀ ਉਮਰ ਤੱਕ ਦਾ ਵਿਆਹ ਦਾ ਇਰਾਦਾ ਹੈ ਕਿ 35 ਇਨਸ਼ਾਅੱਲਾ, ਇਨਸ਼ਾਅੱਲਾ ਜਦੋਂ ਉਹਦੀ ਰਜ਼ਾ ਹੋਈ, ਕੋਸ਼ਿਸ਼ ਕਰ ਰਹੇ ਆ। ਤੇ ਬੱਚੇ ਹਜੇ ਮੰਨ ਨਹੀਂ ਸੀ ਰਹੇ, ਰਿਸ਼ਤੇ ਬਹੁਤ ਸਾਰੇ ਆ ਰਹੇ ਸੀਗੇ ਉਹ ਤਾਂ ਹੈ ਹੀ। ਤੇ ਪਰ ਬੱਚੇ ਕਹਿੰਦੇ ਅਸੀਂ, ਇੱਕ ਮੈਂ ਤੁਹਾਨੂੰ ਹੋਰ ਗੱਲ ਦੱਸਣੀ ਚਾਹਾਂਗੀ ਇੱਥੇ ਸਾਰਿਆਂ ਨੂੰ, ਵੀ ਨਹੀਂ ਤਾਂ ਜਿਵੇਂ ਹੁੰਦਾ ਨਾ ਵੀ ਪੇਰੈਂਟਸ ਤੁਹਾਡੇ ਕਿਸੇ ਲਾਈਨ ਦੇ ਵਿੱਚ ਹੈਗੇ ਨੇ, ਬੱਚਿਆਂ ਨੂੰ ਜਾਣਾ ਸੌਖਾ ਹੋ ਜਾਂਦਾ ਹੈ, ਜੀ। ਪਰ ਅਸੀਂ ਨਹੀਂ ਏਦਾਂ ਕੀਤਾ, ਨਾ ਉਹ ਏਦਾਂ ਕਰ ਰਹੇ ਨੇ। ਉਹ ਕਹਿੰਦੇ ਅਸੀਂ ਆਪਣੇ ਦਮ ਤੇ ਜਾਣਾ ਹੈ, ਔਰ ਅਸੀਂ ਕਦੇ ਉਹਨਾਂ ਦੀ ਸਿਫਾਰਿਸ਼ ਨਹੀਂ ਕੀਤੀ। ਕਦੇ ਤੁਸੀਂ ਦੇਖ ਲਿਆ ਵੀ, ਦੇਖ ਰਹੇ ਵੀ ਇੰਨੀ ਉਮਰ ਹੋ ਗਈ ਆ ਵੀ ਅਸੀਂ ਉਹਨਾਂ ਨੂੰ ਲਾਂਚ ਕਰ ਸਕਦੇ ਸੀ, 20-22 ਸਾਲ ਦੀ ਉਮਰ 'ਚ ਕਰ ਸਕਦੇ ਸੀ। ਅਸੀਂ ਕਿਹਾ ਨਹੀਂ, ਉਹ ਜ਼ੀਰੋ ਤੋਂ ਸਟਾਰਟ ਕਰਨ। ਜੇ ਅਸੀਂ ਲਾਂਚ ਕਰਤਾ ਇਹਨਾਂ ਨੇ ਤਾਂ ਫਿਰ ਉਹ ਚੀਜ਼ ਦੇਖਣੀ ਨਹੀਂ ਗੀ, ਫਿਰ ਬੰਦੇ ਦਾ ਦਿਮਾਗ Struggle ਖਰਾਬ ਹੋ ਦੇਖਾਂਗੇ। ਜਾਂਦਾ ਨਾ। ਸਾਡੇ ਕੋਲ ਸਾਰੀਆਂ ਕੰਪਨੀਆਂ ਨੇ, ਡਾਇਰੈਕਟਰ ਨੇ, ਸਾਰੇ ਸਿੰਗਰਸ ਨੇ, ਸਭ ਕੁਝ ਹੈਗਾ ਹੈ ਇੰਡਸਟਰੀ ਦੇ ਵਿੱਚ, ਪਰ ਅਸੀਂ ਉਹਨਾਂ ਨੂੰ ਲਾਂਚ ਕਰ ਸਕਦੇ ਸੀ, ਉਹਨਾਂ ਦੀ ਹੈਲਪ, ਪਰ ਅਸੀਂ ਨਹੀਂ ਕੀਤੀ। ਅਸੀਂ ਕਿ ਨਹੀਂ, ਜੇ ਲੰਬੀ ਰੇਸ ਦਾ ਘੋੜਾ ਬਣਾਉਣਾ ਹੈ ਤਾਂ ਇਹਨਾਂ ਨੂੰ ਜ਼ੀਰੋ ਤੋਂ ਸ਼ੁਰੂ ਕਰਨਾ ਪਵੇਗਾ। ਜਿੱਦਾਂ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਸਟਰਗਲ ਕੀਤਾ ਉਵੇਂ ਕਰੋ। ਬੇਟਾ ਵੱਡਾ ਚੰਡੀਗੜ੍ਹ ਗਿਆ, ਛੋਟਾ ਵੀ ਚੰਡੀਗੜ੍ਹ ਗਿਆ, ਆਪਣੇ ਦਮ ਤੇ ਗਏ। ਇਹ ਕਹਿੰਦੇ ਅਸੀਂ ਉੱਥੇ ਰਵਾਂਗੇ, ਅਸੀਂ ਜੋ ਵੀ ਕਮਾਵਾਂਗੇ ਅਸੀਂ ਆਪਣਾ ਖਰਚਾ ਆਪ ਕਰਾਂਗੇ, ਤੁਹਾਡੇ ਕੋਲੋਂ ਇੱਕ ਪੰਜੀ ਵੀ ਨਹੀਂ ਲੈਣੀ। ਔਰ ਅਸੀਂ ਕਿਸੇ ਨੂੰ ਇਹ ਨਹੀਂ ਕਹਿਣਾ ਕਿ ਅਸੀਂ ਸਰਦੂਲ ਸਿਕੰਦਰ ਦੇ ਮੁੰਡੇ ਆ। ਅਸੀਂ ਆਪਣੀ ਪਹਿਚਾਣ ਬਣਾਉਣੀ। ਉਹਨਾਂ ਨੇ ਆਪਣਾ ਥੋੜਾ ਥੋੜਾ ਕਰਕੇ, ਜਿਵੇਂ ਵੈਬ ਸੀਰੀਜ਼ ਦੇ ਵਿੱਚ ਮਿਊਜ਼ਿਕ ਕੀਤਾ ਸਾਰੰਗ ਨੇ, ਅਲਾਪ ਨੇ ਕੀਤੀਆਂ, ਫਿਲਮਾਂ ਦੇ ਵਿੱਚ ਮਿਊਜ਼ਿਕ ਦਿੱਤਾ ਸਾਰੰਗ ਨੇ ਵੀ, ਅਲਾਪ ਨੇ ਵੀ। ਹਾਂਜੀ। ਤੇ ਹੁਣ ਇਹ ਕਹਿੰਦੇ ਨੇ ਵੀ ਸਾਰੀ ਦੁਨੀਆ ਇਹਨਾਂ ਨੂੰ ਕਹਿ ਰਹੀ ਕਿ ਤੁਸੀਂ ਸਿੰਗਿੰਗ ਕਰੋ। ਹੁਣ ਇਹ ਦੋਨੋਂ ਜਾਣੇ ਸਿੰਗਿੰਗ ਦੇ ਵਿੱਚ ਆ ਰਹੇ ਨੇ ਤੇ ਬਹੁਤ ਜਲਦੀ ਦੋਨਾਂ ਨੇ ਆਪੇ ਹੀ ਆਪਣਾ ਮਿਊਜ਼ਿਕ ਕੀਤਾ ਹੋਇਆ ਤੇ ਪੂਰੇ ਗਾਣੇ ਵਗੈਰਾ ਵੀ ਇਹਨਾਂ ਨੇ ਖੁਦ ਆਪ ਜਾ ਕੇ ਲਿੱਤੇ ਨੇ, ਮਿਹਨਤ ਕੀਤੀ ਆ, ਤਿਆਰ ਕੀਤੇ ਨੇ। ਤੇ ਜਲਦੀ ਇਨਸ਼ਾਅੱਲਾ ਬਾਬਾ ਸ਼ਿਵ ਭੋਲਾਨਾਥ, ਮਾਂ ਸਰਸਵਤੀ ਕਿਰਪਾ ਕਰੇ, ਅਗਲੇ ਸਾਲ ਦੋਨੇ ਲਾਂਚ ਹੋ ਜਾਣਗੇ ਤੇ ਗਾਣੇ ਤੁਹਾਡੀ ਕਚਹਿਰੀ ਵਿੱਚ ਹਾਜ਼ਰ ਹੋ ਜਾਣਗੇ। ਬਿਲਕੁਲ ਬਿਲਕੁਲ, ਲੁਕਿੰਗ ਫਾਰਵਰਡ। ਤੇ ਮੈਨੂੰ ਹੁਣ, ਮੈਂ ਤੁਹਾਨੂੰ ਗਾਣਿਆਂ ਤੋਂ ਹੀ ਮੈਨੂੰ ਗੱਲ ਯਾਦ ਆਈ ਕਿ ਨੂਰੀ ਜੀ, ਜਦੋਂ ਤੁਸੀਂ, ਤੁਹਾਡੇ ਵਿਆਹ ਹੋਇਆ, ਉਸ ਤੋਂ ਬਾਅਦ ਬੱਚੇ ਹੋਏ, ਤੁਸੀਂ ਇੰਨੀ ਪੀਕ ਤੇ ਸੀਗੇ। ਔਰ ਪ੍ਰੈਗਨੈਂਸੀ ਔਰ ਬੱਚਾ ਇੱਕ ਐਸੀ ਜ਼ਿੰਮੇਵਾਰੀ ਹੈ ਨਾ ਕਿ ਇਨਸਾਨ ਨੂੰ ਜਾਂ ਇੱਕ ਆਰਟਿਸਟ ਨੂੰ ਚੂਜ਼ ਕਰਨਾ ਬੜਾ ਮੁਸ਼ਕਿਲ ਹੁੰਦਾ, ਕਿਉਂਕਿ ਉਹ ਆਪਣੇ ਕੰਮ ਨੂੰ ਵੀ ਉਨਾ ਹੀ ਪਿਆਰ ਕਰਦਾ ਆਪਣੇ ਬੱਚਿਆਂ ਬਿਲਕੁਲ ਵਾਂਗੂ ਹੀ। ਸਹੀ। ਤੇ ਉਹ ਸੈਕਰੀਫਾਈਸ ਹੈ ਨਾ, ਜਿਹੜੇ ਉਹ ਲੋਕ ਦੇਖ ਨਹੀਂ ਪਾਉਂਦੇ, ਵੂਮਨ ਦਾ ਨਹੀਂ ਦੇਖ ਪਾਉਂਦੇ। ਉਹਨਾਂ ਦਾ ਇਹਦਾ ਤਾਂ ਫਰਜ਼ ਹੈ, ਇਹਨੇ ਬੱਚੇ ਪੈਦਾ ਕੀਤੇ ਨੇ, ਇਹ ਪਾਲੇ, ਇਹਦਾ ਫਰਜ਼ ਹੈ। ਬਸ ਇਹ ਸੋਚਦੇ, ਇਹ ਈਵਨ ਕਿ ਪਤੀ ਪਤਨੀ ਵੀ ਸੋਚਦੇ ਨੇ, ਮਾਂ-ਬਾਪ ਵੀ ਸੋਚਦੇ ਨੇ, ਬੱਚੇ ਵੀ ਸੋਚਦੇ ਨੇ। ਲੇਕਿਨ ਜਿਹੜਾ ਇੱਕ ਆਰਟਿਸਟ ਹੈ, ਜਿਹਨੇ ਆਪਣਾ ਆਰਟ ਨੂੰ ਬੱਚੇ ਵਾਂਗੂ ਹੀ ਪਾਲਿਆ ਪੋਸਿਆ, ਆਪਣੇ ਬੱਚੇ ਵਾਂਗੂ ਹੀ ਟੇਕਰ ਕੀਤੀ ਹੈ, ਉਹ ਕਿੰਨਾ ਕੁ ਮੁਸ਼ਕਿਲ ਹੁੰਦਾ ਇੱਕ ਮਾਂ ਵਾਸਤੇ, ਉਹਨੂੰ ਕੁਰਬਾਨੀ ਦੇਣੀ ਔਰ ਬੱਚਿਆਂ ਲਈ ਉਹ ਚੀਜ਼ ਛੱਡਣੀ ਬੜੀ ਵੱਡੀ ਚੀਜ਼ ਹੈ। ਤੇ ਬਹੁਤ ਔਖਾ ਹੈ, ਕਿਉਂਕਿ ਜਿਹੜਾ ਗਾਣਾ ਹੈ, ਜਿਹੜਾ ਆਰਟਿਸਟ ਹੈਗਾ ਦਿਲੋਂ, ਜਿਵੇਂ ਗਾਣਾ ਸੀਗਾ, ਐਕਟਿੰਗ ਸੀਗੀ, ਡਾਂਸ ਸੀਗਾ, ਜੋ ਵੀ ਸੀਗਾ, ਮੈਂ ਫਿਲਮਾਂ ਵੀ ਕਰਦੀ ਸੀਗੀ ਵਿਆਹ ਤੋਂ ਪਹਿਲਾਂ, ਔਰ ਮੈਂ ਸਟੇਜਾਂ ਵੀ ਕਰਦੀ ਸੀਗੀ ਸਿੰਗਿੰਗ ਦੀਆਂ। ਇਹ ਮੇਰੀ ਰੂਹ ਆ। ਮੈਂ ਕਹਿੰਦੀ ਧੜਕਣ ਚੱਲਦੀ ਹੀ ਇਹਦੇ ਨਾਲ ਆ, ਸੰਗੀਤ ਦੇ ਨਾਲ। ਅਗਰ ਮੇਰੇ ਸਾਹਮਣੇ ਕੈਮਰਾ ਨਾ ਹੋਵੇ, ਲੋਕ ਨਾ ਹੋਣ, ਸਟੇਜ ਨਾ ਹੋਵੇ, ਔਰ ਮੈਂ ਨਾ ਗਾ ਰਹੀ ਹੋਵਾਂ, ਤਾਂ ਮੈਂ ਡਿਪਰੈਸ਼ਨ ਚਲੇ ਜਾਵਾਂ। ਤੇ ਪਰ ਉਦੋਂ ਏਦਾਂ ਦੇ ਹਾਲਾਤ ਸੀਗੇ ਵੀ ਬੱਚਿਆਂ ਦੀ ਟੇਕ ਕੇਅਰ ਕਰਨ ਵਾਸਤੇ ਘਰ 'ਚ ਕੋਈ ਹੋਰ ਹੈ ਨਹੀਂ ਸੀਗਾ। ਸਰਵੈਂਟ ਸੀਗੇ, ਸਰਦੂਲ ਜੀ ਨੇ ਸ਼ੋਜ਼ ਕਰਨੇ ਸੀਗੇ, ਤੇ ਇਸ ਕਰਕੇ ਫਿਰ ਮੈਨੂੰ ਬੱਚਿਆਂ ਦਾ ਦੇਖਣਾ ਪੈਣਾ ਸੀਗਾ। ਪਰ ਫਿਰ ਵੀ ਮੈਂ ਵਿੱਚ ਕਿਤੇ ਜਿਵੇਂ ਨਿਊ ਈਅਰ ਦੇ ਪ੍ਰੋਗਰਾਮ ਤੇ ਜਾਂਦੀ ਸੀਗੀ, ਉੱਥੇ ਨਿਊ ਈਅਰ ਤੇ ਇੱਕ ਗਾਣਾ ਕਰ ਦਿੰਦੀ ਸੀਗੀ, ਔਰ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਪੂਰਾ ਸਾਲ ਉਹ ਗਾਣਾ ਚੱਲਦਾ ਰਹਿੰਦਾ ਸੀ। ਮੇਰੀ ਯਾਦ ਲੋਕਾਂ ਦੇ ਵਿੱਚ ਤਾਜ਼ਾ ਕਰਕੇ ਰੱਖਦਾ ਸੀ ਉਹ ਗਾਣਾ, ਇੱਕੋ ਗਾਣਾ, ਐਡੀ ਰਹਿਮਤ ਮੇਰੇ ਮਾਲਕ ਦੀ। ਪਰ ਜਦੋਂ ਬੱਚੇ ਫਿਰ ਵੱਡੇ ਹੋ ਗਏ, ਮੈਂ ਨਾਲ ਮੈਨੂੰ ਉਦੋਂ ਇਹ ਮੌਕਾ ਮਿਲਿਆ ਕਿ
ਮੈਨੂੰ ਕਾਫੀ ਸਾਰੀਆਂ ਚੀਜ਼ਾਂ ਸਟੱਡੀ ਕਰਨ ਦਾ ਮੌਕਾ ਮਿਲਿਆ ਉਸ ਟਾਈਮ, ਕਿਉਂਕਿ ਮੇਰੀ ਨੇਚਰ ਜਿਹੜੀ ਹੈਗੀ ਆ, ਮੈਂ ਵਿਹਲੀ ਨਹੀਂ ਬਹਿ ਸਕਦੀ। ਇਹ ਨਹੀਂ ਹੈਗਾ ਵੀ ਠੀਕ ਆ ਜੀ ਹੁਣ ਬੈਠੇ ਆ ਜੀ ਆਰਾਮ, ਮੈਨੂੰ ਹੈ ਹੀ ਨਹੀਂਗਾ, ਮੈਨੂੰ ਇਹ ਜ਼ਿੰਦਗੀ ਆ। ਠੀਕ ਆ, ਜਿੰਨਾ ਤੁਹਾਨੂੰ ਸੌਣਾ ਚਾਹੀਦਾ, ਲੋੜ ਹੈਗੀ ਸਰੀਰ ਉਹਨਾਂ ਕੁ ਸੌਂ ਕੇ ਫੇਰ ਨਹੀਂ ਤੁਹਾਨੂੰ ਬਹਿਣਾ ਚਾਹੀਦਾ। ਤੁਸੀਂ ਜ਼ਿੰਦਗੀ 'ਚ ਆਏ ਹੋ, ਇਸ ਧਰਤੀ ਤੇ ਆਏ ਹੋ, ਪਤਾ ਨਹੀਂ ਕਿੰਨੇ ਕੁ ਤੁਸੀਂ ਉਹਦੇ ਵਿੱਚ ਜੂਨਾਂ ਚੋਂ ਨਿਕਲ ਕੇ ਤੁਹਾਨੂੰ ਇੱਕ ਇਨਸਾਨ ਦਾ ਸਰੀਰ ਮਿਲਿਆ। ਜੋ ਤੁਹਾਡੇ ਅੰਦਰ ਦੀਆਂ ਖੁਆਇਸ਼ਾਂ ਹੈਗੀਆਂ ਨੇ, ਇੱਕ ਰੱਬ ਨੇ ਅੰਦਰ ਪਾ ਕੇ ਭੇਜੀਆਂ, ਤੁਸੀਂ ਪੂਰੀਆਂ ਕਰੋ ਉਹ, ਹਨਾ। ਤੇ ਫਿਰ ਮੈਂ ਉਦੋਂ ਪੂਰੀ ਸਟੱਡੀ ਕਰਦੀ ਹੁੰਦੀ ਸੀਗੀ, ਜਿਹੜੀ ਮੇਰੀ ਰਹਿ ਗਈ ਸੀ ਅਧੂਰੀ। ਤੇ ਉਸ ਦੌਰਾਨ ਫਿਰ ਮੈਂ ਕਾਫੀ ਸਾਰੀਆਂ ਚੀਜ਼ਾਂ ਸਟੱਡੀ ਕੀਤੀਆਂ, ਜਿਵੇਂ ਕਿ ਮੈਂ ਜ਼ਿਆਦਾ ਕੁਦਰਤ ਨੂੰ ਪਿਆਰ ਕਰਦੀ, ਮੈਂ ਐਵੇਂ ਤੁਹਾਨੂੰ ਢੀਂਗਾ ਜਿਹਾ ਮਾਰਾ ਮੈਂ ਆਹ ਚੀਜ਼ ਪੜ੍ਹੀ ਜੀ ਉਹ ਪੜ੍ਹੀ, ਮੈਂ ਕੁਦਰਤ ਨੂੰ ਪਿਆਰ ਕਰਦੀ ਹਾਂ, ਇਹ ਚੰਨ ਤਾਰਿਆਂ ਨੂੰ ਹੀ ਮੈਂ ਪਿਆਰ ਕਰਦੀ ਹਾਂ। ਇਹੀ ਚੀਜ਼ਾਂ ਮੈਂ ਸਟੱਡੀ ਕਰਦੀ ਰਹੀ ਹਾਂ, ਕੁਦਰਤ ਨੂੰ ਸਟੱਡੀ ਕਰਦੀ ਰਹੀ ਹਾਂ। ਜਿਵੇਂ ਕਿ ਚਾਰੋਂ ਵੇਦ ਸੀਗੇ, ਉਹਨਾਂ ਦੇ ਵਿੱਚੋਂ ਮੈਨੂੰ ਲੱਭਿਆ ਭਾਗਵਤ ਗੀਤਾ, ਮੈਂ ਪੜ੍ਹਦੀ ਰਹਿੰਦੀ ਹਾਂ, ਅੱਜ ਵੀ ਹੁਣ ਵੀ ਪੜ੍ਹਦੀ ਹਾਂ, ਤੇ ਉਹ ਮੇਰੇ ਸਿਰਹਾਣੇ ਪਈ ਹੁੰਦੀ ਆ। ਜਦੋਂ ਵੀ ਮੈਂ ਕਿਸੇ ਮੁਸ਼ਕਿਲ ਦੇ ਵਿੱਚ ਆਉਂਦੀ ਹਾਂ ਤਾਂ ਮੈਂ ਉਹਦੇ ਵਿੱਚੋਂ ਆਪਣਾ ਹੱਲ ਲੱਭਦੀ ਹਾਂ। ਤੇ ਕੁਰਾਨ ਸ਼ਰੀਫ ਆ, ਗੁਰੂ ਗ੍ਰੰਥ ਸਾਹਿਬ ਆ, ਤੇ ਇਹਨਾਂ ਦੇ ਵਿੱਚੋਂ ਹੀ ਇਹਨਾਂ ਚੀਜ਼ਾਂ ਨੂੰ ਮੈਂ ਸਟੱਡੀ ਕਰਦੀ ਰਹੀ, ਕੁਦਰਤ ਨੂੰ ਲੱਭਦੀ ਰਹੀ ਵੀ ਕੀ ਜਿਹੜਾ ਮੇਰਾ ਮੁਹੱਬਤ ਆ, ਮੇਰੀ ਕਿਉਂ ਬਾਰ-ਬਾਰ ਜਿਹੜਾ ਮੇਰਾ ਧਿਆਨ ਹੈਗਾ ਇੱਧਰ ਜਾਂਦਾ ਹੈ, ਇਹ ਕੀ ਮੇਰੇ ਅੰਦਰ ਕਿਉਂ ਚੀਜ਼ ਉੱਠਦੀ ਹੈ। ਮੈਂ ਉਹਦੇ ਸਵਾਲ ਜਿਹੜੇ ਸੀ ਮੇਰੇ ਅੰਦਰ ਪੈਦਾ ਹੁੰਦੇ, ਉਹਦੇ ਆਨਸਰ ਲੱਭਦੀ ਸੀਗੀ ਮੈਂ, ਕਿਉਂਕਿ ਮੈਂ ਹਮੇਸ਼ਾ ਪੁੱਛਦੀ ਹੁੰਦੀ ਸੀਗੀ ਕਈ ਜਿਹੜੇ ਵਿਦਵਾਨ ਲੋਕ ਹੁੰਦੇ ਸੀਗੇ ਵੀ ਆਹ ਮੇਰਾ ਦਿਲ ਕਰਦਾ, ਮੇਰੇ ਅੰਦਰ ਇੱਦਾਂ ਦੀਆਂ ਚੀਜ਼ਾਂ ਉੱਠਦੀਆਂ ਨੇ, ਮੇਰੇ ਦਿਮਾਗ 'ਚ ਇੱਦਾਂ ਦੇ ਖਿਆਲ ਆਉਂਦੇ ਨੇ, ਮੇਰੀ ਰੂਹ ਇੱਦਾਂ ਕਰਦੀ ਆ, ਤੇ ਵੀ ਇਹ ਰਸਤਾ ਸਹੀ ਆ ਕੀ ਇਹ। ਪਰ ਕਈ ਲੋਕੀ ਜਵਾਬ ਦੇ ਨਹੀਂ ਸਕੇ ਉਹਨਾਂ ਗੱਲਾਂ ਦਾ। ਫਿਰ ਮੈਨੂੰ ਉਹ ਟਾਈਮ ਜਿਹੜਾ ਸੀਗਾ, ਫਿਰ ਮੈਂ ਉਹ ਸਟੱਡੀ ਕੀਤੀ, ਉਹਨਾਂ ਨੂੰ ਪੜ੍ਹਿਆ, ਉਹਨਾਂ ਦੇ ਵਿੱਚੋਂ ਮੈਨੂੰ ਫਿਰ ਬਹੁਤ ਸਾਰੀਆਂ ਗੱਲਾਂ ਦੇ ਜਵਾਬ ਮਿਲੇ। ਤੇ ਮੈਂ ਇਹ ਕਹਾਂਗੀ ਕਿ ਉਹ ਮੇਰਾ ਟਾਈਮ ਐਵੇਂ ਨਹੀਂ ਗਿਆ, ਮੈਂ ਬੱਚਿਆਂ ਨੂੰ ਵੀ ਪਾਲਦੀ ਰਹੀ ਹਾਂ, ਫਿਰ ਮੈਂ ਨਾਲ ਬੱਚਿਆਂ ਨੂੰ ਵੀ ਉਹ ਚੀਜ਼ਾਂ ਜਦੋਂ ਛੋਟੇ ਹੁੰਦੇ ਸੀ ਦੱਸਦੀ ਰਹੀ ਹਾਂ, ਜੋ ਮੈਂ ਸਟੱਡੀ ਕਰਦੀ ਸੀ ਨਾਲ ਬੱਚਿਆਂ ਨੂੰ ਉਹ ਕਹਾਣੀ ਬਣਾ ਕੇ ਜਾਂ ਉਹ ਸਾਰੀ ਚੀਜ਼ ਬੱਚਿਆਂ ਨੂੰ ਸਮਝਾਉਂਦੀ ਸੀ। ਪਰ ਉਦੋਂ ਉਹਨਾਂ ਨੂੰ ਸਮਝ ਨਹੀਂ ਸੀ ਆਉਂਦੀ, ਹੈ ਨਾ। ਫਿਰ ਮੈਂ ਇੱਕ ਬੱਚਾ ਬਣ ਕੇ, ਇੱਕ ਬੱਚਾ ਜਿਵੇਂ ਹੁੰਦਾ ਨਾ ਵੀ ਬੱਚਾ ਬੱਚੇ ਨਾਲ ਗੱਲ ਕਰ ਸਕਦਾ, ਉਹਨਾਂ ਦੀ ਉਮਰ ਦੇ ਵਿੱਚ ਆ ਕੇ ਮੈਂ ਫਿਰ ਉਹਨਾਂ ਨੂੰ ਸਮਝਾਉਂਦੀ ਹੁੰਦੀ ਸੀ ਇੱਕ ਉਹ ਕਹਾਣੀ ਦੇ ਰੂਪ ਦੇ ਵਿੱਚ ਵੀ ਐਵੇਂ ਏਦਾਂ ਹੁੰਦਾ। ਤੇ ਪਰ ਉਹ ਅੱਜ ਉਹਨਾਂ ਦੀ ਚੀਜ਼ ਕੰਮ ਆ ਰਹੀ ਬੱਚਿਆਂ ਦੇ। ਅੱਜ ਜਦੋਂ ਵੀ ਉਹ ਕਿਤੇ ਵੀ ਏਦਾਂ ਹੋ ਜਾਂਦੇ ਨੇ, ਕਿਤੇ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਕੋਈ ਖੜੋਤ ਆਉਂਦੀ ਆ ਜਾਂ ਜ਼ਿੰਦਗੀ ਦੇ ਵਿੱਚ ਕੋਈ ਊਚ ਨੀਚ, ਕੋਈ ਮੁਸੀਬਤ, ਕੁਛ ਵੀ ਕਿਸੇ ਵੀ ਤਰ੍ਹਾਂ ਦਾ ਕੁਛ ਵੀ ਆਉਂਦਾ, ਡਿਪਰੈਸ਼ਨ ਜਾਂ ਕੁਛ ਵੀ ਆਉਂਦਾ ਹੈ, ਤਾਂ ਫਿਰ ਉਹ ਚੀਜ਼ ਨੂੰ ਯਾਦ ਕਰਦੇ ਨੇ, ਮੰਮਾ ਤੁਸੀਂ ਉਦੋਂ ਮੈਨੂੰ ਭਾਗਵਤ ਗੀਤਾ 'ਚੋਂ ਮੈਨੂੰ ਆਹ ਸੁਣਾਇਆ ਸੀਗਾ, ਤੇ ਵੀ ਮੇਰੇ ਨਾਲ ਏਦਾਂ ਹੋ ਰਿਹਾ ਵੀ ਆਹ ਚੀਜ਼ ਇਹਨੇ ਮੈਨੂੰ ਕਹਿੰਦੇ ਮੈਨੂੰ ਫਿਰ ਖੜਾ ਕਰ ਦਿੱਤਾ ਇਸ ਚੀਜ਼ ਨੇ। ਤੇ ਤੁਸੀਂ ਮੈਨੂੰ ਕੁਰਾਨ ਸ਼ਰੀਫ ਦੀ ਇੱਕ ਵਾਰੀ ਮੈਨੂੰ ਆਹ ਆਇਤ ਸੁਣਾਈ ਸੀਗੀ ਮੰਮਾ, ਉਹਦਾ ਮੀਨਿੰਗ ਆਹ ਸੀਗਾ, ਮੇਰੀ ਜ਼ਿੰਦਗੀ ਵਿੱਚ ਆਹ ਹੋ ਰਿਹਾ ਸੀ, ਮੈਨੂੰ ਇਸ ਚੀਜ਼ ਨੇ ਬਚਾਇਆ। ਤੇ ਫਿਰ ਬਾਣੀ ਦੇ ਵਿੱਚੋਂ ਉਹਨਾਂ ਨੂੰ ਬਾਣੀ ਬੱਚਿਆਂ ਦਾ ਬਾਣੀ ਨਾਲ ਬਹੁਤ ਜ਼ਿਆਦਾ ਲਗਾਵ ਆ। ਤੇ ਉਹਦੇ ਵਿੱਚ ਬੇਟਾ ਮੇਰਾ ਇੱਕ ਵਾਰੀ +2 'ਚ ਸੀਗਾ, ਤੇ ਇਹਨੇ ਉਹ ਸਬਜੈਕਟ ਰੱਖ ਲਿੱਤੇ ਜਿਹੜੇ ਮਿਊਜ਼ਿਕ ਤੋਂ ਪਰੇ ਦੇ ਸੀਗੇ, ਨੋਨ ਮੈਡੀਕਲ ਰੱਖ ਲਿਆ ਨੇ। ਮੈਂ ਕਿਹਾ ਬੇਟੇ ਤੂੰ ਪੜ੍ਹੇਗਾ ਤੇ ਤੂੰ ਤਾਂ 24 ਘੰਟੇ ਗਿਟਾਰ ਵਜਾਉਂਦਾ, ਤੈਨੂੰ ਤਾਂ ਟਾਈਮ ਨਹੀਂ ਮਿਲਣਾ, ਤੇਰੀ ਤਾਂ ਰੂਹ ਗਿਟਾਰ ਦੇ ਵਿੱਚ ਆ, ਤਬਲਾ ਵਜਾਉਣਾ ਕਦੇ, ਤੇ ਤਾਂ ਸੰਗੀਤ ਦੇ ਵਿੱਚ ਰੂਹ ਆ, ਤੈਨੂੰ ਤਾਂ ਟਾਈਮ ਨਹੀਂ ਮਿਲਣਾ। ਕਹਿੰਦਾ ਨਹੀਂ ਮੈਂ ਕਰ ਲੂੰਗਾ। ਪਰ ਜਦੋਂ ਇਹ ਕਰਦਾ ਰਿਹਾ ਤਾਂ ਫਿਰ ਇਹਨੇ ਮਹਿਸੂਸ ਕੀਤਾ ਵੀ ਮੇਰੀ ਕਿਤੇ ਰੂਹ ਮਰਨ ਲੱਗ ਗਈ। ਫਿਰ ਇਹਦੀ ਜਿਹੜੀ ਟੀਚਰ ਸੀਗੀ ਉਹਨੇ ਵੀ ਕਿਹਾ, ਉਹ ਇਹਨੂੰ ਦੇਖਦੀ ਹੁੰਦੀ ਸੀਗੀ, ਕਹਿੰਦੀ ਬੇਟੇ ਤੂੰ ਕਰ ਤਾਂ ਲਏਂਗਾ ਇਹ, ਪਰ ਜਿਹੜੀ ਤੇਰੀ ਅਸਲ ਦੇ ਵਿੱਚ ਰੂਹ ਆ, ਇਹਦੇ ਰਾਜੇਸ਼ ਮੈਡਮ ਸੀ, ਮਿਊਜ਼ਿਕ ਟੀਚਰ ਸੀ ਇਹਦੇ ਸਕੂਲ ਦੇ ਵਿੱਚ, ਉਹ ਕਹਿੰਦੇ ਪਰ ਤੇਰੀ ਰੂਹ ਇੱਥੇ ਆ ਬੇਟੇ, ਤੂੰ ਇਸ ਲਾਈਨ 'ਚ ਜਾ, ਤੂੰ ਕਿਉਂ ਏਦਾਂ ਕਰਦਾ ਪਿਆ। ਤੇ ਫਿਰ ਇਹ ਮੈਨੂੰ ਕਹਿੰਦਾ ਪਈ ਮੈਂ ਕੀ ਕਰਾਂ, ਮੈਂ ਆ ਵੀ ਕਰਨਾ ਚਾਹੁੰਦਾ, ਮੈਂ ਆ ਵੀ ਕਰਨਾ ਚਾਹੁੰਦਾ। ਮੈਂ ਕਿਹਾ ਤੂੰ ਏਦਾਂ ਕਰ, ਤੂੰ ਪਾਠ ਕਰ ਸੁਖਮਨੀ ਸਾਹਿਬ ਦਾ, ਉਹਦੇ ਵਿੱਚੋਂ ਤੈਨੂੰ ਸਾਰੇ ਤੇਰੇ ਆਨਸਰ ਲੱਭ ਜਾਣਗੇ। ਫਿਰ ਇਹਨੇ ਸੁਖਮਨੀ ਸਾਹਿਬ ਦਾ ਪਾਠ ਕੀਤਾ ਬੈਠ ਕੇ, ਤੇ ਫਿਰ ਕਹਿੰਦਾ ਮੰਮਾ ਹਾਂ ਹੁਣ ਮੈਂ ਫੈਸਲਾ ਲੈਣ ਜੋਗਾ ਹੋ ਗਿਆ। ਫਿਰ ਇਹਨੇ ਆਪਣੀ ਮਿਊਜ਼ਿਕ ਵਾਲੀ ਲਾਈਨ ਨੂੰ ਅਪਣਾਇਆ, ਤੇ ਫਿਰ ਇਹਨੇ ਪੂਰਾ ਕਰਕੇ ਫਿਰ ਉੱਥੇ ਕੈਨੇਡਾ ਜਾ ਕੇ ਇਹਨੇ ਇੰਜੀਨੀਅਰਿੰਗ ਕੀਤੀ ਬਕਾਇਦਾ ਇਹਦੀ। ਲੋ ਜੀ ਫ੍ਰੀਜ਼ ਹੋ ਰਹੇ ਨੇ, ਤੇ ਮੈਂ ਕੋਸ਼ਿਸ਼ ਕਰ ਰਹੀ ਹਾਂ ਕਿ ਫ੍ਰੀਜ਼ ਨਾ ਹੋਣ, ਪਰ ਸਿਗਨਲ ਵੀਕ ਹੈ ਇੰਡੀਆ ਦਾ। ਔਰ ਇੰਨੀ ਇੰਟਰਸਟਿੰਗ ਗੱਲਾਂ ਹੋ ਰਹੀਆਂ ਨੇ, ਇੰਨਾ ਇੱਕ ਆਰਟਿਸਟ ਦੀ ਟਰੂ ਲਾਈਫ ਕੀ ਹੈ
ਉਹ ਦੇਖਣ ਨੂੰ ਮਿਲ ਰਿਹਾ, ਸੁਣਨ ਨੂੰ ਮਿਲ ਰਿਹਾ ਕਿ ਬੇਸਿਕਲੀ ਅੱਜ ਦਾ ਜਿਹੜਾ ਸ਼ੋਅ ਹੈਗਾ ਤੁਸੀਂ ਦੇਖ ਰਹੇ ਹੋਗੇ ਕਿ ਅਸੀਂ ਉਹ ਸਾਰੇ ਸਵਾਲ ਨਹੀਂ ਪੁੱਛੇ ਜਿਹੜੇ ਕਿ ਆਮ ਤੌਰ ਤੇ ਸਾਰੀ ਦੁਨੀਆ ਜਾਣਦੀ ਹੈ। ਅਸੀਂ ਇੱਕ ਆਰਟਿਸਟ ਦੇ ਅੰਦਰ ਇੱਕ ਜਿਹੜੀ ਘਰੇਲੂ ਜ਼ਿੰਦਗੀ ਹੈ ਉਹ ਚੋਂ ਕਿਵੇਂ ਨਿਕਲਿਆ, ਕਿਵੇਂ ਉਹਨੇ ਆਪਣੇ ਬੱਚੇ ਕੈਰੀਅਰ ਦੀ ਪੀਕ ਤੇ ਜਾ ਕੇ ਬੱਚੇ ਘਰੇ ਸਾਹਮਣੇ, ਔਰ ਉਸ ਕਿਵੇਂ ਨਿਕਲਿਆ। ਅਸੀਂ ਸਾਰੇ ਸੇਮ ਸਿਚੁਏਸ਼ਨ ਚੋਂ ਨਿਕਲਨੇ ਆ, ਲੇਕਿਨ ਜਦੋਂ ਕੋਈ ਇਹੋ ਜਿਹੀ ਫੇਮਸ ਹਸਤੀ ਉਹ ਦੱਸਦੀ ਕਿ ਉਹ ਆਪਣੀ ਲਾਈਫ ਚ ਕਿਵੇਂ ਨਿਕਲੇ ਤੇ ਇੱਕ ਇਨਸਪੀਰੇਸ਼ਨ ਹੈ। ਬਿਲਕੁਲ। ਔਰ ਇਨਸਪੀਰੇਸ਼ਨ ਤੋਂ ਸਿੱਖਣਾ ਚਾਹੀਦਾ ਔਰ ਇਨਸਾਨ ਰੋਜ਼ ਸਿੱਖਦਾ ਹੈ। ਜਿਵੇਂ ਇਹਨਾਂ ਨੇ ਗੀਤਾ ਤੋਂ ਕੁਝ ਸਿੱਖਿਆ, ਕੁਰਾਨ ਸ਼ਰੀਫ ਤੋਂ ਕੁਝ ਸਿੱਖਿਆ, ਬਾਣੀ ਤੋਂ ਕੁਝ ਸਿੱਖਿਆ। ਔਰ ਇਹਨਾਂ ਦੇ ਘਰ ਦੀ ਇੱਕ ਖਾਸੀਅਤ ਹੈ ਕਿ ਪੂਰਾ ਪਰਿਵਾਰ ਨਾ ਇਹ ਹਰ ਚੀਜ਼ ਨੂੰ ਮੰਨਦਾ ਹੈ। ਇਹ ਬੜੀ ਅੱਛੀ ਗੱਲ ਹੈ। ਜਿਵੇਂ ਅਸੀਂ ਕਹਿੰਦੇ ਨਾ ਰੱਬ ਇੱਕ ਹੈ ਤੇ ਹਰੇਕ ਫਰਿਸ਼ਤੇ ਦਾ ਮੈਸੇਂਜਰ ਜਿਹੜੇ ਆਉਂਦੇ ਸੀਗੇ ਵਾਹਿਗੁਰੂ ਜਿਹੜਾ ਭੇਜਦਾ, ਕਿਉਂਕਿ ਰੱਬ ਤੇ ਬਲੀਵ ਕਰਦੇ ਆਪਾਂ ਇੱਕੋ ਹੀ ਹੈ, ਲੇਕਿਨ ਅੱਗੋਂ ਮੈਸੇਂਜਰਸ ਨੇ ਔਰ ਜਿਹੜੇ ਰੂਪ ਲੈ ਕੇ ਆਏ ਨੇ, ਜਾਂ ਕ੍ਰਿਸ਼ਨਾ ਕਹਿ ਲਓ, ਜਾਂ ਗੁਰੂ ਨਾਨਕ ਕਹਿ ਲਓ, ਜਾਂ ਫਿਰ ਅੱਲਾਹ ਕਹਿ ਲਓ, ਮੁਹੰਮਦ ਕਹਿ ਲਓ। ਸੋ ਉਹ ਫਰਿਸ਼ਤੇ ਨੇ ਜਿਨ੍ਹਾਂ ਨੇ ਸਾਨੂੰ ਸਿਖਾਇਆ ਕਿ ਤੁਸੀਂ ਆਹ ਫਾਲੋ ਕਰਨਾ ਹੈ ਜਾਂ ਇੱਦਾਂ ਤੁਸੀਂ ਰੱਬ ਨੂੰ ਪ੍ਰਾਪਤ ਕਰ ਸਕਦੇ ਹੋ। ਸੋ ਇਹ ਅੱਛੀ ਗੱਲ ਹੈ ਕਿ ਇਹਨਾਂ ਨੇ ਹਮੇਸ਼ਾ ਆਪਣੇ ਬੱਚਿਆਂ ਨੂੰ, ਪੂਰੇ ਪਰਿਵਾਰ 'ਚ ਇਹ ਚੀਜ਼ ਹੈਗੀ ਹੈ ਕਿ ਇਹ ਈਸ਼ਵਰ ਅੱਲਾਹ ਤੇ ਰੱਬ ਨੂੰ ਸਾਰਿਆਂ ਨੂੰ ਮੰਨਦੇ, ਵਿਚ ਇਜ਼ ਵੈਰੀ ਗੁੱਡ। ਸੋ ਲੋ ਜੀ ਕੋਸ਼ਿਸ਼ ਕਰਦੇ ਮੰਨਣਾ ਵੀ ਚਾਹੀਦਾ ਹੈ ਜੀ। ਜਿਵੇਂ ਸੰਗੀਤ ਹੈ ਨਾ, ਹਾਂ ਸਰਗਮ ਹੈ ਨਾ, ਸਾਰੇ ਗਾਮਾ ਪਾਦਾ ਨਹੀਂ ਸਾ, ਸਹੀ ਗੱਲ ਹੈ। ਕੋਈ ਡੋ ਰੇ ਮੀ ਫਾ ਸੋ ਲਾ ਟੀ ਡੋ ਕਹਿੰਦਾ, ਰਾਈਟ, ਕੋਈ ਕੁਝ ਹੋਰ ਕਹਿੰਦਾ, ਲੇਕਿਨ ਅਸਲ 'ਚ ਤੇ ਸੰਗੀਤ ਹੈ। ਇੰਜ ਰੱਬ ਜਿਹੜਾ ਹੈ, ਰੱਬ ਇੱਕ ਹੈ। ਸਹੀ ਗੱਲ। ਡਿਫਰੈਂਟ ਨੇਮਸ ਨੇ, ਕੋਈ ਕਿਸ ਤਰੀਕੇ ਨਾਲ ਬੁਲਾ ਰਿਹਾ, ਕੋਈ ਕਿਸ ਤਰੀਕੇ ਨਾਲ। ਇੰਪੋਰਟੈਂਟ ਹੈ ਕਿ ਤੁਸੀਂ ਉਹਨੂੰ ਯਾਦ ਰੱਖ ਰਹੇ ਹੋ ਕਿ ਨਹੀਂ, ਰੱਬ ਨੂੰ ਯਾਦ ਰੱਖ ਰਹੇ, ਭਾਵੇਂ ਖੁਸ਼ੀ ਹੋਵੇ, ਲੋਕੀ ਇਹ ਨਾ ਸੋਚਣ ਕਿ ਅੱਜ ਦਾ ਸ਼ੋਅ ਜਿਹੜਾ ਬੜਾ ਗਿਆਨਵਾਨ ਹੈ ਜਾਂ ਕੋਈ ਬਾਬੇ ਬੈਠੇ ਨੇ ਕਿ ਉਹ ਉਪਦੇਸ਼ ਚੱਲ ਰਿਹਾ ਹੈ। ਇਹ ਵੀ ਪਾਰਟ ਆਫ ਰੀਅਲ ਲਾਈਫ ਹੈ ਜੀ। ਇਹ ਇੰਪੋਰਟੈਂਟ ਐਕਚੁਅਲੀ, ਕਿਉਂਕਿ ਆਪਾਂ ਆਰਟਿਸਟਾਂ ਤੋਂ ਇਹ ਚੀਜ਼ ਪੁੱਛਣਾ ਰਹਿ ਜਾਂਦੀ ਹੈ, ਇਹ ਤ੍ਰਿਸ਼ਨਾ ਰਹਿ ਜਾਂਦੀ ਹੈ ਕਿ ਰੀਅਲ ਲਾਈਫ 'ਚ ਕੀ ਕਰਦੇ ਨੇ ਜਾਂ ਕੀ ਅਸੀਂ ਸਿਰਫ ਹੋਇਆ ਹੁੰਦਾ ਕੁਝ ਗਲੈਮਰ ਲਾਈਫ ਦੇਖਦੇ ਆ ਕਿ ਉਹ ਜੀ ਆਹ ਗਲੈਮਰ ਲਾਈਫ ਹੈ, ਆਹ ਮੂਵੀਆਂ ਨੇ, ਆਹ ਸਟਾਈਲ ਹੈ, ਆਹ ਖਾਣ ਪੀਣ ਹੈ, ਆਹ ਉਹਦੇ ਗੱਡੀਆਂ ਨੇ। ਪਿੱਛੇ ਉਹਦੇ ਕੀ ਉਹ ਕੁਰਬਾਨੀਆਂ ਨੇ ਇਨਸਾਨ ਦੀਆਂ ਇੱਕ ਆਰਟਿਸਟ ਬਣਨ ਪਿੱਛੇ। ਔਰ ਮੈਂ ਜ਼ਰੂਰ ਕਹਾਂਗੀ ਕਿ ਅਗਰ ਤੁਹਾਡੇ ਜਿਹੜੇ ਕੋਲ ਮੀਨ ਟਾਈਮ ਹੁਣ ਸਾਡੇ ਕੋਲ ਅੱਛਾ ਮੌਕਾ ਹੈ, ਜੇ ਤੁਹਾਡੇ ਕੋਲੇ ਕੋਈ ਆਰਟ ਹੈਗਾ, ਸਾਡੇ ਟੀਵੀ ਤੁਹਾਨੂੰ ਵੈਲਕਮ ਕਰੇਗਾ ਵੱਡਾ ਦਿਲ ਨਾਲ। ਤੇ ਸਿੰਗਰ ਹੋ, ਰਾਈਟਰ ਹੋ, ਜੋ ਕੁਝ ਕਰਦੇ ਹੋ, ਤੁਹਾਨੂੰ ਚਲਾਉਂਦਾ ਮਿਊਜ਼ੀਸ਼ੀਅਨ ਹੋ, ਤਬਲਾ ਪਲੇਅਰ ਹੋ, गिटार प्लेयर हो, वायलिन प्लेयर हो, जो अच्छे कुक हो। हाँ, अच्छे कुक हो। आजकल कुकिंग भी है। चलो जी विच कॉल लेने। हेलो, वेलकम बैक जी। ਕੋਈ ਨਹੀਂ, ਅਸੀਂ ਤੁਹਾਡੀ ਕਮੀ ਪੂਰੀ ਕਰਦੇ ਰਹੇ ਆ, ਆਪਾਂ ਬ੍ਰੇਕਾਂ ਲਾ ਲਾ ਕੇ ਚੱਲੀ ਜਾਣਾ। ਹਾਂ ਬਸ ਇਹ ਬੜੀ ਵੱਡੀ ਗੱਲ ਕੀਤੀ ਤੁਸੀਂ, ਬ੍ਰੇਕਾਂ ਲਾ ਕੇ ਹੀ ਚੱਲਣਾ ਚਾਹੀਦਾ, ਚੱਲ ਰੁਕਣਾ ਨਹੀਂ ਹੈਗਾ, ਰੁਕਣਾ ਨਹੀਂ ਹੈਗਾ, ਚੱਲਣਾ ਚਾਹੀਦਾ। ਹਾਂਜੀ ਹਾਂਜੀ। ਤੇ ਹੁਣ ਦੱਸੋ ਕਿ ਹੁਣ ਕੋਵਿਡ ਚ ਤੁਸੀਂ ਇੰਨੇ ਮਹੀਨਿਆਂ ਤੋਂ ਘਰ ਹੋ, ਜੀ ਸੋ ਇਹ ਕੋਵਿਡ ਦਾ ਸਮੇਂ ਘਰੇ ਕਿਵੇਂ ਤੁਸੀਂ ਸਾਰਿਆਂ ਨੇ ਸਪੈਂਡ ਕੀਤਾ? ਬਹੁਤ ਵਧੀਆ, ਘਰ 'ਚ ਰਹਿ ਕੇ, ਕਿਉਂਕਿ ਇੰਨਾ ਜ਼ਿਆਦਾ ਟਾਈਮ ਲਗਾਤਾਰ ਘਰ 'ਚ ਰਹਿਣ ਦਾ ਮੌਕਾ ਨਹੀਂ ਮਿਲਦਾ, ਖਾਸ ਕਰਕੇ ਆਰਟਿਸਟਾਂ ਨੂੰ, ਹਨਾ। ਤੇ ਹੁਣ ਮੈਨੂੰ ਮੈਂ ਕਿਹਾ 10 ਸਾਲਾਂ ਤੋਂ ਮੈਨੂੰ ਬਿਲਕੁਲ ਵੀ ਟਾਈਮ ਨਹੀਂ ਸੀ ਮਿਲ ਰਿਹਾ ਘਰੇ ਰਹਿਣ ਦਾ। ਪਹਿਲਾਂ ਤਾਂ ਮੈਂ ਘਰੇ ਹੀ ਰਹਿੰਦੀ ਸੀ ਬੱਚਿਆਂ ਕਰਕੇ, ਤੇ ਪਰ ਹੁਣ 3 ਮਹੀਨੇ 4 ਮਹੀਨੇ ਲਗਾਤਾਰ ਘਰ ਰਹੀ ਹਾਂ। ਮੇਰੀ ਸ਼ੂਟਿੰਗ ਚੱਲ ਰਹੀ ਸੀ ਮੁਕਤਸਰ ਦੇ ਕੋਲ, ਬਠਿੰਡੇ ਤੋਂ ਅੱਗੇ, ਫਿਲਮ ਦੀ ਸ਼ਰੀਕ 2 ਦੀ, ਤੇ ਉਹ ਬਸ 2 ਦਿਨ ਦਾ ਕੰਮ ਬਾਕੀ ਰਹਿ ਗਿਆ ਸੀਗਾ। 1 ਮਹੀਨੇ ਤੋਂ ਸ਼ੂਟ ਚੱਲ ਰਿਹਾ ਸੀਗਾ। ਉਦੋਂ ਫਿਰ ਮੋਦੀ ਸਾਹਿਬ ਦੇ ਆਰਡਰ ਆ ਗਏ ਵੀ ਲਾਕਡਾਊਨ ਹੋਣਾ, ਵੀ ਆਪਣੇ ਆਪਣੇ ਘਰਾਂ ਨੂੰ, ਜਿੱਥੇ ਵੀ ਕੋਈ ਹੈਗਾ ਆਪਣੇ ਆਪਣੇ ਘਰਾਂ 'ਚ ਚੱਲ ਜਾਓ। ਫਿਰ ਅਸੀਂ 3 ਦਿਨ ਦਾ ਕੰਮ ਰਹਿ ਗਿਆ, ਜੋ ਛੱਡ ਕੇ ਸਾਰੇ ਆਪਣੇ ਘਰੇ ਆ ਗਏ ਸੀ। ਮੈਂ 20 ਤਰੀਕ ਨੂੰ 20 ਮਾਰਚ ਨੂੰ ਘਰੇ ਆ ਗਈ ਸੀ। 20 ਮਾਰਚ ਦੇ ਅਸੀਂ ਘਰੇ ਹੀ ਆ। ਹੁਣ ਤੁਸੀਂ ਦੇਖ ਲਓ ਕਿੰਨੇ ਮਹੀਨੇ ਹੋ ਗਏ ਬੈਠਿਆਂ ਨੂੰ। ਘਰੇ ਬਹਿ ਕੇ ਮੈਂ ਬਾਗਬਾਨੀ ਕੀਤੀ, ਘਰ ਨੂੰ ਸੰਵਾਰਿਆ ਖੁਦ, ਫਿਰ ਸੈਟਿੰਗ ਕੀਤੀ ਘਰ ਦੀ, ਬਿਲਕੁਲ ਟੋਟਲ ਸੈਟਿੰਗ ਚੇਂਜ ਕਰ ਦਿੱਤੀ। ਮੈਨੂੰ ਨਵਾਂਪਣ ਚਾਹੀਦਾ ਹੁੰਦਾ, ਹਮੇਸ਼ਾ ਮੈਂ ਬੋਰ ਹੋ ਜਾਂਦੀ ਹਾਂ ਨਾ। ਮੈਨੂੰ ਹੁੰਦਾ ਵੀ 1 ਸਾਲ ਹੋ ਗਿਆ ਚੀਜ਼ ਏਦਾਂ, ਇਹਨੂੰ ਚੇਂਜ ਕਰੋ, ਇਹਨੂੰ ਹੁਣ ਸਟਾਈਲ ਚੇਂਜ ਕਰੋ ਇਹਦਾ, ਤੇ ਉਹ ਕਰਦੀ ਰਹੀ ਹਾਂ। ਨਜ਼ਰ ਆ ਰਹੀਆਂ ਨੇ? ਹਾਂਜੀ, ਮੈਂ ਕਿਹਾ ਕੁਲਦੀਪ ਨੂੰ ਦੱਸ ਰਹੀ ਹਾਂ, ਕੁਝ ਸਿਮਿਲੈਰਿਟੀਜ਼ ਨਜ਼ਰ ਆ ਰਹੀਆਂ ਨੇ ਕਿ ਮੈਂ ਵੀ ਇਦਾਂ ਕਰਦੀ ਹਾਂ। ਬਹੁਤ ਸਾਰੀ ਨਜ਼ਰ ਆਉਣਗੀਆਂ, ਕਿਉਂਕਿ ਅਗਰ ਸੋਫਾ ਇੱਧਰ ਪਿਆ ਸੀ ਉਹਨੂੰ ਹੋਰ ਪਾਸੇ ਰੱਖ ਦੇਣਾ, ਉਹ ਚੀਜ਼ ਉਹ ਦੂਜੇ ਪਾਸੇ ਰੱਖ ਦੇਣੀ ਆ। ਜਿੰਨੀਆਂ ਵੀ ਘਰ ਦੇ ਵਿੱਚ ਸਜਾਵਟ ਵਾਲੀਆਂ ਚੀਜ਼ਾਂ ਨੇ ਉਹਨਾਂ ਦੀ ਥਾਂ ਚੇਂਜ ਕਰ ਦੇਣੀ ਆ, ਤੇ ਐਂਗਲ ਸਾਰੇ ਚੇਂਜ ਕਰਕੇ ਕਿ ਦੇਖਣਾ ਇੱਥੋਂ ਕਿਵੇਂ ਲੱਗਦਾ, ਉਵੇਂ ਸੈਟਿੰਗ ਕਰ ਦੇਣੀ ਆ।
ਤੇ ਬਾਕੀ ਫਿਰ ਬਾਗਬਾਨੀ ਕੁਝ ਨਵੇਂ ਪਲਾਂਟਸ ਲਿਆ ਕੇ ਲਗਾਏ, ਕੁਝ ਨਵੇਂ ਫੁੱਲਾਂ ਦੇ ਜਿਹੜੇ ਹੁੰਦੇ ਨੇ ਪੌਦੇ ਉਹ ਲਿਆ ਕੇ ਲਗਾਏ। ਫਿਰ ਮੈਂ ਇੱਕ ਹੋਰ ਗੱਲ ਕੀਤੀ, ਹਾਂਜੀ। ਆਪਣੇ ਕੋਲ ਗਾਵਾਂ ਰੱਖੀਆਂ ਹੋਈਆਂ ਨੇ, ਘਰ ਦਾ ਦੁੱਧ ਹੁੰਦਾ, ਘਰ ਦਾ ਫਰੂਟ ਹੁੰਦਾ, ਘਰ ਦੀਆਂ ਸਬਜ਼ੀ ਹੁੰਦੀਆਂ ਨੇ, ਔਰ ਗਾਵਾਂ ਰੱਖੀਆਂ ਹੋਈਆਂ ਨੇ ਘਰੇ 4-5। ਸਾਡੀ ਗਾਂ ਸੂਈ ਸੀਗੀ ਜਦੋਂ ਮੈਨੂੰ 10 ਕੁ ਦਿਨ ਹੋ ਗਏ ਸੀਗੇ ਲਾਕਡਾਊਨ ਦੇ ਵਿੱਚ, ਤੇ ਸਾਡੀ ਗਾਂ ਸੂਈ। ਜਿਹੜਾ ਸਾਡਾ ਗਾਵਾਂ ਦੀ ਟੇਕ ਕੇਅਰ ਕਰਦਾ ਨਾ ਬਾਬਾ, ਹਾਂ। ਤੇ ਉਹ ਆਉਂਦਾ ਸੀਗਾ ਪਿੰਡ ਤੋਂ 2-3 ਕਿਲੋਮੀਟਰ ਸੀਗਾ। ਉਹ ਕਹਿੰਦਾ ਵੀ ਮੈਂ ਹੁਣ ਡੇਲੀ ਆ ਨਹੀਂ ਸਕਦਾ ਕਿਉਂਕਿ ਬਣਦਾ ਸਾਰਾ ਕੁਝ। ਉਹ ਫਿਰ ਘਰੇ ਸੀਗਾ। ਫਿਰ ਮੈਂ ਉਨੀ ਦੇਰ ਗਾਂ ਨੂੰ ਚਾਰਾ ਦੇਣਾ ਸਾਰਿਆਂ ਨੂੰ ਜਾ ਕੇ, ਔਰ ਫਿਰ ਗਾਵਾਂ ਦੀ ਧਾਰਾਂ ਕੱਢਣੀਆਂ, ਸਵੇਰੇ ਸ਼ਾਮ ਉਹਨੂੰ ਦੁੱਧ ਕੱਢਣਾ, ਉਹਦਾ ਦੁੱਧ ਚੋ ਤੇ ਕੇ ਤੁਹਾਨੂੰ ਲਿਆਉਣਾ। ਆ ਗਿਆ ਪੰਜਾਬੀ ਕਰਨਾ, ਕਿਉਂਕਿ ਤੁਸੀਂ ਸਾਰੀ ਜ਼ਿੰਦਗੀ ਕੰਮ ਹੀ ਕੀਤਾ, ਤੁਹਾਨੂੰ ਆ ਗਿਆ ਸੀ ਕਰਨਾ? ਮੈਨੂੰ ਆਉਂਦੀਆਂ ਧਾਰਾਂ ਕੱਢਣੀਆਂ। ਵਾਹ, ਕੀ ਬਾਤ ਹੈ। ਬੜਾ ਮੁਸ਼ਕਲ ਕੰਮ ਹੈ, ਮੈਨੂੰ ਮੈਂ ਤਾਂ ਡਰ ਕਹਿੰਦੀ ਹੀ ਬੜਾ ਲੱਗਦਾ। ਗਾਣ ਨਾਲੋਂ ਬਾਕੀ ਸਾਰੇ ਕੰਮ ਸਾਰੇ ਸੌਖੇ ਨੇ, ਮੈਨੂੰ ਗਾਣਾ ਜ਼ਿਆਦਾ ਔਖਾ ਲੱਗਦਾ। ਮੈਨੂੰ ਗਾਣਾ ਜ਼ਿਆਦਾ ਔਖਾ ਲੱਗਦਾ। ਤੇ ਫਿਰ ਉਹ ਵੈਸੇ ਹੈ ਹੀ। ਮੈਂ ਕਿਹਾ ਚਲੋ ਗਾਵਾਂ ਦੀ ਸੇਵਾ ਕਰਨ ਦਾ ਮੌਕਾ ਮਿਲ ਗਿਆ, ਕਿਆ ਬਾਤ ਹੈ। ਤੇ ਬਸ ਸਹੀ ਫਿਰ ਗੱਲ ਹੈ। ਰੋਜ਼ ਜਾ ਕੇ ਗਾਵਾਂ ਦੀ ਸੇਵਾ ਕਰਨੀ, ਉਹਨਾਂ ਨੂੰ ਚਾਰਾ ਦੇਣਾ, ਫਿਰ ਧਾਰਾਂ ਕੱਢਣੀਆਂ। ਫਿਰ ਛੋਟੀ ਜਿਹੀ ਬੱਚੀ ਸੀ ਜਿਹੜੀ ਸਾਡੀ, ਉਹਦੇ ਨਾਲ ਖੇਲਣਾ, ਫਿਰ ਕੁੱਦਣਾ ਪੂਰਾ। ਹਾਂ। ਤੇ ਪਲਾਂਟਸ ਵਗੈਰਾ ਨਵੇਂ ਨਵੇਂ ਲਗਾਏ ਨਾਲ। 3 ਮਹੀਨੇ ਫਿਰ ਮੈਂ ਕੁਕਿੰਗ ਕੀਤੀ। ਜਿਹੜਾ ਸਾਡਾ ਮੁੰਡਾ ਗਣੇਸ਼ ਸਾਡਾ ਕੁੱਕ ਹੈਗਾ, ਤੇ ਕਿਉਂਕਿ ਜਿੰਨੇ ਸਰਵੈਂਟ ਨੇ ਸਾਰੇ ਇੱਥੇ ਘਰ ਦੇ ਅੰਦਰ ਹੀ ਸਾਡੇ ਕੋਲ ਹੀ ਰਹਿੰਦੇ ਨੇ, ਕਿਉਂਕਿ 15-20 ਜਣੇ ਅਸੀਂ ਹੈਗੇ ਆ। 4 ਜਣੇ ਅਸੀਂ ਹੋ ਗਏ, ਮੀਆਂ ਬੀਵੀ 2 ਬੱਚੇ, ਤੇ ਬਾਕੀ ਸਾਡੇ ਸਰਵੈਂਟ ਜਿਹੜੇ ਹੈਗੇ ਨੇ ਅੰਦਰ ਹੀ ਸਾਡੇ ਕੋਲ ਹੀ। ਸਾਡੇ ਇੱਥੇ ਉਹਨਾਂ ਦੇ ਸਾਰੇ ਰੂਮ ਵਗੈਰਾ ਬਣਾਏ ਹੋਏ ਨੇ, ਉੱਥੇ ਰਹਿੰਦੇ ਨੇ। ਹਾਂਜੀ। ਤੇ ਬਸ ਮੈਂ ਕਦੇ, ਮੈਨੂੰ ਹੁੰਦਾ ਸੀ ਕੁਕਿੰਗ ਕਰਨੀ, ਮੈਂ ਉਹਦੇ ਨਾਲ ਜਾ ਕੇ ਹੈਲਪ ਕਰਾਉਣੀ, ਨਵੀਂ ਨਵੀਆਂ ਚੀਜ਼ਾਂ ਬਣਾਉਣੀਆਂ। ਕਾਫੀ ਸਾਰੀਆਂ ਚੀਜ਼ਾਂ ਮੈਂ ਸਿੱਖੀਆਂ। ਮੈਂ ਆਪਣੀ ਸਿਸਟਰ, ਮੇਰੀ ਛੋਟੀ ਸਿਸਟਰ ਪ੍ਰਵੀਨ, ਤੇ ਉਹ ਬਹੁਤ ਸੋਹਣਾ ਖਾਣਾ ਬਣਾਉਂਦੀ ਆ, ਕਿਉਂਕਿ ਉਹਦੇ ਹਸਬੈਂਡ ਨੇਵੀ 'ਚ ਸੀਗੇ। ਕਦੇ ਉਹਨਾਂ ਦੀ ਟਰਾਂਸਫਰ ਹੁੰਦੀ ਸੀ ਬੰਬੇ, ਕਦੇ ਆਂਧਰਾ ਪ੍ਰਦੇਸ਼, ਤੇ ਉਹਦੇ ਕੋਲੋਂ ਫਿਰ ਮੈਂ ਸਾਊਥ ਦੀਆਂ ਕੁਛ ਚੀਜ਼ਾਂ ਸਿੱਖੀਆਂ, ਹਨਾ। ਕੁਛ ਬੰਬੇ ਜਿਹੜੀ ਉਹ ਰਹਿੰਦੇ ਹੁੰਦੇ ਸੀ, ਉਹ ਚੀਜ਼ਾਂ ਸਿੱਖੀਆਂ। ਕੁਛ ਹੋਰ ਕਿੰਨੀਆਂ ਸਾਰੀਆਂ, ਫੋਨ ਕਰਕੇ ਵੀਡੀਓ ਕਾਲ ਕਰ ਲੈਣੀ, ਇਹਦੇ 'ਚ ਕਿਵੇਂ, ਇਹਨੂੰ ਕਿਵੇਂ ਕਿਵੇਂ ਕਰਨਾ। ਤੇ ਮੈਂ ਕੁਕਿੰਗ ਬਹੁਤ ਸੋਹਣੀ ਕੀਤੀ ਆ। ਮੈਂ ਭੁੱਖ ਬਹੁਤ ਲਵਾਤੀ ਤੁਸੀਂ ਨਜ਼ਾਰਾ ਕੁਕਿੰਗ ਦੀ ਗੱਲ ਕਰਕੇ। ਸਾਰੇ ਖੁਸ਼ ਹੁੰਦੇ, ਉਂਗਲਾਂ ਚੱਟਦੇ ਸਾਰੇ, ਕਹਿੰਦੇ ਕਿਆ ਬਾਤ ਹੈ, ਕਿੰਨਾ ਤੂੰ ਸਵਾਦਿਸ਼ਟ ਖਾਣਾ ਬਣਾਇਆ। ਤੇ ਬਹੁਤ ਕੰਮ ਕੀਤਾ, ਮੈਨੂੰ ਬੜਾ ਮਜ਼ਾ ਆਇਆ ਕੰਮ ਕਰਕੇ। ਹੁਣ ਤੇ ਸਾਨੂੰ ਆਣਾ ਹੀ ਪੈਣਾ, ਤੁਹਾਡਾ ਖਾਣਾ ਖਾਣ ਤੇ ਜ਼ਰੂਰ ਆਣਾ ਪੈਣਾ ਵੈਲਕਮ, ਤੁਹਾਡੇ ਕੋਲ। ਮੋਸਟ ਅੱਛਾ। ਵੈਲਕਮ। ਸਹੀ ਗੱਲ ਆ। ਤੁਹਾਨੂੰ ਘਰ ਦਾ ਸਾਗ ਬਣਾ ਕੇ ਆਪਣੇ ਹੱਥਾਂ ਨਾਲ ਖਵਾਉਂਗੀ, ਔਰ ਮੱਕੀ ਦੀ ਰੋਟੀ ਹੱਥ ਨਾਲ ਬਣਾ ਕੇ ਖਵਾਉਂਗੀ। ਕਈ ਲੋਕੀ ਤਾਂ ਉੱਥੇ ਬਣਾਉਂਦੇ ਨਾ ਤੇ ਚੱਕਲੇ ਤੇ ਰੱਖ ਕੇ, ਉਹ ਹਾਂ, ਮੈਂ ਓਦਾਂ ਹੱਥਾਂ ਹੀ ਨਾਲ ਬਣਾ ਕਰਦੀ ਕੇ ਹੈ। ਖਵਾਉਂਗੀ ਤੁਹਾਨੂੰ, ਵਿੱਚ ਮੇਥੀ ਵਾਹ। ਪਾ ਕੇ, ਮੱਖਣ ਪਾ ਕੇ। ਆਹਾ। ਮੱਖਣ ਵੀ ਘਰ ਦਾ, ਦੁੱਧ ਵੀ ਘਰ ਦਾ, ਫਰੂਟ ਵੀ ਘਰ ਦਾ। ਸਾਰਾ ਕੁਝ ਹੀ ਕਰਦਾ। ਕਰਦਾ, ਕੀ ਬਾਤ ਹੈ। ਸੋ ਬਹੁਤ ਤੇ ਮਜ਼ਾ ਆਇਆ ਮੈਨੂੰ, ਬਹੁਤ। ਮੈਂ ਕਹਿੰਦੀ ਆ ਇਹ 3-4 ਮਹੀਨੇ ਮੈਨੂੰ ਏਦਾਂ ਦੇ ਨਿਕਲੇ ਆ। ਫਿਰ ਕੁਛ ਮੈਂ ਪੌਟ ਬਣਾਏ, ਜਿਵੇਂ ਨਾ ਕਲੇ ਦੀਆਂ ਕੁਛ ਚੀਜ਼ਾਂ ਕਲੇ ਬਣਾਈਆਂ, ਜਿਵੇਂ ਪॉट्स। ਸਜਾਵਟ ਕਰਨ ਵਾਲੀਆਂ। ਓ ਕੁਛ ਮੈਂ ਵਾਓ। ਜਿਵੇਂ ਪੀਓਪੀ ਹੁੰਦੀ ਹੈ ਨਾ, ਜਿਹੜੀ ਪਲਾਸਟਰ ਆਫ ਪੈਰਿਸ ਹੁੰਦਾ ਨਾ, ਜਿਹੜੇ ਇੱਕ ਸੀਮੈਂਟ ਹੁੰਦਾ ਹਾਂ। ਪੀਓਪੀ ਦਾ, ਉਹਦੇ ਵਿੱਚ ਮੈਂ ਕੁਛ ਚੀਜ਼ਾਂ ਬਣਾਈਆਂ। ਕੁਛ ਸੀਮੈਂਟ ਲੈ ਕੇ ਉਹਦੇ ਵਿੱਚ ਕੁਛ ਬਣਾਈਆਂ, ਕੁਛ ਮਿੱਟੀ ਦੀਆਂ ਚੀਜ਼ਾਂ ਬਣਾਈਆਂ, ਪੌਟ ਬਣਾਏ। ਤੇ ਬਸ ਆਹ ਚੀਜ਼ਾਂ ਮੇਰਾ ਸ਼ੌਕ ਆ, ਪੇਂਟਿੰਗ ਕਰਨ ਦਾ, ਕੁਛ ਪੌਟ ਬਣਾਉਣ ਦਾ। ਆਹੀ ਸ਼ੌਕ ਆ ਬਸ ਮੇਰੇ। ਅਗਰ ਸਿੰਗਿੰਗ ਤੋਂ ਬਿਨਾਂ, ਡਾਂਸ ਤੋਂ ਬਿਨਾਂ ਮੇਰਾ ਕੋਈ ਸ਼ੌਕ ਹੈਗਾ, ਐਕਟਿੰਗ ਤੋਂ ਬਿਨਾਂ, ਬਸ ਆਹੀ ਆ ਕਿ ਮੈਂ ਕੁਦਰਤ ਦੇ ਵਿੱਚ ਰਚੀ ਰਹਿੰਦੀ ਆ। ਫੁੱਲ ਬੂਟਿਆਂ ਨੂੰ ਦੇਖੀ ਜਾਂਦੀ ਆ, ਚੰਨ ਤਾਰਿਆਂ ਨੂੰ ਦੇਖੀ ਜਾਂਦੀ ਆ। ਤੁਸੀਂ ਪਹਿਲਾਂ ਤੇ ਸੁਪਰ ਵੂਮਨ ਸੀ, ਜਦੋਂ ਸ਼ੋਅ ਸ਼ੁਰੂ ਹੋਇਆ ਤਾਂ ਹੁਣ ਪਰਫੈਕਟ ਵੂਮਨ ਕੋਲ ਜਾ ਰਹੇ ਹੋ ਨਾ। ਮਤਲਬ ਕਿ ਸੁਪਰ ਪਾਵਰ ਵੀ ਹੈ ਔਰ ਘਰੇਲੂ ਪਾਵਰ ਵੀ ਮੇਰੇ ਕੋਲ ਹੈਗੀ ਹੈ। ਤਾਂ ਹੀ ਮੈਂ ਕਿਹਾ ਸੀ ਨਾ ਕਿ ਮਲਟੀਟਾਸਕਰ, ਮੈਂ ਇਹ ਵਰਡ ਯੂਜ਼ ਕੀਤਾ ਸੀਗਾ ਕਿ ਲੱਖਾਂ ਕਰੋੜਾਂ ਦੇ ਵਿੱਚੋਂ ਕੋਈ ਇੱਕ ਪੈਦਾ ਹੁੰਦਾ ਹੈ ਜੋ ਮਲਟੀ ਚੀਜ਼ਾਂ ਦੇ ਵਿੱਚ ਮਾਹਿਰ ਹੋਵੇ। ਹਰ ਬੰਦਾ ਕੋਈ ਜਾਂ ਬਹੁਤ ਅੱਛਾ ਸਿੰਗਰ ਹੋਊਗਾ, ਜਾਂ ਬਸ ਫਿਰ ਉਹ ਸਿਰਫ ਸਿੰਗਰ ਹੀ ਅੱਛਾ ਹੋਊਗਾ, ਜਾਂ ਕੋਈ ਮੈਜੀਸ਼ੀਅਨ ਬਹੁਤ ਅੱਛਾ ਹੋਊਗਾ, ਜੇ ਇੱਕ ਚੀਜ਼ ਵਜਾਉਂਦਾ ਤੇ ਉਹ ਉਹਦੇ 'ਚ ਅੱਛਾ ਹੋਊਗਾ। ਤੇ ਇੱਕ ਬੰਦੇ 'ਚ ਇੰਨੇ ਸਾਰੇ ਗੁਣ ਹੋਣੇ ਨਾ, ਉਹ ਬਹੁਤ ਘੱਟ ਲੋਕ ਨੇ, ਤੇ ਉਹਨਾਂ 'ਚ ਇੱਕ ਤੁਸੀਂ ਹੋ। ਅਰੇ ਹੈ ਨਾ। ਤੇ ਥੈਂਕ ਯੂ ਸੋ ਮਚ। ਇਹ ਤਾਂ ਆਪਣੀ ਸਾਨੂੰ ਬੜੀ ਫੈਮਿਲੀ ਦਾ ਖੁਸ਼ੀ ਹੈ। ਮੈਨੂੰ ਸ਼ੌਂਕ ਆ। ਮੈਨੂੰ ਨਾ ਸ਼ੌਂਕ ਆ ਕੰਮ ਕਰਨ ਦਾ। ਮੈਂ ਤੁਹਾਨੂੰ ਦੱਸਿਆ ਨਾ, ਮੈਂ ਵਿਹਲੀ ਨਹੀਂ ਬਹਿ ਸਕਦੀ। ਜਦੋਂ ਆਪਾਂ ਘਰੇ ਹੋਈਦਾ ਹੈ, ਆਪਾਂ ਕੰਮ ਨਹੀਂ ਹੈਗਾ, ਘਰੇ ਹੋਈਦਾ, ਮੈਂ ਫਿਰ ਏਦਾਂ ਉੱਠ ਕੇ ਤੁਰਦੀ, ਆਹ ਕਰਾਂ, ਮੈਂ ਆਹ ਕਰ ਲਾਂ। ਈਵਨ ਨਾ ਕੋਈ ਚੇਅਰ ਵੀ ਟੇਢੀ ਮੇਢੀ ਪਈ ਹੋਵੇ, ਮੈਂ ਉਹਨੂੰ ਦੇਖ ਕੇ ਉਹਨੂੰ ਸਿੱਧੀ ਕਰੀ ਜਾਣਾ। ਕੋਈ ਚੀਜ਼ ਇੱਧਰ ਵਿੰਗੀ ਜਿਹੀ ਪਈ ਆ, ਉਹਨੂੰ, ਕੋਈ ਬੈੱਡ ਸ਼ੀਟ ਟੇਢੀ ਹੋਈ ਆ, ਕੋਈ ਬੈਠ ਕੇ ਨਾ ਫਿਰ ਲਾਈਨਾਂ 'ਚ ਇੱਧਰ ਉੱਧਰ ਹੋ ਗਈਆਂ, ਉਹਨਾਂ ਨੂੰ ਸਿੱਧੇ ਕਰੀ ਜਾਣਾ। ਮੈਨੂੰ ਹੁੰਦਾ ਵੀ ਹਰ ਇੱਕ ਚੀਜ਼ ਏਦਾਂ ਪਈ ਰਵੇ, ਪਰਫੈਕਟ ਮੈਂ ਹੋਵੇ, ਤੁਰੀ ਫਿਰੀ ਜਾਣਾ, ਕੁਛ ਨਾ ਕੁਛ ਕਰਦੀ ਹੀ ਰਹਿਣਾ। ਮਤਲਬ ਹਰ ਤੇ ਚੀਜ਼ ਕਦੇ ਟਿਪ ਕਿਚਨ 'ਚ ਵੜ ਟਾਪ ਗਈ। ਹੋਵੇ।
ਹਰ ਚੀਜ਼ ਟਿਪ ਟਾਪ ਹੋਣੀ ਚਾਹੀਦੀ ਹੈ ਮਤਲਬ। ਸਾਰਾ ਕੁਝ ਵਧੀਆ ਹੋਣਾ ਚਾਹੀਦਾ, ਸਟਾਈਲਿਸ਼ ਹਾਂ। ਔਰ ਵਧੀਆ ਹੋਣਾ ਚਾਹੀਦਾ ਹੈ। ਤੁਸੀਂ ਅੱਛਾ, ਬੈਠੋ ਇਸ ਤਾਂ ਤੋਂ ਵੀ ਸਟਾਈਲਿਸ਼, ਵੀ ਤੁਸੀਂ ਗੱਦੀ ਰੱਖੀ ਆ ਉਹ ਐਵੇਂ ਨਾ ਵਿਖਰੀ ਹੋਵੇ, ਤੇ ਉਹਨੂੰ ਬੈਠ ਕੇ ਤੁਸੀਂ ਸਟਾਈਲ ਨਾਲ ਬੈਠੋ, ਜਦੋਂ ਉੱਠਣਾ ਉਹਨੂੰ more ਸਟਾਈਲ ਨਾਲ funky। ਰੱਖੋ। ਅੱਛਾ, ਹੁਣ ਇਸ ਤੋਂ ਪਹਿਲਾਂ ਅਸੀਂ ਜਾਈਏ ਔਰ ਇੰਟਰਨੈਟ ਫਿਰ ਖਰਾਬ ਹੋਵੇ, ਜਾਣ ਤੋਂ ਜੀ। ਪਹਿਲਾਂ ਤੁਸੀਂ ਸਾਨੂੰ ਕੁਝ ਆਪਣੀ ਜੋ ਤੁਹਾਡੇ ਦਿਲ 'ਚ ਕੁਝ ਗੁਣਗੁਣਾਉਣਾ ਚਾਹੋ, ਕੁਝ ਕਹਿਣਾ ਚਾਹੋ ਆਡੀਅנס ਨੂੰ, ਪਲੀਜ਼ ਡੂ ਦੈਟ। ਕਿਸੇ ਗਾਣੇ ਮੈਂ ਦੇ ਤਾਂ ਥਰੂ ਕਹਿਣਾ ਹਮੇਸ਼ਾ, ਚਾਹੋ। ਦੇਖੋ ਜੀ, ਮੈਂ ਤਾਂ ਹਮੇਸ਼ਾ ਮੈਨੂੰ ਇਹ ਹੁੰਦਾ ਕਿ ਮੈਂ ਖੁਸ਼ੀਆਂ ਹੀ ਦੇਣੀਆਂ ਹੁੰਦੀਆਂ, ਮੈਂ ਇਸੇ ਕਰਕੇ ਸੈਡ Song ਕਦੇ ਗਾਇਆ ਨਹੀਂ ਆ। ਮੈਂ ਹਾਂ, ਕਿਹਾ ਵੀ ਸੈਡ Song ਤਾਂ ਫਿਰ ਦੁਨੀਆ ਨੂੰ ਉਦਾਸ ਕਰ ਦਿੰਦਾ ਹੈ। ਉਦਾਸ ਮੈਂ ਕਰ ਕਿਹਾ ਦੇ। ਕਲਾਕਾਰ ਖੁਸ਼ੀਆਂ ਦੇਣ ਵਾਸਤੇ ਆਏ ਆ, ਕਿਉਂਕਿ ਦੇਖੋ ਹਰ ਬੰਦੇ ਦੀ ਆਪਣੀ ਆਪਣੀ ਡਿਊਟੀ ਆ। ਮੈਂ ਇਹੀ ਕਹਿੰਦੀ ਹੁੰਦੀ ਆ ਵੀ ਹਰ ਬੰਦਾ ਦੁਨੀਆ ਤੇ ਆਇਆ ਹੈ, ਉਹਦਾ ਆਪਣਾ ਆਪਣਾ ਕੰਮ ਆ। ਕੋਈ ਡਾਕਟਰ ਆ, ਉਹਦੀ ਜੌਬ ਹੈਗੀ ਆ ਨਾ। ਜਿਹੜੇ ਆਰਟਿਸਟ ਪੈਦਾ ਕਰਕੇ ਪ੍ਰਮਾਤਮਾ ਨੇ ਭੇਜੇ ਨੇ, ਉਹਨਾਂ ਦੀ ਜੌਬ ਆ ਕਿ ਤੁਸੀਂ ਲੋਕਾਂ ਨੂੰ ਹੱਸਦੇ ਰੱਖਣਾ ਹੈ, ਖੁਸ਼ ਸਹੀ ਗੱਲ। ਰੱਖਣਾ ਹੈ, ਉਦਾਸ ਨਹੀਂ ਹੋਣ ਦੇਣਾ। ਹਰ ਤਰ੍ਹਾਂ ਨਾਲ ਉਹਨਾਂ ਨੂੰ ਇਹ ਰੱਖਣਾ, ਕਦੇ ਵੀਰ ਰਸ ਦੇ ਗਾਣੇ ਦੇਣੇ ਆ ਤਾਂ ਕਿ ਉਹਨਾਂ ਦਾ ਜਜ਼ਬਾ ਹੈ ਜਿਹੜਾ ਹੈ ਦੇਸ਼ ਪ੍ਰਤੀ ਜਾਂ ਫੈਮਿਲੀ ਪ੍ਰਤੀ, ਮਜ਼ਲੂਮਾਂ ਪ੍ਰਤੀ, ਉਹ ਜਜ਼ਬਾ ਕਾਇਮ ਰਵੇ। ਤੁਸੀਂ ਮਜ਼ਲੂਮਾਂ ਦੀ ਰਾਖੀ ਕਰ ਸਕੋ, ਕੋਈ ਕਮਜ਼ੋਰ ਵਿਅਕਤੀ ਆ ਉਹਦੇ ਵਾਸਤੇ ਤੁਸੀਂ ਕੁਝ ਕਰ ਸਕੋ। ਉਹ ਹੁੰਦਾ ਸੰਗੀਤ, ਉਹ ਕਲਾਕਾਰ ਹੁੰਦੇ ਨੇ। ਕਲਾਕਾਰਾਂ ਨੂੰ ਪਤਾ ਕਿਸ ਮੂਡ ਦਾ ਗਾਣਾ ਕਿਸ ਵਿਅਕਤੀ ਤੇ, ਕਿਸ ਮੌਕੇ ਤੇ, ਕਿਸ ਸਮੇਂ ਤੇ ਢੁਕਦਾ ਹੈ। ਉਹਨਾਂ ਨੇ ਸਹੀ ਉਹ ਗੱਲ ਚੀਜ਼ ਹੈ। ਦੇ ਕੇ ਉਹਨਾਂ ਨੂੰ ਖੜੇ ਕਰਨਾ ਹੈ ਇਨਸਾਨ ਨੂੰ। ਸੋ ਹਿੰਮਤ ਮੈਨੂੰ ਇਹ ਹੁੰਦਾ ਦੇਣੀ। ਕਿ ਮੈਂ ਖੁਸ਼ੀਆਂ ਦੇਵਾਂ। ਕਿਆ ਸੋ ਬਾਤ ਮੈਂ ਹੈ। ਮੇਰੇ ਨੱਚਦੀ ਦੇ ਖੁੱਲ ਗਏ ਵਾਲ, ਭਾਬੀ ਮੇਰੀ ਗੁੱਤ ਕਰ ਦੇ। ਮੇਰੇ ਨੱਚਦੀ ਦੇ ਸ਼ਾਵਾ ਨੱਚਦੀ ਦੇ, ਮੇਰੇ ਨੱਚਦੀ ਦੇ ਖੁੱਲ ਗਏ ਵਾਲ, ਭਾਬੀ ਮੇਰੀ ਗੁੱਤ ਕਰ ਦੇ। ਮੈਨੂੰ ਚੜਿਆ 16ਵਾਂ ਸਾਲ, ਭਾਬੀ ਮੇਰੀ ਗੁੱਤ ਕਰ ਦੇ। ਮੇਲੇ ਵਿੱਚ ਜੱਟਾਂ ਦੀਆਂ ਜਿਵੇਂ ਟੋਲੀਆਂ, ਝਾਂਜਰਾਂ ਦੇ ਬੋਰੀ ਇੰਜ ਪਾਉਣ ਬੋਲੀਆਂ, ਝਾਂਜਰਾਂ ਦੇ ਬੋਰੀ ਇੰਜ ਪਾਉਣ ਬੋਲੀਆਂ। ਪੌਣਾ ਚ ਸੁਗੰਧੀਆਂ ਜਿਨ੍ਹਾਂ ਨੇ ਕੋਲੀਆਂ, ਪੌਣਾ ਚ ਸੁਗੰਧੀਆਂ ਜਿਨ੍ਹਾਂ ਨੇ ਕੋਲੀਆਂ। ਗਈ ਮੇਰੇ ਤੋਂ ਨਾ ਸੁਰਤ ਸੰਭਾਲ, ਭਾਬੀ ਮੇਰੀ ਗੁੱਤ ਕਰ ਦੇ। ਮੇਰੇ ਨੱਚਦੀ ਦੇ ਸ਼ਾਵਾ ਨੱਚਦੀ ਦੇ, ਮੇਰੇ ਨੱਚਦੀ ਦੇ ਖੁੱਲ ਗਏ ਵਾਲ, ਭਾਬੀ ਮੇਰੀ ਗੁੱਤ ਕਰ ਦੇ। ਕਿਆ ਬਾਤ, ਓਏ ਹੋਏ 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 ਹੋਏ। ਬੜੀ ਪਾਵਰਫੁਲ ਆਵਾਜ਼ ਹੈ ਜੀ, ਮੈਨੂੰ ਬਹੁਤ ਲੱਗਿਆ ਪਾਵਰ। ਸੀ ਅੱਜ ਸਵੇਰ ਤੋਂ ਤੁਸੀਂ ਬਿਜ਼ੀ ਹੋ, ਪਿਛਲੇ 3-4 ਦਿਨਾਂ ਤੋਂ ਕੰਸਟਰਕਸ਼ਨ ਵੀ ਚੱਲ ਰਹੀ ਸੀ ਘਰ ਦੇ ਵਿੱਚ, ਬਿਲਕੁਲ। ਰਗੜਾਈ ਫਰਸ਼ ਫੁਰਸ਼ ਬੜਾ ਕੁਝ ਹੋ ਰਿਹਾ ਸੀ। ਔਰ ਅੱਜ ਪੂਜਾ ਘਰ ਦੇ ਵਿੱਚ ਪੂਜਾ ਸੀਗੀ, ਹਾਂਜੀ, ਤੇ ਹਾਂਜੀ, ਮੈਨੂੰ ਹਾਂਜੀ। ਸੀਗਾ ਕਿ ਥੱਕ ਟੁੱਟ ਕੇ ਬੈਠੇ ਹੋਣਗੇ। ਕਿਆ ਬੈਂਗ ਔਨ ਗਾਇਆ, ਬੈਂਗ ਔਨ। ਥੈਂਕ ਯੂ ਸੋ ਮਚ। ਤੁਹਾਡੇ ਕੋਲ ਪਰਫੈਕਟ ਸੁਰ। ਤੁਹਾਨੂੰ ਦੇਖ ਦੇਖ ਕੇ એનર્ਜੀ ਮਿਲਦੀ ਆ। ਜਦੋਂ ਤੁਹਾਨੂੰ ਤੁਹਾਡੇ ਚਾਹਣ ਵਾਲੇ, ਤੁਹਾਨੂੰ ਪਿਆਰ ਕਰਨ ਵਾਲੇ ਹੋਣ ਨਾ ਆਸੇ ਪਾਸੇ, ਫਿਰ એનર્ਜੀ ਤੁਹਾਡੀ ਤੁਹਾਨੂੰ ਥੱਕਣ ਨਹੀਂ ਦਿੰਦੀ ਹੈਗੀ। ਉਹਨਾਂ ਦੇ ਪਿਆਰ ਦੀ એનર્ਜੀ ਆ ਇਹ ਕਿਆ ਥੱਕਣ ਨਹੀਂ ਬਾਤ ਹੈ। ਦਿੰਦੀ ਹੈਗੀ। ਤੁਹਾਡੀ ਸਾਰੇ ਜਿੰਨੇ ਵੀ ਇਸ ਟਾਈਮ ਦੇਖ ਰਹੇ ਨੇ ਪ੍ਰੋਗਰਾਮ, ਜਾਂ ਜਿਨ੍ਹਾਂ ਨੇ ਬਾਅਦ ਵਿੱਚੋਂ ਵੀ ਦੇਖਣਾ ਹੈ, ਸਾਰੇ ਜਿੰਨੇ ਵੀ ਮੈਨੂੰ ਪਿਆਰ ਕਰਦੇ ਨੇ, ਮੇਰੀ ਫਿਲਮਾਂ ਨੂੰ ਪਿਆਰ ਕੀਤਾ, ਮੇਰੇ ਗਾਣਿਆਂ ਨੂੰ ਪਿਆਰ ਕੀਤਾ, ਤੇ ਮੇਰੀ ਸਟੇਜ ਨੂੰ ਵੀ ਕਾਮਯਾਬ ਕੀਤਾ ਹੈ, ਉਹਨਾਂ ਦੀ એનર્ਜੀ ਬੋਲ ਰਹੀ ਹੈ ਇਹ। ਮੇਰੀ ਕੁਝ ਨਹੀਂ ਹੈਗਾ, ਮੇਰੇ 'ਚ ਕੁਝ ਨਹੀਂ ਹੈਗਾ, ਬਸ ਉਹਨਾਂ ਦੇ ਪਿਆਰ ਦੀ એનર્ਜੀ ਹੈ ਇਹ। ਕਿਆ ਬਾਤ ਹੈ। ਔਰ ਮੈਂ ਦੱਸਾਂ, ਇਹ ਵਨ ਆਫ ਮਾਈ ਫੇਵਰੇਟ Song ਹੈ, ਫੇਵਰੇਟ। ਕਿਉਂਕਿ ਇਹ 'ਚ ਏਦਾਂ ਲੱਗਦਾ ਕਿ ਤੁਸੀਂ ਬਹੁਤ ਆਪਣੇ ਅੱਛੇ ਬਾਰੇ ਗੱਲ ਕਰ ਰਹੇ ਹੋ। ਸਹੀ ਗੱਲ ਹੈ। ਤੋ ਬਿਲਕੁਲ। ਇਸ ਤੋਂ ਪਹਿਲਾਂ ਤੁਸੀਂ ਫਿਰ ਪੌਜ਼ ਹੋ ਜਾਓ, ਤੇ ਅਸੀਂ ਹੁਣ ਆਪਣੀ ਜਿਹੜੀ ਸਾਡੀ ਆਡੀਅנס ਹੈ ਉਹਨਾਂ ਨੂੰ ਦੱਸ ਦਈਏ ਜੀ, ਟਾਈਮ ਹੁਣ ਹੋ ਗਿਆ ਹੈ ਅਲਵਿਦਾ ਲੈਣ ਦਾ। ਪਰ ਕੋਸ਼ਿਸ਼ ਕਰਦੇ ਆ ਕਿ ਇਸ ਤੋਂ ਪਹਿਲਾਂ ਕਿ ਉਸ ਅਲਵਿਦਾ ਲੈਣ ਕਿ ਇੱਕ ਵਾਰੀ ਫੇਰ ਸਾਡੀ ਉਸ ਆਡੀਅנס ਤੋਂ ਨਾਲ ਪਹਿਲਾਂ ਜੁੜ ਜਾਣ। ਗਲਤੀਆਂ ਦੀ ਮਾਫੀ ਮੰਗ ਲਈਏ, ਕੁਝ ਹਾਂਜੀ। ਗਲਤ ਕਹਿ ਗਿਆ ਹੋਵੇ, ਕਿਉਂਕਿ ਗਿੱਲੀ ਜਗ੍ਹਾ ਤੇ ਜੀਭ ਲੱਗੀ ਹੋਈ ਆ, ਤਿਲਕ ਜਾਂਦੀ ਕਈ ਵਾਰੀ, ਵਾਹ ਤੇ ਜੀ। ਇਸ ਕਰਕੇ ਮਾਫ ਕਰ ਦਿਓ। ਔਰ ਬਿਲਕੁਲ। ਅਸੀਂ ਮੈਂ ਕੁਝ ਨਹੀਂ ਦੱਸ ਸਕਦੀ। ਜਿਵੇਂ ਤੁਸੀਂ ਕਹਿੰਦੇ ਦੱਸੋ, ਮੈਂ ਕੁਝ ਨਹੀਂ, ਮੈਂ ਤਾਂ ਸਿੱਖਦੀ ਹਾਂ, ਮੈਂ ਤਾਂ ਸਿੱਖਣ ਵਾਸਤੇ ਆਈ ਹਾਂ। ਤੁਹਾਡੇ ਕੋਲੋਂ ਕਿੰਨਾ ਕੁਝ ਸਿੱਖਿਆ ਹੈ। ਔਰ ਜਦੋਂ ਮੈਂ ਬਾਹਰ ਜਾਂਦੀ ਹਾਂ, ਸਟੇਜਾਂ ਕਰਦੀ ਹਾਂ, ਮੇਰੇ ਫੈਨਸ ਮੈਨੂੰ ਮਿਲਦੇ ਨੇ, ਉਹਨਾਂ ਕੋਲੋਂ ਮੈਂ ਬਹੁਤ ਕੁਝ ਸਿੱਖਦੀ ਹਾਂ। ਮੈਂ ਤਾਂ ਸਿੱਖਦੀ ਹਾਂ, ਬਸ ਮੈਂ ਸਿੱਖਣ ਵਾਸਤੇ ਆਈ ਹਾਂ ਦੁਨੀਆ ਤੇ। ਸਿੱਖ ਕੇ ਜਾਣਾ ਹੈ, ਝੋਲੀਆਂ ਭਰ ਭਰ ਕੇ ਲੈ ਕੇ ਜਾਣੀਆਂ ਨੇ। ਦੇਣ ਕਿਆ ਵਾਸਤੇ ਬਾਤ ਸਾਡੇ ਹੈ। ਕੋਲ ਬਸ ਮੁਹੱਬਤ ਆ, ਫਕੀਰੀ ਆ ਅੰਦਰ। ਸਿਰਫ ਉਹਦੀ ਹੀ ਕਮੀ ਹੈ, ਟਰਸਟ ਮੀ, ਮੁਹੱਬਤ ਦੀ ਹੀ ਕਮੀ ਹੈ। ਬਸ ਮੁਹੱਬਤ ਹੀ ਚਾਹੀਦੀ ਹੈ। ਤੇ ਹੁਣ ਤੁਸੀਂ ਕੁਲਦੀਪ ਕੁਝ ਕਹਿਣਾ ਚਾਹੋਗੇ? ਉਹਨਾਂ ਨੂੰ ਬਸ ਬੋਲਣ ਦੇ ਵਿਚਾਰਿਆਂ ਨੂੰ। ਅਸੀਂ ਵੀ ਬੜਾ ਕੁਝ ਸਿੱਖਿਆ, ਤੇ ਅੱਜ ਐਂਡ ਤੁਸੀਂ ਇੱਕ ਕੀਤਾ ਨਾ ਮੈਂ ਤਾਂ ਛੋਟਾ ਮੁਹੱਬਤ। ਜੋਕ ਸੁਣਾ ਸਕਦੀ ਹਾਂ? ਸ਼ੋਰ ਹਾਂ ਪਲੀਜ਼ ਪਲੀਜ਼ ਹੈਗਾ ਇਰਸ਼ਾਦ। ਇੰਨਾ ਕੁ ਟਾਈਮ? ਹਾਂ ਹਾਂ, ਹਾਂ, ਇਹ ਬਿਲਕੁਲ ਤੁਹਾਡੇ ਹੈਗਾ ਟਾਈਮ ਜੀ। ਜੀ। ਇੱਕ ਨਾ ਬੰਦਾ ਬਿਮਾਰ ਹੋ ਗਿਆ ਬਹੁਤ ਜ਼ਿਆਦਾ, ਤੇ ਹਾਂਜੀ। ਉਹ ਚੁੱਪੇ ਹੋ ਗਏ, ਮੈਂ ਵਿਚਾਰੇ ਦੇ ਬਹੁਤ ਬੁਰਾ ਹਾਲ ਹੋ ਗਿਆ।
ਤੇ ਉਹਨੂੰ ਡਾਕਟਰ ਕੋਲ ਲੈ ਗਏ ਨਾ, ਤੇ ਉਹ ਕਹਿੰਦੇ ਵੀ ਇਹਨੂੰ ਡਿਪਰੈਸ਼ਨ ਆ ਨਾ, ਵੀ ਕੀ ਆ। ਉਹ ਕਹਿੰਦੇ ਜੀ ਕੋਈ ਤਕਲੀਫ ਹੈ ਇਹਨੂੰ ਬੰਦੇ ਨੂੰ, ਤੇ ਕਹਿੰਦੇ ਤੁਸੀਂ ਕੋਈ ਗੱਲ-ਗੁੱਲ ਕਰਿਆ ਕਰੋ, ਵੀ ਇਹਨੂੰ ਬੋਲਣ ਦਾ ਮੌਕਾ ਦਿਆ ਕਰੋ ਵਿਚਾਰੇ ਨੂੰ, ਹਨਾ। ਹਾਂਜੀ ਤੇ ਫਿਰ ਬਾਅਦ ਚ ਜਦੋਂ ਡਾਕਟਰ ਸੀਗਾ ਉਹਨੂੰ ਪੁੱਛਿਆ ਵੀ, ਕਹਿੰਦੇ ਤੈਨੂੰ ਏਦਾਂ ਲੱਗਦਾ ਵੀ ਕੋਈ ਟੈਨਸ਼ਨ ਆ ਤੈਨੂੰ? ਹਾਂ ਉਹ ਕਹਿੰਦਾ ਜੀ ਹੌਲੀ ਬੋਲੋ, ਟੈਨਸ਼ਨ ਬਾਹਰ ਹੀ ਬੈਠੀ ਆ। ਇੱਥੇ ਨਾਲ ਬੈਠੀ ਹੋਈ ਹੈ। ਓ ਮਾਈ ਗॉड ਸੋ ਇਹ ਵਿਚਾਰੇ ਫਿਰ ਉਹ ਕਹਿੰਦੇ ਜੀ ਇੱਕ ਬਿਮਾਰੀ ਹੋਰ ਆ, ਮੈਂ ਵੀ ਇਹ ਰਾਤ ਨੂੰ ਬਹੁਤ, ਵਾਈਫ ਜਾ ਕੇ ਕਹਿੰਦੀ ਰਾਤ ਨੂੰ ਬਹੁਤ ਬੋਲਦੇ, ਬੁੜਬੜਾਉਂਦੇ ਰਹਿੰਦੇ ਨੇ, ਇਹ ਸਾਰੀ ਰਾਤ ਸੌਣ ਨਹੀਂ ਦਿੰਦੇ, ਬੋਲੀ ਜਾਂਦੇ ਨੇ। ਕਹਿੰਦੇ ਫਿਰ ਤੁਸੀਂ ਏਦਾਂ ਕਰੋ, ਇਹਨੂੰ ਦਿਨ ਚ ਬੋਲਣ ਦਾ ਮੌਕਾ ਦਿਆ ਕਰੋ, ਫਿਰ ਰਾਤ ਨੂੰ ਸੁਪਨੇ ਚ ਨਹੀਂ ਬੋਲਣਗੇ। ਬਹੁਤ ਬਹੁਤ ਥੈਂਕ ਯੂ, ਬਹੁਤ ਬਹੁਤ ਥੈਂਕ ਯੂ ਤੁਹਾਡਾ। ਕੀ ਬਾਤ ਹੈ ਬਈ। ਤੇ ਲੇਕਿਨ ਐਂਡ ਆਫ ਦਾ ਸ਼ੋਅ ਜਿਹੜਾ ਤੁਸੀਂ ਕਿਹਾ ਮੁਹੱਬਤ, ਇਹ ਮੁਹੱਬਤ ਹੀ ਜਿਹੜਾ ਸਾਡੇ ਸਾਰਿਆਂ ਨੂੰ ਅੱਗੇ ਲੈ ਕੇ ਜਾਏਗਾ। ਔਰ ਇਸ ਕੋਵਿਡ ਦੇ ਮੌਕੇ 'ਚ ਵੀ ਅਸੀਂ ਮੁਹੱਬਤ ਨਾਲ ਹੀ ਬਾਹਰ ਆਵਾਂਗੇ, ਇੱਕ ਦੂਜੇ ਨਾਲ ਪਿਆਰ ਰੱਖੀਏ, ਪਰਿਵਾਰ ਸਾਰਾ ਮਿਲ ਕੇ ਰਵੇ, ਔਰ ਰੱਬ ਕਰਕੇ ਤੁਹਾਡੀ ਵਰਗੀ ਪਰਸਨੈਲਿਟੀ ਔਰ ਤੁਹਾਡੇ ਵਰਗੀ ਸੋਚ ਵਰਗੀ ਵਾਈਫ ਇਨਸਾਨ ਸਾਰਿਆਂ ਨੂੰ ਦੇਵੇ, ਇਹੀ ਸੋ ਦੁਆ ਹੈ। ਸਾਡੇ ਵੱਲੋਂ, ਮੋਨੀ ਗਿੱਲ ਵੱਲੋਂ, ਮਾਈ ਟੀਵੀ ਵੱਲੋਂ ਬਹੁਤ ਬਹੁਤ ਤਹਿ ਦਿਲੋਂ ਮਾਈ thank you, ਟੀਵੀ ਤੁਹਾਡਾ ਸ਼ੁਕਰੀਆ। ਚੜ੍ਹਦੀਆਂ ਕਲਾ ਦੇ ਵਿੱਚ ਰੱਖੇ ਪਰਮਾਤਮਾ ਸੱਚੇ ਪਾਤਸ਼ਾਹ, ਤੁਹਾਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਦੇਵੇ, ਔਰ ਤੁਸੀਂ ਹਮੇਸ਼ਾ ਏਦਾਂ ਹੀ ਖੁਸ਼ ਰਹੋ, ਆਬਾਦ ਰਹੋ, Thank you. ਔਰ Thank you ਹਮੇਸ਼ਾ ਜੀ। ਹਰ ਪਲ ਚੜਾਈਆਂ ਚੜਾਈਆਂ ਤੇ ਰਹੋ। ਠੀਕ ਹੈ Thank ਜੀ, you. ਥੈਂਕ ਯੂ ਜੀ, ਥੈਂਕ ਯੂ ਥੈਂਕ ਯੂ ਜੀ, ਬਹੁਤ ਬਹੁਤ ਅੱਛਾ ਲੱਗਿਆ ਤੁਹਾਡੇ ਨਾਲ ਗੱਲ ਕਰਕੇ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਚਲੋ ਅਕਾਲ ਜੀ, ਜੀ। ਇਹ ਸੀਗੇ ਮੇ ਵਨ ਆਫ ਫੇਵਰਿਟ ਅਮਨ ਨੂਰੀ ਜੀ। ਔਰ ਅਮਨ ਨੂਰੀ ਜੀ ਨੂੰ ਮੈਂ ਬਚਪਨ ਤੋਂ ਹੀ ਮੇਰੀ ਫੇਵਰਿਟ ਰਹੇ ਨੇ, ਔਰ ਹਮੇਸ਼ਾ ਹੀ ਬਹੁਤ ਪਿਆਰ ਕਰਦੀ ਹਾਂ ਆਹੀ ਗੱਲਾਂ ਕਰਕੇ। ਜਿਹੜੇ ਉਹਨਾਂ ਦੇ ਥਾਟਸ ਨੇ, ਉਹਨਾਂ ਨਾਲ ਉਹਨਾਂ ਨੂੰ ਮੈਂ ਪਿਆਰ ਕਰਦੀ ਹਾਂ। ਆਫ ਕੋਰਸ ਸਰਵਣ ਗੁਣ ਕਹਿੰਦਾ ਕੀ ਉਹ ਹਿੰਦੀ ਦਾ ਵਰਡ ਹੈ? ਸਰਵਗੁਣ ਸਰਵਗੁਣ ਸੰਪन्न। ਸੰਪੂਰਨ। राहुल जी आप मेरी हिंदी भी सुधारिएगा। हाँ, वैष्णो देवी तो लिख के भेजो। ते लेकिन एंड ऑफ द डे ਜਿਹੜਾ ਮੈਸੇਜ ਦਿੱਤਾ ਕਿ ਮੁਹੱਬਤ ਹੀ ਸਾਰਾ ਕੁਝ ਹੈ। बिल्कुल ਪਿਆਰ ਨਾਲ ਰਹੋ, ਹੱਸ ਕੇ ਰਹੋ, ਖੇਡਦੇ ਰਹੋ, ਜੋ ਮਰਜ਼ੀ ਕਰੋ। हाँ लेकिन अपनी वाइफ ਨੂੰ ट्रबल ना करो। हाँ हाँ राइट राइट। सो जी लेकिन मैं ਜਾਂਦੇ ਜਾਂਦੇ ਹੋਰ ਆਪਣੀ ਆਡੀਅנס ਨੂੰ ਇੱਕ ਜ਼ਰੂਰ ਕਹਾਂ ਕਿ ਪਲੀਜ਼ ਮੇਕ ਸ਼ੋਰ ਟੂ ਸਬਸਕ੍ਰਾਈਬ ਫੇਸਬੁੱਕ ਦਾ ਪੇਜ ਤੁਸੀਂ ਨਿਕਲ ਜਾਂਦੇ ਹੋ, ਉਹਨੂੰ ਲਾਈਕ ਜ਼ਰੂਰ ਕਰਿਆ ਕਰੋ ਤਾਂ ਕਿ ਜਿਹੜੀ ਨੈਕਸਟ ਵੀਡੀਓ ਆਏ ਤੁਹਾਨੂੰ ਨੋਟੀਫਿਕੇਸ਼ਨ ਆ ਜਾਏ ਕਿ ਅਸੀਂ ਲਾਈਵ ਹੋਏ ਇੱਕ ਹਾਂ। ਹੋਰ ਚੀਜ਼ ਹੈ, ਰਿਕੁਐਸਟ ਕਰਾਂਗੇ, ਮੈਨੂੰ ਪਤਾ ਸਾਰਿਆਂ ਕੋਲ ਟਾਈਮ ਬਹੁਤ ਘੱਟ ਹੈਗਾ, ਲੇਕਿਨ ਜੇ ਤੁਸੀਂ ਸਾਡਾ ਸ਼ੋਅ ਦੇਖਿਆ ਹੈ ਜਾਂ ਦੇਖੋ, ਪਲੀਜ਼ ਕਮੈਂਟ ਜ਼ਰੂਰ ਲਿਖੋ, ਕੁਝ ਨਾ ਕੁਝ ਲਿਖੋ, ਫੀਡਬੈਕ ਦਿਓ, ਪੋਜ਼ਿਟਿਵ ਦਿਓ, ਨੈਗੇਟਿਵ ਦਿਓ। ਪੋਜ਼ਿਟਿਵ ਦੋਗੇ ਤੇ ਅਸੀਂ ਸਾਡੇ ਸਿਰ ਚੜ ਕੇ ਨਹੀਂ ਬੋਲੇਗਾ, ਨੈਗੇਟਿਵ ਦੋਗੇ ਤੇ ਅਸੀਂ ਕੋਸ਼ਿਸ਼ ਕਰਾਂਗੇ ਉਹਨੂੰ ਕਿ ਅਸੀਂ ਕਿਵੇਂ ਪੋਜ਼ਿਟਿਵ ਕਰ ਸਕੀਏ। ਔਰ ਇੰਜ ਨੂਰੀ ਜੀ ਵਰਗੇ ਇਹੋ ਜਿਹੇ ਆਰਟਿਸਟ ਸਾਨੂੰ ਇਹਨਾਂ ਦੀ ਬਹੁਤ ਲੋੜ ਹੈ, ਔਰ ਹੌਲੀ ਹੌਲੀ ਅਸੀਂ ਇੰਜ ਸਾਰੇ ਆਰਟਿਸਟ ਇਸ ਪਲੇਟਫਾਰਮ ਤੇ ਲੈ ਕੇ ਆਵਾਂਗੇ। ਤੇ ਬਿਲਕੁਲ, ਤੇ ਮੈਂ ਇੱਕ ਹੋਰ ਵੀ ਦੱਸਦਾ, ਫੇਸਬੁੱਕ ਵੀ ਲਾਈਕ ਕਰੋ, YouTube ਪੇਜ ਨੂੰ ਵੀ ਸਾਡੇ ਨੂੰ ਲਾਈਕ ਕਰੋ, ਮਾਈ TVC US, ਔਰ ਸਾਡੀ ਐਪ ਹੈਗੀ ਹੈ ਮਾਈ TV ਰੇਡੀਓ। ਇਹ ਤੁਹਾਡੇ ਪਿਆਰ ਦੀ ਆਸ਼ੀਰਵਾਦ ਦੀ ਲੋੜ ਹੈਗੀ ਹੈ, ਕਿਉਂਕਿ ਉਹ ਤੇ ਅਸੀਂ ਬੈਸਟ ਆਫ ਦੀ ਬੈਸਟ ਟੈਲੈਂਟ ਲੈ ਕੇ ਆਨੇ ਆ। ਲੈਣ ਨੂੰ ਤੇ ਲੈ ਕੇ ਆਉਣ ਨੂੰ ਤਾਂ ਮੈਂ ਰੋਜ਼ ਢੇਰੀ ਲਾਦਾ, ਇੰਜ ਮੋਨੀ ਗਿੱਲ ਦਾ ਅਕਾਊਂਟ ਭਰਿਆ ਹੋਇਆ ਲੇਕਿਨ ਮੈਂ ਉਹਨਾਂ ਚੋਂ ਛਾਂਟ ਕੇ ਕਾਂਟੇ ਸੁੱਟ ਕੇ ਫੁੱਲ ਤੁਹਾਡੇ ਵਾਸਤੇ ਲੈ ਕੇ ਆ ਰਹੀ ਹਾਂ। ਲੇਕਿਨ ਜਿਹੜਾ ਨਿਊ ਟੈਲੈਂਟ ਹੈ, ਪਲੀਜ਼ ਡਿਸਪਾਇੰਟ ਨਾ ਹੋ, ਤੁਹਾਡੀ ਵੀ ਵਾਰੀ ਆ ਰਹੀ ਹੈ। ਜਲਦੀ ਅਸੀਂ ਐਸਾ ਕੁਝ ਸ਼ੁਰੂ ਕਰਨ ਲੱਗੇ ਕਿ ਨਿਊ ਟੈਲੈਂਟ ਨੂੰ ਵੀ ਅਸੀਂ ਉਹੀ ਮੌਕਾ ਦੇਵਾਂਗੇ। ਔਰ ਜਿਹੜੇ ਬਿਜ਼ਨਸ ਓਨਰਸ ਨੇ ਉਹਨਾਂ ਵਾਸਤੇ ਗੁੱਡ ਨਿਊਜ਼ ਇਹ ਹੈ ਕਿ ਤੁਸੀਂ ਆਪਣੀ ਐਡਸ ਸਾਡੇ ਨਾਲ ਚਲਾ ਸਕਦੇ ਹੋ। ਕੋਵਿਡ ਕਰਕੇ ਸਪੈਸ਼ਲ ਪ੍ਰਾਈਸ ਚੱਲ ਰਹੇ ਨੇ, ਅਸੀਂ ਡਿਸਕਾਊਂਟ ਪ੍ਰਾਈਸ ਤੇ ਦੇ ਰਹੇ ਹਾਂ। ਅਗਰ ਤੁਸੀਂ ਆਪਣੀ ਐਡ ਚਲਾਉਣਾ ਚਾਹੋ ਤੇ ਸਮਾਲ ਬਿਜ਼ਨਸ ਨੂੰ ਲੋੜ ਹੁੰਦੀ ਹੈ ਜੀ ਟੂ ਗਰੋ ਟੁਗੇਦਰ, ਟੂ ਹੈਲਪ ਈਚ ਅਦਰ। I scratch your back, you scratch my back, right? ਤੇ ਬਿਜ਼ਨਸ ਜ਼ਰੂਰ ਦੋ ਇੱਕ ਦੂਜੇ ਨੂੰ। ਤੇ ਲੋ ਜੀ, ਹੁਣ ਬਿਜ਼ਨਸ ਦੀ ਗੱਲ ਹੋਈ ਹੈ ਤਾਂ ਪੈਸਾ ਤਾਂ ਥੋੜਾ ਬਣਦਾ ਹੈ ਭਾਈ, ਥੋੜੀ ਸੀ ਐਡਵਰਟਾਈਜ਼ਿੰਗ ਚਲੇਗੀ, ਰਾਈਟ? ਮੈਂ ਕਹਿੰਦਾ ਰਾਮ ਜੀ ਨੂੰ ਲੈ ਆਓ। ਸੋ ਲੋ ਜੀ, ਅੱਜ ਦੀ ਐਡਵਰਟਾਈਜ਼ਿੰਗ ਚੱਲਦੀ ਹੈ, ਔਰ ਤੁਸੀਂ ਵੀ ਆਪਣੇ ਗਾਣੇ ਜਾਂ ਫਿਰ ਜਿਵੇਂ ਪਿੰਕੀ ਪਾਰਸ ਜੀ ਦਾ ਗਾਣਾ ਚੱਲਦਾ ਹੈਗਾ, ਇਹਦੇ 'ਚ ਐਡ ਚੱਲਦੀ ਹੈ, ਤੇ ਤੁਸੀਂ ਅਗਰ ਨਿਊ ਸਿੰਗਰ ਹੈਗੇ ਹੋ ਜਾਂ ਕੁਝ ਵੀ ਕਰਦੇ ਹੋ ਤਾਂ ਤੁਹਾਡੀ ਵੀਡੀਓ ਵੀ ਚੱਲ ਸਕਦੀ ਹੈ ਇਹਦੇ 'ਚ। ਸੋ ਲੋ ਜੀ, ਐਡਵਰਟਾਈਜ਼ ਦੇਖਦੇ ਆ। ਮੋਨੀ ਗਿੱਲ ਵੱਲੋਂ ਸਤਿ ਸ਼੍ਰੀ ਅਕਾਲ, ਰੱਬ ਰੱਖਾ, ਫੇਰ ਮੁਲਾਕਾਤ ਹੋਏਗੀ ਅਗਲੇ ਹਫਤੇ ਵਿਦ ਮਾਈ ਫੇਵਰਿਟ ਆਰਟਿਸਟ। ਇੰਤਜ਼ਾਰ ਰਹੇਗਾ। Ramji Astrologer. Everything begins with faith. We walk by faith, not by sight. Ramji is in the USA. Virginia offers reliable and practical astrology solutions to all of life's problems. Confidentiality promise. Phone number is 571-551-8142.
email is romgastrologer@yahoo.com. चल कट ले चल हट ले चल भाग ले हर्र हर्र काला बाती कुर्र 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 काला बाती कुर्र. Hi, my name is Kuldeep Gill. I'm broker of Sky Realty. The reason we are so successful because clients trust us. I've been doing this my whole life. My team is my wife, my office manager, and my agents. We look forward to earn your business, and we do speak your language. Thank you.